ਸਵਾਗਤ ਹੈ ਜੀ ਤੁਹਾਡਾ ਮੁੜ ਤੋਂ। ਕੋਈ ਸ਼ੱਕ ਨਹੀਂ ਇਹਦੇ ਵਿੱਚ, ਜਦੋਂ ਮਾਰਨਾ ਤੇਰੇ ਮਾੜੇ ਕਰਮਾਂ ਨੇ ਮਾਰਨਾ। ਬ੍ਰੇਕ ਦੇ ਵਿੱਚ ਇੱਕ ਦੋ ਫੋਨ ਵੀ ਆਏ ਆ, ਤੇ ਜਿਹੜਾ ਸਾਡਾ ਲੋਕਲ ਸਥਾਨਕ ਰੌਲਾ ਰਪਾਇਆ ਉਹ ਜਿਸ ਪਾਸੇ ਨੂੰ ਜਾ ਰਿਹਾ ਆ, ਹਾਂਜੀ, ਉਹ ਸਾਡੇ ਲਈ ਤਾਂ ਨਹੀਂ ਉਲਝ ਰਿਹਾ ਮਸਲਾ ਉਦਾਂ, ਪਰ ਆਪਣੇ ਆਪ ਹੀ ਜਾਣੀ ਉਹ ਬੰਦੇ ਧੱਕੇ ਜਾ ਰਹੇ ਆ। ਠੀਕ ਆ, ਗਾਹਾਂ ਤੋਂ ਬੇਨਤੀ ਆ ਭਾਈ ਵੀ ਜੇ ਧਰਮ ਕਮਾਉਣਾ ਆ ਤੁਸੀਂ ਤੇ ਇਮਾਨਦਾਰੀ ਦੇ ਨਾਲ ਕਮਾਓ। ਜਿਹੜਾ ਜਦੋਂ ਨਾ ਧਰਮ ਦਾ ਰਾਹ ਆ, ਜਿਹੜਾ ਕੋਈ ਵੀ ਜੀਵਨ ਧਰਮ ਦਾ, ਉਹ ਕਿਸੇ ਦੂਜੇ ਨੂੰ ਨਹੀਂ ਇਦਾਂ ਕਹਿ ਰਿਹਾ। ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਮੈਂ ਕਿਉਂਕਿ ਧਾਰਮਿਕ ਆ, ਕਿਉਂਕਿ ਮੈਂ ਰੱਬ ਦੇ ਨੇੜੇ ਹੋਣਾ ਚਾਹੁੰਦਾ ਆ, ਤੇ ਇਸ ਕਰਕੇ ਮੈਨੂੰ ਜ਼ਰੂਰੀ ਆ ਵੀ ਜਿਹੜੇ ਬੰਦੇ ਬਾਕੀ ਕਰ ਰਹੇ ਆ ਮੈਂ ਉਹਨਾਂ ਨੂੰ ਰੋਕਣਾ ਆ। ਕਦੇ ਵੀ ਇਦਾਂ ਰੱਬ, ਕੋਈ ਕਿਸੇ ਦਾ ਵੀ ਰੱਬ ਜਿਹੜਾ ਆ ਨਾ, ਉਹ ਇਹ ਨਹੀਂ ਕਹਿੰਦਾ। ਬਿਲਕੁਲ ਬਿਲਕੁਲ ਠੀਕ ਹੈ। ਇੱਕ ਪੁਜਾਰੀ ਦਾ ਰੱਬ ਆ ਜਿਹੜਾ, ਉਹ ਰੱਬ ਵੀ ਨਹੀਂ ਹੈਗਾ। ਉੱਥੇ ਵੀ ਰੱਬ ਥੋੜੀ ਕਹਿ ਰਿਹਾ। ਜਿਹੜਾ ਪੁਜਾਰੀ ਨੇ ਵੀ ਰੱਬ ਚਿੱਤ ਵਿਆਇਆ, ਚਾਹੇ ਹਿੰਦੂ ਨੇ, ਚਾਹੇ ਕਾਜੀ ਨੇ, ਬ੍ਰਾਹਮਣ ਨੇ, ਕਾਜੀ ਨੇ, ਜਿਹੜਾ ਵੀ ਰੱਬ ਚਿੱਤ ਵਿਆਇਆ, ਉਹਦਾ ਵੀ ਰੱਬ ਇਹ ਥੋੜੀ ਕਹਿ ਰਿਹਾ ਵੀ ਤੂੰ ਆ ਕਰ। ਨਹੀਂ, ਉਹ ਆਪਣਾ ਮਥਾਜ ਆ, ਉਹਦਾ ਉਹਦੇ ਆਪਣੇ ਸਵਾਰਥ ਆ, ਆਪਣੇ ਸਵਾਰਥ ਆ ਉਹਦੇ ਜਿਹੜੇ ਕਰ ਰਹੇ ਆ ਵੀ ਮੇਰਾ ਨੁਕਸਾਨ ਹੋ ਜਾਣਾ ਜੇ ਮੈਂ ਇਹਨੂੰ ਨਾ ਰੋਕਿਆ ਤਾਂ। ਉਹ ਫਿਰ ਧਰਮ, ਔਰੰਗਜ਼ੇਬ ਧਰਮ ਦੇ ਨਾਂ ਤੇ ਰੋਕਦਾ, ਜਨੇਊ ਲਾਉਂਦਾ ਜਿਹੜੇ। ਹਾਂਜੀ, ਠੀਕ ਹੈ। ਹੁਣ ਜਿਹੜਾ ਹਿੰਦੂ ਆ, ਜਿਹੜੇ ਜਾਤ ਪਾਤੀ ਸਿਸਟਮ ਸਟਰਕਚਰ ਹੁਣ ਖੜਾ ਕੀਤਾ ਆ, ਧਰਮ ਦੇ ਨਾਂ ਤੇ ਖੜਾ ਕੀਤਾ ਆ, ਉਹ ਕਹਿੰਦਾ ਰੱਬ ਨੂੰ ਖੁਸ਼ ਕਰਨਾ ਮੈਂ। ਹੁਣ ਸ਼ੂਦਰ ਨੂੰ ਜਦੋਂ ਕਹਿੰਦਾ ਵੀ ਤੈਨੂੰ ਮੰਦਿਰ ਜਾਣ ਦਾ ਹੱਕ ਨਹੀਂ ਹੈਗਾ, ਜੇ ਤੂੰ ਰੱਬ ਦਾ ਨਾਂ ਸੁਣ ਲਿਆ ਤੇਰੇ ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਪਾਉ, ਜੇ ਬੋਲਿਆ ਜੀਭ ਕੱਟੂ ਤੇਰੀ। ਰੱਬ ਨੂੰ ਖੁਸ਼ ਕਰਨ ਲਈ ਕਹਿੰਦਾ। ਧਰਮ ਦਾ ਕੰਮ ਆ, ਉਹ ਧਰਮ ਦਾ ਕੰਮ ਆ। ਧਰਮ ਦੇ ਨਾਂ ਤੇ ਜਿਹੜਾ ਧਰਮ ਦਾ ਸਭ ਤੋਂ ਪਹਿਲਾ ਅਸੂਲ ਆ, ਜਿਹਨੂੰ ਤੁਸੀਂ ਪਹਿਲਾਂ ਡਿਸਕ੍ਰਾਈਬ ਕਰਕੇ ਹਟੇ ਵੀ ਮਨੁੱਖ ਦੇ ਆਲੇ ਦੁਆਲੇ ਮਨੁੱਖ ਦੀ ਬਿਹਤਰੀ ਲਈ ਧਰਮ ਆ, ਉਹੀ ਪਹਿਲਾ ਅਸੂਲ ਤੋੜਿਆ ਜਾ ਰਿਹਾ, ਧਰਮ ਦੇ ਨਾਂ ਤੇ ਤੋੜਿਆ ਜਾ ਰਿਹਾ। ਜਦੋਂ ਇਹ ਕਹਿ ਰਿਹਾ ਵੀ ਤੂੰ ਬੋਲ ਨਹੀਂ ਸਕਦਾ, ਜਾਂ ਤੂੰ ਜੇ ਧਰਮ ਦੀ ਗੱਲ ਕਰਦਾ ਤਾਂ ਤੇਰੇ ਕੰਨਾਂ ਦੇ ਵਿੱਚ ਸਿੱਕਾ ਪਾਵਾਂਗੇ ਮੰਨ ਲਓ ਢਾਲ ਕੇ। ਮਤਲਬ ਅਸੀਂ ਉਹਨੂੰ ਧਰਮ ਮੰਨੀ ਬੈਠੇ ਆ, ਜਿਹੜਾ ਧਰਮ ਦਾ ਪਹਿਲਾ ਹੀ ਜਿਹੜਾ ਬੇਸਿਕ ਅਸੂਲ ਆ, ਜਿਹੜੀ ਗੱਲ ਉਹਨੂੰ ਤੋੜਦੀ ਆ, ਉਹਨੂੰ ਅੱਜ ਦੇ ਸਮੇਂ ਦੇ ਵਿੱਚ ਧਰਮ ਮੰਨਿਆ ਜਾ ਰਿਹਾ। ਅੱਜ ਉੱਥੇ ਖੜੇ ਆ ਅਸੀਂ। ਹਾਂ, ਉਸ ਐਂਗਲ ਤੋਂ ਤਾਂ ਆਪਾਂ ਉਵੇਂ ਹੀ ਦੇਖਦੇ ਆ। ਨਹੀਂ, ਵੈਸੇ ਵੀ ਜਦੋਂ ਤੁਸੀਂ ਕਿਤੇ ਟਾਈਮ ਦਿੰਨੇ ਆ ਨਾ, ਇਦਾਂ ਨਹੀਂ ਹੋਣਾ ਚਾਹੀਦਾ ਵੀ 15 ਮਿੰਟ ਲੇਟ ਹੋਵੋ। ਧਰਮੀ ਬੰਦਿਆਂ ਦਾ ਕੰਮ ਨਹੀਂ ਹੈਗਾ, ਬੰਦਿਆਂ ਦਾ ਕੰਮ ਨਹੀਂ ਹੈਗਾ। ਨਹੀਂ ਠੀਕ ਹੈ। ਨਹੀਂ, ਮਤਲਬ ਬਸ ਜਿਹੜੇ ਕੰਮ ਇਦਾਂ ਦੇ ਹੋਏ ਆ, ਉਹ ਸਾਰੇ ਦੇ ਸਾਰੇ ਸਵਾਰਥ ਨੂੰ ਲੈ ਕੇ ਹੋਏ ਆ, ਨਿਜ ਦੇ ਕਰਕੇ ਹੋਏ ਆ। ਠੀਕ ਆ, ਧਰਮ ਦਾ ਕਿਤੇ ਨਹੀਂ ਹੋਇਆ। ਜਿਹੜੀ ਉਹਨਾਂ ਨੂੰ ਡਿਸਕਸ ਕਰਨ ਦੀ ਗੱਲ ਆ, ਉਹਦੇ ਵਿੱਚ ਜੇਕਰ ਤੁਸੀਂ ਦੇਖਦੇ ਹੋ ਵੱਡਾ ਰੋੜਾ ਇਹੀ ਆ ਬਈ ਉਹਦੇ ਖਿਲਾਫ ਬੋਲਣ ਤੋਂ ਜਿਹੜਾ ਝਿਜਕਣਾ ਆ, ਉਹਦਾ ਕਾਰਨ ਇਹ ਆ ਵੀ ਬੰਦੇ ਨੂੰ ਡਰਾਇਆ ਪਿਆ ਉਹਦੇ ਨਾਂ ਤੇ, ਬਈ ਦੁਕਾਨਾਂ ਬਸ ਡਰਿਆ ਆ ਬੰਦਾ। ਸਾਡੇ ਨਾਲ ਅੰਗਰੇਜ਼ ਸਿੰਘ ਹੋ ਗਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿੱਤੇ ਟਾਈਮ ਤੋਂ ਲੇਟ ਵੀ ਨਹੀਂ ਹੋਣਾ ਚਾਹੀਦਾ, ਪਰ ਜਿਹੜਾ ਟਾਈਮ ਹੋਵੇ ਤੋਂ ਪਹਿਲਾਂ ਵੀ ਨਹੀਂ ਕੋਈ ਕੰਮ ਕਰਨਾ ਚਾਹੀਦਾ। ਟਾਈਮਿੰਗ ਪਤਾ ਨਹੀਂ ਨਾ, ਟਾਈਮ ਦੇਣਾ ਚਾਹੀਦਾ ਬੰਦੇ ਨੂੰ। ਗੱਲ ਤਾਂ ਇਹ ਆ, ਟਾਈਮ ਦੇਣਾ, ਸਹੀ ਟਾਈਮ ਦੇਵੇ, ਟਾਈਮ ਦੇਣਾ ਵੀ ਚਾਹੀਦਾ ਨਾ। ਅਸੀਂ ਤਾਂ ਆਪਣੀ ਜਾਣੀ ਜਿੱਦਾਂ ਫਲੋ ਦੇ ਵਿੱਚ ਸੀਗੇ ਹਨਾ। ਅਸੀਂ, ਮੈਂ ਤੈਨੂੰ ਤਾਂ ਸੀਗਾ ਵੀ ਹੁਣ ਸਾਡੇ ਕੋਲ ਹੈ ਨਹੀਂ ਸੀ ਅਸਲ ਅੱਜ ਕੁਛ ਵੀ ਕਰਨੀ। ਠੀਕ ਹੈ। ਉਹ ਗੋਗੋਆਣੀ ਦੀਆਂ ਇੱਕ ਦੋ ਵੀਡੀਓ ਹੈਗੀਆਂ ਆ ਕਰਕੇ ਪਿੰਡਰਾਂ ਵਾਲਿਆਂ ਦੇ ਸੰਬੰਧ ਵਿੱਚ, ਕਿ ਉਹ ਇਹ ਵਿਸ਼ਾ ਕਾਫੀ ਜਿੱਦਾਂ ਜੇ ਖਲਾਰਾ ਪਾਉਣੇ ਵਾਲਾ ਆ ਵੀ ਜਿਹੜੇ ਵੀ ਬੰਦੇ ਨਾ, ਜਿਹੜੇ ਪ੍ਰਭ ਸ਼ਰਨ ਹੁਣੀ ਆ, ਅਜਮੇਰ ਸਿੰਘ ਹੋਰੀ ਆ, ਡਾਕਟਰ ਸੁਖਦਿਆਲ ਆ ਹਨਾ, ਆਪਣੇ ਇਹ ਟਕਸਾਲੀ ਦਾ, ਚਲੋ ਪੱਪਲਪ੍ਰੀਤ ਹੁਣੀ ਤਾਂ ਹੈਗੇ ਹੀ ਆ, ਤੇ ਇਹ ਗੋਗੋਆਣੀ ਹੁਣੀ, ਜਿਹੜੇ ਵੀ ਬੰਦੇ ਭਿੰਡਰਾਂ ਵਾਲਿਆਂ ਦੀਆਂ ਸਿਫਤਾਂ ਕਰ ਰਹੇ ਆ ਨਾ, ਠੀਕ ਆ। ਈਵਨ ਗੁਰਤੇਜ ਸਿੰਘ ਨੇ ਵੀ ਜਿਹੜੀ ਕੀਤੀ ਆ, IAS ਨੇ ਵੀ ਉਹਨੂੰ ਵੀ ਕਿਤਾਬ ਲਿਖੀ ਨਾ ਭਿੰਡਰਾਂ ਦੇ ਹੱਕ ਵਿੱਚ। ਜਿੰਨੀਆਂ ਕਿਤਾਬਾਂ, ਜੋ ਕੁਛ ਵੀ ਲਿਖਿਆ ਗਿਆ ਆ, ਉਹਨਾਂ ਨੂੰ ਉਹ ਸਾਰੀਆਂ ਨੂੰ ਵਿਚਾਰਨੇ ਜਾਣੀ ਬਹੁਤ ਜ਼ਰੂਰੀ ਆ ਸਾਡੇ ਲਈ। ਵੀ ਜਿਹੜੀਆਂ ਗੱਲਾਂ ਕਹਿੰਦੇ ਆ, ਜਿਹੜੀਆਂ ਸਿਫਤਾਂ ਕਰਦੇ ਆ, ਕੀ ਉਹ ਵਾਕਿਆ ਹੀ ਇਦਾਂ ਸੀ? ਜੇ ਸੀ ਤਾਂ ਉਹਦੇ ਨਾਲ ਫਾਇਦਾ, ਸਮਾਜ ਨੂੰ ਫਾਇਦਾ ਕੀ ਹੋ ਰਿਹਾ ਹੈ? ਜੇ ਕਹਿੰਦੇ ਆ ਵੀ ਉਹਨੇ ਇਦਾਂ ਜੀ ਦੇਖੋ ਜੀ ਧਮਕੀ ਦਿੱਤੀ ਆ, ਤੇ ਅਗਲਿਆਂ ਨੂੰ 6 ਘੰਟੇ ਦੇ ਵਿੱਚ ਬੱਸ ਛੱਡਣੀ ਪਈ ਜਦੋਂ ਕਿਹਾ 5000 ਹਿੰਦੂ ਵੜਦੇ ਨੇ, ਮਤਲਬ ਸਿਫਤ ਕੀਤੀ ਜਾ ਰਹੀ ਹੈ। ਉਹਦਾ ਫਾਇਦਾ ਕੀ ਆ ਸਮਾਜ ਨੂੰ?
ਬੱਸ ਛਡਾਉਣ ਲਈ ਗੁਰੂ ਸਾਹਿਬ ਕਿਤੇ ਨਹੀਂ ਕਹਿੰਦੇ ਵੀ ਅਨੰਦਪੁਰ ਨੂੰ ਘੇਰਾ ਪਾ ਲਿਆ ਤੁਸੀਂ, ਮੇਰੇ ਅਨੰਦਪੁਰ ਤੇ ਕਬਜ਼ਾ ਕਰ ਲਿਆ, ਵੀ 10 ਘੰਟਿਆਂ ਦੇ ਵਿੱਚ ਵੀ ਛੱਡ ਦਿਓ, ਨਹੀਂ ਤਾਂ ਮੈਂ ਏਦਾਂ ਕਰ ਦੂੰ। ਕਿਤੇ ਨਹੀਂ ਕਹਿੰਦੇ, ਉਹ ਛੱਡ ਕੇ ਚੱਲ ਗਏ। ਕਰਤਾਰਪੁਰ ਛੱਡਿਆ, ਖਡੂਰ ਛੱਡਿਆ, ਗੋਇੰਦਵਾਲ ਛੱਡਿਆ, ਅੰਮ੍ਰਿਤਸਰ ਛੱਡਿਆ, ਹਨਾ, ਕਿਤੇ ਵੀ ਉਹਨੂੰ ਉਸ ਚੀਜ਼ ਦਾ ਝਗੜਾ ਨਹੀਂ ਪਿਆ। ਤੇ ਅਸੀਂ ਬੱਸ ਦੀ ਖਾਤਰ ਅਸੀਂ ਕੀ ਕਰ ਲਿਆ? ਉਹਦੇ ਨਾਲ ਖੱਟਿਆ ਕੀ ਆ? ਅਸੀਂ ਸਾਡੇ ਨਾਲ ਸਰੋਤੇ ਆ ਜੀ 0107 ਦੇ ਉੱਤੇ ਸਵਾਗਤ ਹੈ ਜੀ ਤੁਹਾਡਾ। ਹਾਂਜੀ ਗੁਰੂ ਫਤਿਹ ਜੀ। ਤੇ ਮੈਂ ਤਾਂ ਇੰਨੀ ਗੱਲ ਕਰਨੀ ਮੰਗਦਾ ਜੀ, ਜਿੱਦਾਂ ਹੁਣ ਇਹ ਸਰੂਪ ਲੈ ਕੇ ਗਏ 50 ਬੰਦੇ ਇਕੱਠੇ ਹੋ ਕੇ ਆਏ ਜੀ ਆਪਣੇ ਕੋਲ। ਹਾਂਜੀ। ਤੇ ਇਹਨਾਂ ਨੇ ਬੜਾ ਅਰਦਾਸ ਕਰਕੇ ਬੜੇ ਨਿਮਰਤਾ ਨਾਲ ਗੁਰੂ ਮਹਾਰਾਜ ਲੈ ਕੇ ਗਏ ਬਈ, ਕਹਿੰਦੇ ਵੀ ਇਹ ਤਾਂ ਬਹੁਤ ਬਲ ਵੀ ਕਰ ਰਹੇ ਯਾਰ ਅੱਜ ਕੇ, ਠੀਕ ਨੀ। ਤੇ ਜਿੱਦਾਂ ਹੁਣ ਛੱਡਣ ਆਏ ਆ 2 ਬੰਦੇ, ਉਦਾਂ ਇਹਨਾਂ ਦੇ ਹਿਰਦੇ ਨੀ ਬਲੂੰਦ ਰਿਹਾ ਵੀ ਅੱਜ ਬੇਅਦਬੀ ਹੋ ਰਹੀ ਹੈ। ਨਹੀਂ ਜੀ, ਉਹ ਤਾਂ ਤੁਸੀਂ ਨਾ ਜੇ ਤੁਸੀਂ ਦੇਖੋ ਵੀ ਅਰਦਾਸਾਂ ਹੋ ਰਹੀਆਂ ਆ, ਪਛਤਾਵੇ ਦੀਆਂ ਮੀਟਿੰਗਾਂ ਹੋ ਰਹੀਆਂ ਆ, ਪੇਸ਼ੀਆਂ ਹੋ ਰਹੀਆਂ ਆ। ਅੱਜ ਇਹਨਾਂ ਸਟੂਡੈਂਟਾਂ ਦਾ ਇੰਨਾ ਹਮਦਰਦੀ ਹੋ ਗਿਆ, ਜਿੱਦਾਂ ਸਟੂਡੈਂਟ ਲੈ ਕੇ ਉਧਰ ਨਹੀਂ, ਪਰ ਇਹਨਾਂ ਫਿਊਚਰ ਖਰਾਬ ਹੋਊਗਾ, ਉਧਰ ਨਹੀਂ ਸੀ ਪਤਾ ਇਹਨਾਂ ਨੂੰ। ਉਹਨੂੰ ਸਮੁੱਚਤਾ ਕਹਿੰਦੇ ਆ, ਜਿਹੜੀ ਗੱਲ ਤੁਸੀਂ ਕਹਿੰਦੇ ਆ ਨਾ, ਇਹਨੂੰ ਕਹਿੰਦੇ ਆ ਸਾਰੀ ਘਟਨਾ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇਕੱਠੀ ਨੂੰ ਵਿਚਾਰਨਾ। ਵੀ ਜੇ ਮੈਂ ਆਹ ਕਰੂੰਗਾ ਇਹਦਾ ਨੁਕਸਾਨ ਕੀ ਹੋਊਗਾ, ਜੇ ਮੈਂ ਏਦਾਂ ਕਰਨੇ ਨੂੰ ਕਹਿਣਾ ਆ ਮੈਨੂੰ ਇਹਦਾ ਫਾਇਦਾ ਕੀ ਹੋਊਗਾ, ਜੇ ਮੈਂ ਨਹੀਂ ਕਰਦਾ ਫਿਰ ਕੀ ਨੁਕਸਾਨ ਆ, ਜੇ ਮੈਂ ਨਹੀਂ ਕਰਦਾ ਫਿਰ ਵਿਰੋਧੀ ਨੂੰ ਫਾਇਦਾ ਕੀ ਹੋ ਸਕਦਾ ਆ, ਹਨਾ। ਹੁਣ ਜੇ ਮੈਂ ਅੱਜ ਕਰਦਾ ਆ, ਜਦੋਂ ਭਲਕੇ ਨੂੰ ਮੈਂ ਆਪਣਾ ਜਿਹੜਾ ਬਾਹਰ ਨਿਕਲਣ ਦਾ ਰਾਹ ਲੱਭੂਗਾ, ਉਦੋਂ ਜੋ ਮੰਗੂਗਾ ਲੋਕਾਂ ਕੋਲੋਂ, ਫਿਰ ਮੈਨੂੰ ਕੀ ਕਹਿਣਗੇ ਉਹ। ਇਹਨੂੰ ਸਮੁੱਚਤਾ ਕਹਿੰਦੇ ਆ। ਜੇ ਕਿਤੇ ਇਹ ਪੰਜਾਬੀਆਂ ਨੂੰ ਆਉਂਦੀ ਹੁੰਦੀ ਨਾ ਵਿਚਾਰਨੀ ਵੀਰਾ, ਜਿਹੜੀਆਂ ਨਾ ਸਾਨੂੰ ਜਿੱਦਾਂ ਸ਼ਿਕਾਇਤਾਂ ਆਉਣੀਆਂ, ਈਮੇਲਾਂ ਆਉਣੀਆਂ, ਜਿਹੜੀਆਂ ਗੱਲਾਂ 2 ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਆ ਜਿੱਦਾਂ। ਇੱਕ ਤਾਂ ਜਿਹੜੀਆਂ ਅਫਵਾਹਾਂ ਬਾਹਰ ਫੈਲਾਈਆਂ ਜਾ ਰਹੀਆਂ, ਫੇਸਬੁੱਕ ਤੇ ਅਖਬਾਰਾਂ 'ਚ ਖਬਰਾਂ ਲੱਗਦੀਆਂ, ਇੱਕ ਉਹ ਆ। ਦੂਜੀਆਂ ਉਹ ਆ ਜਿਹੜੀਆਂ ਏਦਾਂ ਲਿਖ ਕੇ ਸਾਨੂੰ ਕਹੀਆਂ ਜਾ ਰਹੀਆਂ, ਸਿਸਟਮ ਨੂੰ ਕਹੀਆਂ ਜਾ ਰਹੀਆਂ ਆ। ਜੇ ਉਹ 2 ਗੱਲਾਂ ਕਿਤੇ ਸਾਂਝੀਆਂ ਜਨਤਕ ਹੋ ਜਾਣ ਨਾ, ਏਦਾਂ ਜਾਣੀ ਇੰਨੀ ਭੈੜੀ ਹਾਲਤ ਆ। ਮੈਂ ਕਹਿੰਦਾ ਕਿੱਦਾਂ ਜਸਟੀਫਾਈ ਕਰਦੇ ਹੋਣਗੇ ਜਿਹੜੇ ਆਪਣੇ ਆਪ ਨੂੰ ਪੜ੍ਹੇ ਲਿਖੇ ਵੀ ਕਹਾਉਂਦੇ ਆ, ਹਨਾ, ਵੀ ਏਦਾਂ ਦੀਆਂ ਫਰਿਆਦਾਂ। ਜਿੱਦਾਂ ਇਹਨਾਂ ਨੇ ਸ਼ਿਕਾਇਤ ਲਾਈ ਉਹ ਜਥੇਦਾਰ ਕੋਲ, ਚਲੋ ਆਪਾਂ ਤਾਂ ਮੰਨਦੇ ਨੇ ਉਹਨਾਂ ਨੂੰ ਕੋਈ ਜਸਰ ਕੀ ਹੈ ਜਾਂ ਨਹੀਂ। ਜਿੱਦਾਂ ਹੁਣ ਸ਼ਿਕਾਇਤ ਲਈ ਉਹਨੇ ਚੱਕ ਕੇ ਫਤਵਾ ਜਾਰੀ ਕਰਤਾ ਕਿ ਜਿਹੜੇ ਸੂਬਦੇ ਨੇ ਉਹਨਾਂ ਵਾਸਤੇ ਫਤਵਾ ਜਾਰੀ ਕਰੂਗਾ। ਬਸ ਆਹੀ ਤਾਂ ਗੱਲ ਹੈ। ਜਿੱਦਣ ਏਦਾਂ ਉਹ ਸਾਰੇ ਕੁਛ ਨੂੰ ਇਕੱਠਾ ਲਾ ਪਏ ਨਾ ਦੇਖਣ। ਨਹੀਂ ਕੀਤਾ ਹੁਣ ਇਹਨਾਂ ਨੇ ਸੋਚਿਆ ਪੰਜਾਬ ਬਣਾਉਣ, ਪੰਜਾਬ ਵਾਲੀ ਗੱਲ ਹੈ, ਚੱਕ ਦੇ ਬੱਟੇ ਪੰਜਾਬ ਵਿੱਚ ਕੋਈ ਇਸ ਸਿਸਟਮ ਹੈ ਜਿੱਥੇ ਅਸੀਂ ਆਏ ਹਾਂ, ਇਹਨੂੰ ਸੈੱਟ ਕਰਨਾ ਪੈਣਾ ਆ, ਇਸ ਸਿਸਟਮ ਵਿੱਚ ਸਾਨੂੰ ਰਹਿਣਾ ਪੈਣਾ ਆ। ਜੋ ਸਿਸਟਮ ਹੈਗਾ ਇੱਧਰ, ਕਿਉਂਕਿ ਅਸੀਂ ਕਿਉਂ ਆਏ ਹਾਂ ਇੱਥੇ, ਉਹ ਸਾਨੂੰ ਚੰਗਾ ਲੱਗਾ, ਇਹ ਕੰਟਰੀ ਸਿਸਟਮ ਚੰਗਾ ਲੱਗਾ, ਅਸੀਂ ਬੋਲ ਸਕਦੇ ਹਾਂ, ਸੁਣ ਸਕਦੇ ਹਾਂ, ਠੀਕ ਨਹੀਂ, ਆਪਣੀ ਮਰਜ਼ੀ ਨਹੀਂ ਕਰ ਸਕਦੇ। ਬਸ ਪਤਾ ਤਾਂ ਸਾਰਿਆਂ ਨੂੰ ਹੀ ਆ, ਉਹ ਤਾਂ ਪਤਾ ਤਾਂ ਉਹਨਾਂ ਨੂੰ ਹੈਗਾ। ਮੈਨੂੰ ਲੱਗਦਾ ਇਹਨਾਂ ਟੀਕਾ ਲੱਗਦਾ ਪਿੱਛੋਂ ਵੀ ਤੁਸੀਂ ਇਹ ਕਰ ਦਿਓ, ਕਿਉਂਕਿ ਉਹ ਇੱਥੇ ਆਣ ਕੇ ਰਹਿ ਕੇ ਗਏ ਆ, ਜਿਹਨਾਂ ਪਿੱਛੇ ਲੱਗ ਕੇ ਜੋ ਕਰ ਰਹੇ ਆ, ਉਹਨਾਂ ਨੂੰ ਇੱਥੇ ਪਤਾ ਹੀ ਸਾਡੇ ਕਾਨੂੰਨ ਕੀ ਚੱਲਦਾ ਇੱਥੇ, ਉਹਨਾਂ ਨੂੰ ਪਤਾ ਸੀ ਕਿੱਦਾਂ ਸੈੱਟ ਹੋਏ ਆ ਇੱਥੇ। ਉਹ ਤਾਂ ਸਾਨੂੰ ਕਰਨਾ ਚਾਹੀਦਾ ਭਾਈ, ਸੌਰੀ ਇਹ ਕੰਮ ਅਸੀਂ ਇੱਥੇ ਨਹੀਂ ਕਰ ਸਕਦੇ, ਸੌਰੀ ਸਾਡੇ ਹੱਥ ਤੋਂ ਬਾਹਰ ਆ, ਇੱਥੇ ਪੰਜਾਬ ਨਹੀਂ ਬਣਾ ਸਕਦੇ ਕਿਉਂਕਿ ਅਸੀਂ ਇੱਥੇ ਐਕਸੈਪਟ ਕੀਤੇ ਕੰਟਰੀ ਨੇ। ਬਿਲਕੁਲ, ਸਾਨੂੰ ਕਿਹੜਾ ਬਾਹਰ ਕੋਈ ਕਹਿੰਦਾ ਨਹੀਂ ਏਦਾਂ, ਸਾਨੂੰ ਵੀ ਤਾਂ ਬਾਹਰੋਂ ਕਹਿੰਦੇ ਹੀ ਆ ਵੀ ਏਦਾਂ ਕਰੋ, ਏਦਾਂ ਕਰੋ, ਏਦਾਂ ਕਰੋ। ਹਾਂਜੀ ਅਸੀਂ ਜਵਾਬ ਦੇ ਦੇ ਅਗਲੇ ਨੂੰ, ਨਹੀਂ ਭਾਈ ਸਾਡੇ 'ਚ ਨਹੀਂ ਸਮਰੱਥਾ ਹੈਗੀ, ਅਸੀਂ ਇੰਨੇ ਦਲੇਰ ਥੋੜੀ ਆ। ਬਿਲਕੁਲ ਸਹੀ ਗੱਲ, ਕਿਉਂਕਿ ਅਸੀਂ ਕਾਨੂੰਨ ਨਾਲ ਚੱਲਣਾ, ਕਿਉਂਕਿ ਸਾਨੂੰ ਇਹ ਕੰਟਰੀ ਐਕਸੈਪਟ ਕੀਤਾ, ਅਸੀਂ ਕੰਟਰੀ ਦੇ ਮੁਤਾਬਕ ਚੱਲਣਾ, ਇਹਨੂੰ ਕੰਟਰੀ ਨੂੰ ਵੀ ਗਰੋ ਅਪ ਕਰਨਾ, ਅਸੀਂ ਆਪਣਾ ਸਿਸਟਮ ਗਰੋ ਅਪ ਕਰਨਾ, ਕੰਟਰੀ ਨੂੰ ਗਰੋ, ਇਹਦੀ ਵੀ ਹੈਲਪ ਕਰਨੀ ਸੀ ਕੰਟਰੀ। ਨਾਲੇ ਉਦਾਂ ਵੀ ਜਦੋਂ ਜੇ ਆਪਾਂ ਕੰਟਰੀ ਤੱਕ ਥੱਲੇ ਵੀ ਦੇਖੀਏ, ਹੁਣ ਜਦੋਂ ਇਹ ਬੰਦੇ ਇਹ ਕਹਿੰਦੇ ਆ ਵੀ ਦੇਖੋ ਜੀ ਅਸੀਂ ਤਾਂ ਉਹ ਸੁਣੀ ਨਾ ਰਣਜੀਤ ਸਿੰਘ ਦੀ ਜਥੇਦਾਰ ਦੀ ਵੀ ਸੁਣੀ ਆ, ਪਈ ਜੀ ਵਧੀਆ ਕੀਤਾ ਵੀ ਉਹਦੀਆਂ ਲੱਤਾਂ ਤੋੜ ਦਿੱਤੀਆਂ। ਹੁਣ ਇਹ ਕਹਿੰਦੇ ਵੀ ਅਸੀਂ ਤਾਂ ਜਿਹੜਾ ਬੰਦਾ ਏਦਾਂ ਕੁਛ ਕਰਦਾ ਨਾ, ਖਰਾਬੀ ਕਰਦਾ, ਵੀ ਮੱਸਾ ਰੰਗੜਿਆ, ਵੀ ਜਾ ਕੇ ਉਹਦਾ ਉੱਥੇ ਅੰਦਰ ਜਾ ਕੇ ਉਹਦਾ ਸਿਰ ਵੱਢ ਕੇ ਲਿਆਏ ਸੀ, ਇੰਦਰਾ ਗਾਂਧੀ ਨੂੰ ਉਹਦੇ ਘਰ ਜਾ ਕੇ ਗੋਲੀਆਂ ਮਾਰੀਆਂ, ਅਸੀਂ ਉਹ ਆ, ਮਤਲਬ ਠੀਕ ਆ। ਫਿਰ ਤੁਸੀਂ ਇੰਨੇ ਹਿੰਮਤੀ ਆ, ਇੰਨੇ ਦਲੇਰ, ਫਿਰ ਦਰਵਾਜ਼ਾ ਭੰਨ ਕੇ ਝੂਠ ਕਾਹਦੇ ਬੋਲੀ ਜਾਂਦੇ ਆ? ਫਿਰ ਜਾਣੀ $200 ਦਾ ਦਰਵਾਜ਼ਾ ਭੰਨ ਕੇ, ਮੈਂ ਕਹਿੰਦਾ ਲਾਹਣ ਤੇ ਆ ਯਾਰ ਤੁਹਾਡੇ ਕਕਾਰਾਂ ਦੇ, ਤੁਸੀਂ ਜਿਹੜੀਆਂ ਅੱਡੇ ਪੱਗੜ ਬੰਨੀ ਫਿਰਦੇ, ਮਾਲਾ ਪਾਈ ਫਿਰਦੇ ਆ, ਤੁਸੀਂ ਕਾਹਦੇ ਗੁਰੂ ਦੇ ਸਿੱਖ ਆ? ਲਾ ਦਿਓ ਤਾਂ ਇਹਨਾਂ ਨੂੰ ਕਕਾਰਾਂ ਨੂੰ, ਜੇ ਇੰਨੀ ਭੜਕ ਨਹੀਂ ਮਾਰ ਸਕਦੇ ਤੁਸੀਂ, ਕਹੋ ਤਾਂ ਵੀ ਤੋੜਿਆ ਸੀ, ਮੈਂ ਤੋੜਿਆ। ਨਹੀਂ
ਜਾਂ ਤੁਸੀਂ ਇਹਨਾਂ ਨੂੰ ਭੇਜਿਆ ਕਹਿੰਦੇ ਤੇ ਫਿਰ ਗੁੱਸਾ ਕਰਦੇ ਭੇਜਾ ਵਾਲਾ ਕੰਮ, ਇਹ ਭੇਜਾ ਇਕੱਠੇ ਹੋ ਕੇ ਆ ਗਈਆਂ ਉੱਧਰ। ਇਹਨਾਂ ਨੇ ਇਹ ਸੋਚਿਆ ਨਹੀਂ ਪਹਿਲਾਂ ਗੱਲ ਕਰੀਏ, ਹਰਮੇਸ਼ ਨੂੰ ਇਕੱਠੇ ਹੋ ਕੇ ਪਹਿਲਾਂ ਮੀਟਿੰਗ ਕਰਕੇ ਗੱਲ ਕਰੀਏ, ਜੇ ਨਹੀਂ ਮੰਨਦਾ ਫਿਰ ਆਪਾਂ ਕੋਈ ਅਗਲਾ ਸਟੈਪ ਚੱਕਾਂਗੇ। ਨਹੀਂ ਨਾਲੇ ਗੱਲ ਵੀ ਮੀਟਿੰਗ ਵੀ ਕਿਉਂ ਮੈਂ ਕਰਾਂ ਇਹਨਾਂ ਦੇ ਨਾਲ, ਮੈਂ ਰੇਡੀਓ ਤੇ ਗੱਲ ਕਹੀ, ਰੇਡੀਓ ਤੇ ਗੱਲ ਕਰ ਲੈਣ, ਉਹ ਜਵਾਬ ਦੇਣ, ਕਾਹਤੇ ਮੈਂ ਮੀਟਿੰਗ ਕਰਾਂ ਇਹਨਾਂ ਨਾਲ। ਹਾਂ ਤੁਸੀਂ ਆਪਸ਼ਨ ਵੀ ਦੇ ਰਹੇ ਲੈਣਾ ਖੁੱਲੀਆਂ ਗੱਲ ਕਰੋ ਆਣ ਕੇ, ਬਸ ਫਿਰ ਹਰੇਕ ਬੰਦਾ ਸ਼ਰਮ ਆਉਂਦੀ ਯਾਰ ਇਦਾਂ, ਜਦੋਂ ਹਰੇਕ ਬੰਦੇ ਨੂੰ ਕਹਿੰਦਾ ਵੀ ਤੂੰ ਸਾਲਾ ਲੱਗਦਾ, ਤੂੰ ਸਾਲਾ ਲੱਗਦਾ, ਤੂੰ ਇਦਾਂ ਮਤਲਬ ਆਪਣੇ ਆਪ ਨੂੰ ਘਟਾ ਨਹੀਂ ਹੁੰਦਾ, ਕਦੇ ਕਹੀ ਜਾਈਏ ਅਸੀਂ, ਚੰਗਾ ਲੱਗਦਾ ਇਦਾਂ ਕਹਿੰਦਾ। ਨਹੀਂ ਦੇਖ ਚਲੋ ਇਹਨਾਂ ਜਿੱਥੇ ਕਿ ਜ਼ੋਰ ਉਹਨਾਂ ਨੇ ਲਾ ਲਿਆ, ਹੁਣ ਇਹ ਆਪਣੇ ਆਪ ਕੁਦਰਤ ਨੂੰ ਆਪਣੇ ਆਪ ਗਿਰ ਰਹੇ, ਹੁਣ ਆਪਣੇ ਆਪ ਗਿਰ ਰਹੇ। ਮੈਂ ਰਹੀ ਕਹੂੰਗਾ ਇਹਨਾਂ ਨੂੰ, ਮੇਰਾ ਲੋ ਸਟੂਡੈਂਟ ਮੇਰਾ ਲੋ ਬੇਨਤੀ ਆ ਵੀ ਵੀਰੋ ਪਲੀਜ਼ ਆਪਣਾ ਲਾਈਫ ਫਿਊਚਰ ਬਣਾ ਕੇ ਚਲੋ, ਇਹਨਾਂ ਮਗਰ ਲਾ ਕੇ ਆਪਣਾ ਫਿਊਚਰ ਨਾ ਖਰਾਬ ਕਰੋ। ਜੇ ਕਿਸੇ ਵਰਕਮੈਨ ਮਿਲਦਾ ਲਵੋ, ਜੇ ਪੀਆਰ ਮਿਲਦੀ ਲਵੋ, ਇਹਨਾਂ ਸਿਰ ਤੇ ਲਵੋ ਪਲੀਜ਼, ਆਪਣਾ ਫਿਊਚਰ ਨਾ ਖਰਾਬ ਕਰੋ। ਮੇਰੀ ਬੇਨਤੀ ਇਹੀ ਹੈ ਨਾ ਸਾਰਿਆਂ ਨੂੰ। ਬਿਲਕੁਲ ਜੀ ਬਿਲਕੁਲ, ਇੰਨਾ ਵੀ ਨਹੀਂ ਮੈਂ ਕਹਿੰਦਾ, ਇੰਨਾ ਵੀ ਨਹੀਂ ਸਾਡਾ ਕਹਿਣਾ ਚਾਹੀਦਾ ਬਣਦਾ, ਠੀਕ ਹੈ ਕਿ ਨਹੀਂ, ਕਿਉਂਕਿ ਨਿਯਮ ਨਹੀਂ ਹੈਗਾ, ਕੁਦਰਤ ਦਾ ਨਿਯਮ ਥੋੜੀ ਇਦਾਂ ਆ। ਕੁਦਰਤ ਕਦੇ ਮੌਕਾ ਦਿੰਦੀ ਆ ਇਦਾਂ? ਨਹੀਂ ਨਾ। ਹੁਣ ਜੇ ਮਤਲਬ ਆ ਗਿਆ, ਤੁਸੀਂ ਰੋਟੀ ਬਣਾਉਣੀ ਆ ਨਾ, ਤਵਾ ਗਰਮ ਆ, ਤਵੇ ਤੇ ਹੱਥ ਰੱਖ ਦਿਓ, ਹਨਾ, ਤੇ ਇਦਾਂ ਕੁਦਰਤ ਮੌਕਾ ਦਿੰਦੀ ਆ ਵੀ ਦੇਖ ਤੂੰ ਹੱਥ ਰੱਖ ਦਿੱਤਾ ਨਾ, ਹੁਣ ਇਹਨੂੰ ਚੱਕ ਲਾ, ਨਹੀਂ ਤਾਂ ਸੜ ਜਾਣਾ ਹੈ, ਫੇਰ ਨਾ ਕਹੀਂ ਗਰਮ ਤਵੇ ਤੇ ਨਹੀਂ ਰੱਖੀਦਾ ਹੱਥ, ਨਹੀਂ ਨਾ, ਨਹੀਂ ਸੜ ਜਾਣਾ ਹੱਥ। ਬਸ ਸਾਰੀ ਰਾਤ ਚਿਲੂ ਹੋਣੀ ਆ, ਹਨਾ, ਡਾਕਟਰ ਦੇ ਜਾਣਾ ਪੈਣਾ, ਜ਼ਿਆਦਾ ਹੋਇਆ ਸੜ ਜਾਣੀ ਸਕਿਨ, ਹਨਾ, ਫਿਰ ਉਹ ਕਿੰਨੇ 6 ਮਹੀਨੇ ਲੱਗਣੇ ਠੀਕ ਹੋਣ ਨੂੰ, ਫਿਰ ਲੈਸਨ ਮਿਲਣਾ, ਫਿਰ ਸਾਰੀ ਜ਼ਿੰਦਗੀ ਪਤਾ ਲੱਗ ਜਾਣਾ ਤੱਤਾ ਤਵਾ ਕੀ ਹੁੰਦਾ। ਮੈਂ ਦੱਸ ਦਿੰਦਾ ਬਈ, ਉਹ ਨਾ ਵੀਰ ਛੋਟਾ ਜਿਹਾ ਸੀਗਾ ਇਦਾਂ, ਵੀ ਉਹ ਡੈਕ ਤੇ ਬਾਹਰ ਇਦਾਂ, ਹਾਂਜੀ, ਵੀ ਉਹ ਡੈਕ ਹੁਣ ਜਿੱਦਾਂ ਜਿਹੜਾ ਫਲੋਰ ਆ ਉਹ ਹੋਏਗਾ ਸਲੋਪ ਦੇ ਉੱਤੇ, ਕੰਕਰੀਟ ਦਾ ਫਲੋਰ, ਉਹਦੇ ਨਾਲ ਡੈਕ ਬਣਿਆ ਡੈਕ ਲੈਵਲ ਤੇ ਆ। ਰਾਈਟ। ਹੁਣ ਇੱਕ ਥਾਂ ਤੋਂ ਸ਼ੁਰੂ ਹੁੰਦਾ ਜਿੱਥੋਂ, ਉੱਥੋਂ ਤਾਂ 3 ਇੰਚ ਦਾ ਫਰਕ ਆ, ਤੇ ਅਖੀਰ ਤੇ ਪਰਲੇ ਪਾਸੇ ਜਾਂਦਾ 1.5 ਫੁੱਟ ਦਾ ਫਰਕ ਆ, ਉੱਥੇ 2 ਪੌੜੀਆਂ ਆ। ਓਕੇ। ਹੁਣ ਜਦੋਂ ਅੰਦਰੋਂ ਫੈਮਿਲੀ ਚੋਂ ਨਿਕਲਦੇ ਆ ਤੇ ਜਿਹੜਾ ਜ਼ਿਆਦਾ ਫਰਕ ਆ ਉੱਥੇ ਆ, ਉਹ ਡੈਕ ਤੇ ਤੁਰੇ ਆਉਂਦੇ ਸੀ। ਹੁਣ ਜਦੋਂ ਸੀਗਾ ਜੇ ਤੁਰਨੇ ਹੀ ਲੱਗਾ ਸੀ ਇਹ, ਤੇ ਮੈਨੂੰ ਸੀਗਾ ਵੀ ਇੱਥੇ ਥੋੜਾ ਫਰਕ ਆ, ਹੁਣ ਮੈਂ ਇੱਥੋਂ ਏਦਾਂ ਉਂਗਲੀ ਫੜ ਕੇ ਇਹਨੂੰ ਤਾਰਨਾ ਚਾਹਿਆ, ਠੀਕ ਹੈ, ਉਹ ਜਿੱਦਾਂ ਤੁਰਿਆ ਸੀ ਹੁਣ ਉਦਾਂ ਹੀ ਪੈਰ ਰੱਖਿਆ। ਹੁਣ ਜਦੋਂ 3-4 ਇੰਚ ਨੀਵੀਂ ਥਾਂ ਪੈਰ ਰੱਖ ਹੋਇਆ, ਤੁਸੀਂ ਆਪ ਵੀ ਕਦੇ ਦੇਖ ਲਿਓ, ਬੇਧਿਆਨ ਨਾਲ ਰੱਖ ਹੁੰਦਾ ਝਟਕਾ ਲੱਗਦਾ, ਹਨਾ, ਤੇ ਉਹ ਡਿੱਗਦਾ ਏਦਾਂ ਬਚਿਆ, ਚਲੋ ਰੋਇਆ। ਮੁੜ ਕੇ ਕੀ ਹੋਇਆ, ਕਈ ਦਿਨ ਸਾਨੂੰ ਲੱਗ ਗਏ, ਜਦੋਂ ਨਾ ਉਹ ਕਾਰਪਟ ਤੋਂ ਵਾਈਨਲ ਤੇ ਜਾਂਦਾ ਸੀ, ਵਾਈਨਲ ਤੋਂ ਜਾਂ ਟਾਈਲਾਂ ਤੇ ਹੀ ਜਾਂਦਾ ਸੀ, ਜਿੱਥੇ ਰੰਗ ਬਦਲਦਾ ਸੀ ਉੱਥੇ ਖੜ ਜਾਂਦਾ ਸੀ, ਉਸੇ ਡਰ ਚ ਵੀ ਇੱਥੇ ਮੈਨੂੰ ਝਟਕਾ ਲੱਗਣਾ, ਲੈਸਨ ਮਿਲ ਗਿਆ, ਏਦਾਂ ਮਿਲਦਾ ਲੈਸਨ। ਤੇ ਉਹ ਜ਼ਰੂਰੀ ਆ, ਜਦੋਂ ਤੁਸੀਂ ਇਦਾਂ ਅਗਲੇ ਨੂੰ ਕਹਿਣ ਲੱਗ ਪੈਂਦੇ ਨਾ ਇਦਾਂ, ਜਿਹੜਾ ਸਾਡੇ ਅੰਦਰ ਧਰਮ ਜਾਗ ਪੈਂਦਾ, ਪ੍ਰਭਦੀਪ ਦੇ ਵੀ ਜਾਗਿਆ ਨਾ, ਉਹਦੀ ਪੋਸਟ ਪੜਿਓ ਕੈਨੇਡਾ ਵਾਲਿਆਂ ਲਈ, ਸਟੂਡੈਂਟਾਂ ਨੇ ਉਹਨੂੰ ਪਿੱਛੇ ਜੇ ਪਾਈ ਹੋਈ ਸੀ, ਖਾਲਸਾ ਨਿਊਜ਼ ਵਾਲੇ ਨੇ ਸ਼ੇਅਰ ਕੀਤੀ ਸੀ, ਵੀ ਇਦਾਂ ਵੀ ਠੀਕ ਹੈ ਉਹਨਾਂ ਦੀ ਗਲਤੀ ਆ, ਵੀ ਆਪਾਂ ਵੀ ਸਾਰੇ ਕਰਦੇ ਹਾਂ, ਵੀ ਇਹਨਾਂ ਨੂੰ ਗਲੇ ਲਾਓ, ਇਦਾਂ ਕਰੋ, ਤੇ ਸਟੂਡੈਂਟ ਹੋ ਇਦਾਂ, ਮਤਲਬ ਇਹ ਸਾਨੂੰ ਜਿਹੜਾ ਦਿਖਾਵੇ ਵਾਲਾ ਧਰਮ ਆ ਨਾ, ਬਿਲਕੁਲ ਨਹੀਂ ਚਾਹੀਦਾ। ਹਰੇਕ ਬੰਦੇ ਨੂੰ ਪੂਰੀ ਖੁੱਲਿਆ, ਇਹਨੂੰ ਹੀ ਤਾਂ ਖੁਦ ਮੁਖਤਿਆਰੀ ਕਹਿੰਦੇ ਆ। ਜੇ ਆਪਣੇ ਫੈਸਲੇ ਜਿਹੜੇ ਆ ਉਹਦੀ ਜ਼ਿੰਮੇਵਾਰੀ ਨਹੀਂ ਲੈਣੀ ਅਸੀਂ, ਜੇ ਸਿੱਟੇ ਭੁਗਤਣ ਲਈ ਤਿਆਰ ਨਹੀਂ ਹੋਣਾ ਅਸੀਂ, ਤੇ ਪੈਰਾਂ ਤੇ ਖੜੇ ਕਿੱਦਾਂ ਹੋਵਾਂਗੇ, ਆਗੂ ਕਿੱਦਾਂ ਬਣ ਸਕਾਂਗੇ। ਠੀਕ ਹੈ, ਉਹ ਬਣਨ ਲਈ ਜ਼ਰੂਰੀ ਆ ਤੁਹਾਡਾ ਵੀ ਤੁਸੀਂ ਜਦੋਂ ਕੁਝ ਵਾਪਰਦਾ ਆ ਨਾ, ਮੂਹਰੇ ਮੌਕਾ ਆਉਂਦਾ ਆ, ਜਿਹੜੇ ਤੁਹਾਡੇ ਆਲੇ ਦੁਆਲੇ ਸਾਧਨ ਹੈਗੇ ਆ ਉਹਨਾਂ ਦੇ ਆਧਾਰ ਤੋਂ ਤੁਸੀਂ ਫੈਸਲਾ ਲੈ ਲੈਂਦੇ ਆ, ਤੇ ਉਹਦਾ ਪਛਤਾਵਾ ਨਹੀਂ ਕਰਨਾ ਫਿਰ। ਠੀਕ ਹੈ, ਫੈਸਲਾ ਲੈ ਲਿਆ ਤੁਸੀਂ, ਜੋ ਉਹਦੇ ਸਿੱਟੇ ਨਿਕਲਦੇ ਆ ਉਹਦੀ ਜ਼ਿੰਮੇਵਾਰੀ ਚੱਕੋ, ਲੈਣੀ ਪੈਣੀ ਆ। ਠੀਕ ਹੈ, ਠੀਕ ਹੋਊਗੀ ਤੇ ਕ੍ਰੈਡਿਟ ਮਿਲੂਗਾ ਤੁਹਾਨੂੰ, ਠੀਕ ਹੈ, ਨਹੀਂ ਹੋਊਗੀ ਤਾਂ ਤੁਸੀਂ ਕਹੋ ਵੀ ਭਾਈ ਮੇਰੇ ਕਰਕੇ ਹੋਇਆ। ਹਾਂ, ਉਹ ਵੀ ਉਹਦੇ ਵਿੱਚ ਪਛਤਾਵਾ ਕੋਈ ਨਹੀਂ ਤੁਹਾਨੂੰ, ਇਦਾਂ ਨਹੀਂ ਕਰਨਾ ਚਾਹੀਦਾ। ਜਿਹੜਾ ਅਸੀਂ ਜਦੋਂ ਇਦਾਂ ਨਾ ਹੋ ਜਾਨੇ ਵੀ ਯਾਰ ਐਤਕੀ ਫੇਰ ਮੇਰੇ ਕੋਲੋਂ ਇਦਾਂ ਹੋ ਗਿਆ, ਮੇਰਾ ਪਤਾ ਨਹੀਂ ਕਿੱਦਾਂ ਯਾਰ, ਇਦਾਂ ਨਹੀਂ, ਇਸ ਹਾਲਤ ਵਿੱਚ ਨਹੀਂ ਜਾਣਾ ਚਾਹੀਦਾ। ਬਸ ਹੋ ਗਿਆ, ਠੀਕ ਹੈ, ਐਕਸੀਡੈਂਟ ਵੀ ਹੋ ਗਿਆ ਤੁਹਾਡੇ ਤੋਂ, ਠੀਕ ਹੈ, ਜ਼ਿੰਦਗੀ ਜਾਨੀ ਇਹੀ ਤਾਂ ਸਵਾਦ ਹੈ ਜ਼ਿੰਦਗੀ ਦਾ, ਇਹਨੂੰ ਤਾਂ ਭਾਣਾ ਕਹਿੰਦੇ ਆ। ਠੀਕ ਹੈ, ਬਸ ਜੋ ਤੁਸੀਂ ਫੈਸਲਾ ਲਿਆ ਆ, ਉਹਦੇ ਜਿਹੜੇ ਸਿੱਟੇ ਨਿਕਲੇ ਆ ਉਹਨੂੰ ਭੁਗਤਣ ਲਈ ਤਿਆਰ ਹੋ ਜਾਓ। ਕੋਈ ਗੱਲ ਨਹੀਂ, ਐਕਸੀਡੈਂਟ ਹੋ ਗਿਆ, ਗੱਡੀ ਟੁੱਟ ਗਈ ਆ, ਠੀਕ ਹੈ, ਤਾਂ ਕੀ ਹੋ ਗਿਆ, 4 ਦਿਨ ਤੁਸੀਂ ਕੰਮ ਤੋਂ ਆਫ ਰਹਿ ਗਏ ਆ, ਮੰਨ ਲਓ ਕੰਮ ਵੀ ਛੁੱਟ ਗਿਆ, ਤਾਂ ਕੀ ਹੋ ਗਿਆ। ਜਦੋਂ ਗੁਰੂ ਸਾਹਿਬ ਨੇ ਅਨੰਦਪੁਰ ਛੱਡਿਆ, ਕੀ ਜਾਨੀ ਹੁਣ ਉਹਦੇ ਬਰਾਬਰ ਸਾਡਾ ਥੋੜੀ ਨੁਕਸਾਨ ਹੋ ਸਕਦਾ ਕਦੇ,
ਜ਼ਿੰਦਗੀ ਜੀਣ ਦਾ ਸਵਾਦ ਉਦੋਂ ਆਉਣ ਲੱਗਣਾ ਆ। ਠੀਕ, ਅਸੀਂ ਹਰੇਕ ਜਗ੍ਹਾ ਵਿਚਾਰਗੀ ਜਾਈਏ ਏਦਾਂ ਜਿੱਦਾਂ ਹੋਸ਼ੇ ਤਾਂ ਨਹੀਂ ਕਹਿ ਸਕਦੇ, ਏਦਾਂ ਵੀ ਚੂਚੇ ਜਿਹਾ ਬਣ ਕੇ ਅਗਲੇ ਦੇ ਮੂਹਰੇ ਏਦਾਂ ਹਨਾ ਵੀ ਹਰੇਕ ਜਗ੍ਹਾ ਹਮਦਰਦੀ ਲੈਣੀ ਨੂੰ ਹਨਾ, ਵੀ ਤਰਸ ਦੇ ਪਾਤਰ ਬਣਨ ਦੇ ਲਈ ਤਰਲੇ ਜਾਏ ਕਰਦੇ, ਨੀਵੇਂ ਗਿਰ ਕੇ ਅਗਲੇ ਦੇ ਮੂਹਰੇ ਵੀ ਕਿਸ ਤਰ੍ਹਾਂ ਅਗਲਾ ਦਇਆ ਕਰ ਦੇਵੇ ਸਾਡੇ ਉੱਤੇ, ਸਾਨੂੰ ਇਨੋਸੈਂਟ ਸਮਝ ਲਵੇ ਜਾਣੀ। ਉਹ ਚੀਜ਼ ਬਹੁਤ ਭੈੜੀ ਆ ਤੁਹਾਡੇ ਲਈ ਵੀ, ਤੁਹਾਡੇ ਆਲੇ ਦੁਆਲੇ ਦੇ ਲਈ। ਤੁਸੀਂ ਇਹ ਨਹੀਂ ਉਸ ਵੇਲੇ ਕਿਤੇ ਨਾ, ਜਦੋਂ ਤੁਹਾਡੇ ਨਾਲ ਕੰਮ ਕਰਨੇ ਵਾਲਾ ਬੰਦਾ ਕੋਈ ਇਦਾਂ ਕਰਦਾ ਆ, ਉਦੋਂ ਸੋਚ ਕੇ ਦੇਖਿਓ ਕਿੱਦਾਂ ਅੰਦਰ ਘੁੱਟਣ ਜਿਹੀ ਮਹਿਸੂਸ ਹੁੰਦੀ ਵੀ ਇਹਦੇ ਨਾਲ ਕਿੱਦਾਂ ਜੀਆਂ ਮੈਂ, ਕਿੱਦਾਂ ਤੁਰਾਂ ਮੈਂ ਇਹਦੇ ਨਾਲ, ਕਿੱਦਾਂ ਇਕੱਠੇ ਚੱਲ ਸਕਦੇ ਅਸੀਂ। ਹੁਣ ਜਦੋਂ ਤੁਸੀਂ ਕਰਦੇ ਆ ਉਦੋਂ ਬਾਕੀਆਂ ਨੂੰ ਵੀ ਇਦਾਂ ਹੀ ਹੁੰਦੀ ਵੀ ਹਰ ਵੇਲੇ ਰੋਈ ਜਾਂਦਾ ਯਾਰ ਇਹ। ਜਦੋਂ ਇਹਦੀ ਜਿਹੜਾ ਤਾਂ ਹੀ ਕਹਿੰਦੇ ਨੇ ਜਦੋਂ ਕੋਈ ਘਟਨਾ ਵਾਪਰਦੀ ਆ ਉਹਨੂੰ ਦੇਖ ਕੇ ਜਿਹੜਾ ਸੁਨੇਹਾ ਦੇਣਾ ਆ ਉਹ ਸਾਰਿਆਂ ਦੇ ਬਸ ਦੀ ਗੱਲ ਨਹੀਂ ਹੈਗੀ। ਬਿਲਕੁਲ ਬਿਲਕੁਲ। ਜਿੰਨੇ ਤੁਸੀਂ ਡਾਮਾ ਡੋਲ ਆ ਜਦੋਂ ਘਟਨਾ ਵਾਪਰੀ ਆ ਜਾਣੀ, ਠੀਕ ਹੈ। ਹੁਣ ਤੁਸੀਂ ਦੋ ਬੰਦੇ ਲੜਦੇ ਦੇਖ ਲਏ ਇਦਾਂ ਹਨਾ, ਤੁਸੀਂ ਅੰਦਰ ਬੈਠੇ ਆ, ਤੁਸੀਂ ਬਾਹਰੋਂ 4 ਬੰਦੇ ਆਉਂਦੇ ਦੇਖ ਲਏ, ਜਿੰਨੇ ਤੁਸੀਂ ਡਾਮਾ ਡੋਲ ਆ ਹਨਾ, ਉਨਾ ਹੀ ਉਦਾਂ ਦਾ ਤੁਸੀਂ ਸੁਨੇਹਾ ਦੇਣਾ ਜਾ ਕੇ। ਹੁਣ ਕਿਸੇ ਨੇ ਪੋਸਟ ਵੀ ਪਾਈ ਆ, ਕੋਈ ਗੱਲ ਵੀ ਕਹੀ ਆ ਹਨਾ, ਉਹਦੇ ਬਾਰੇ ਤੁਸੀਂ ਕਿਸੇ ਨੂੰ ਦੱਸਣ ਲੱਗੇ ਆ। ਇਸ ਕਰਕੇ ਉਹ ਜਿਹੜਾ ਅਸੀਂ ਜਦੋਂ ਇੱਥੇ ਫੇਸਬੁੱਕ ਤੇ ਜਾਂ WhatsApp ਤੇ ਗਰੁੱਪ ਵੀ ਹੁੰਦੇ ਆ, ਜਾਂ ਕਿਤੇ ਜਾ ਕੇ ਬੰਦਾ ਉਹਦਾ ਸ਼ੇਅਰ ਕਰਦਾ, ਏਦਾਂ ਕਿਸ ਦੀ ਪੋਸਟ ਚੱਕ ਕੇ ਪਾਉਂਦਾ ਆ ਹਨਾ, ਉਹਦੇ ਪੋਸਟ ਪਾਉਣ ਤੋਂ ਪਤਾ ਲੱਗ ਜਾਂਦਾ ਆ ਵੀ ਆਪ ਕਿੱਥੇ ਖੜਾ ਆ, ਆਪ ਕਿੱਥੇ ਖੜਾ। ਬਿਲਕੁਲ। ਜਿੰਨੇ ਵੱਡੇ ਲੀਡਰ ਵੀ ਆ, ਜਦੋਂ ਵੀ ਕੋਈ ਦੁਰਘਟਨਾ ਹੁੰਦੀ ਆ, ਉਹਨਾਂ ਦੀ ਸਟੇਟਮੈਂਟ ਦੇਖਿਓ ਕਦੇ ਵੀ ਕਿੰਨੀ ਬੈਲੈਂਸਡ ਹੁੰਦੀ ਆ। ਜਿਹੜੇ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਲੀਡਰ ਆ, ਕਦੇ ਵੀ ਨਾ ਲਾਰੂ ਹੋਊਗੇ ਇਸ ਪਾਸਿਓਂ ਵੀ ਅਸੀਂ ਤਕਲੀਫ ਦੇ ਵਿੱਚ ਆ, ਨਾ ਇਹ ਵੀ ਲੋਕੀ ਕਦੇ ਗੁੱਸਾ ਖਾ ਜਾਣ। ਬਿਲਕੁਲ ਬੈਲੈਂਸ ਰਹਿ ਕੇ ਉਹਨਾਂ ਨੇ ਆਪਣੀ ਗੱਲ ਕਹਿਣੀ ਆ। ਕੋਈ ਆ ਜਾਂਦੇ ਆ ਕੰਟਰੀਆਂ ਦੇ ਵਿੱਚ ਤਾਂ ਮਿਲੀਅਨ ਬਿਲੀਅਨ ਦਾ ਨੁਕਸਾਨ ਹੋ ਜਾਂਦਾ। ਕਈ ਕੰਟਰੀਆਂ ਦੇ ਕੋਲ ਇਕਨੋਮੀ ਨਹੀਂ ਹੁੰਦੀ ਜਿੰਨਾ, ਉਹਦੇ ਬਾਵਜੂਦ ਵੀ ਜਾਣੀ ਉਹਨਾਂ ਨੂੰ ਪਤਾ ਹੁੰਦਾ ਵੀ ਸਾਨੂੰ ਮਦਦ ਦੀ ਵੀ ਲੋੜ ਆ, ਸਾਰਾ ਕੁਝ ਆ। ਠੀਕ ਹੈ, ਪਰ ਉਹ ਬੜਾ ਤੁਹਾਨੂੰ ਸਮਝ ਵੀ ਆ ਜਦੋਂ 84 ਵੀ ਦੇਖਦੇ ਨਾ ਅਸੀਂ, ਫਿਰ ਉਹ 84 ਤੋਂ ਬਾਅਦ ਜਦੋਂ ਕਿਉਰਿੰਗ ਦੀ ਗੱਲ ਆਈ ਆ ਹਨਾ, ਵੀ ਕੀ ਕਰ ਸਕਦੇ ਸੀ ਉਹ ਹਨਾ, ਹੀਲਿੰਗ ਕਰਨ ਲੱਗੇ ਆ, ਉਦੋਂ ਤੁਸੀਂ ਦੇਖੋ ਵੀ ਉਹ ਫੇਰ ਸਮਝ ਆਉਂਦੀ ਆ ਵੀ ਕਿਉਂ ਸਟੇਟ ਇਦਾਂ ਦੀਆਂ ਨੀਤੀਆਂ ਅਪਣਾਉਂਦੀ ਆ। ਠੀਕ ਹੈ, ਤੇ ਹੁਣ ਜਦੋਂ ਪਹਿਲਾਂ ਵੀ ਆ, ਪਹਿਲਾਂ ਜਦੋਂ ਸਾਡੇ ਆਗੂ ਵੱਡੀਆਂ ਸਟੇਟਮੈਂਟਾਂ ਦੇ ਰਹੇ ਆ ਹਨਾ, ਉਦੋਂ ਸਿਸਟਮ ਜਿਹੜੀ ਮਿਸ਼ਨਰੀ ਆ ਸਰਕਾਰੀ ਹਨਾ, ਚਾਹੇ ਉਹ ਰਾਸ਼ਟਰਪਤੀ ਰਾਜ ਸੀਗਾ, ਚਾਹੇ ਪੰਜਾਬ ਦੇ ਵਿੱਚ ਦਰਬਾਰਾ ਸਿੰਘ ਦਾ ਰਾਜ ਸੀਗਾ ਹਨਾ, ਚਾਹੇ ਕਾਂਗਰਸ ਕੇਂਦਰ ਦੀ ਸਰਕਾਰ ਆ, ਉਹ ਕਿਤੇ ਵੀ ਇਦਾਂ ਦੀ ਵੱਡੀ ਸਟੇਟਮੈਂਟ ਨਹੀਂ ਦੇ ਰਹੀ ਏਦਾਂ ਵੀ ਅਸੀਂ ਦਰੜ ਦੇਣੇ, ਅਸੀਂ ਇਹ ਕਰ ਦੇਣ। ਤਾਂ ਹੀ ਸਾਨੂੰ ਦੁੱਖ ਹੋ ਰਿਹਾ ਆ ਵੀ ਇੰਨਾ ਚਿਰ ਚੁੱਪ ਕਾਤੇ ਰਹੀ ਸਰਕਾਰ, ਇੱਕਦਮ ਫਿਰ ਲਿਆ ਕੇ ਟੈਂਕ ਕਿਉਂ ਚਾੜੇ ਆ। ਠੀਕ ਹੈ, ਕਿਉਂਕਿ ਉਹਨਾਂ ਦੇ ਕੋਲ ਜਾਨੀ ਸਾਡਾ ਵਿਰੋਧ ਆ, ਸਾਨੂੰ ਉਹ ਕਿਉਂਕਿ ਧਰਮ ਦਾ ਵਿਰੋਧ ਆ ਸਾਡਾ, ਹਿੰਦੂ ਆ ਬੰਦੇ ਆਪਣੀ ਨੀਤੀਆਂ ਲਾਗੂ ਕਰਨ ਲਈ ਉਹ ਜਿਹੜੀਆਂ ਪਾਲਿਸੀਆਂ ਬਣਾਉਂਦੇ ਆਪਣੇ ਸਵਾਰਥ ਦੇ ਲਈ, ਆਪਣੇ ਮਤਲਬ ਦੇ ਲਈ, ਉਹ ਸਾਡੇ ਵਿਰੁੱਧ ਗਈਆਂ, ਜਿਹਨੂੰ ਅਸੀਂ ਕਹਿੰਦੇ ਵੀ ਧੋਖੇ ਦਿੱਤੇ ਆ, ਮੁੱਕਰੇ ਆ ਇਹ ਸਾਡੇ ਨਾਲ, ਹੈ ਕਿ ਨਹੀਂ। ਹੁਣ ਇਸੇ ਕਰਕੇ ਅਸੀਂ ਬੁਰਾ, ਸਾਡੇ ਅੰਦਰ ਨਫ਼ਰਤ ਆ ਉਹਨਾਂ ਲਈ ਭਰੀਓ। ਪਰ ਜੇ ਤੁਸੀਂ ਜਿਹੜੇ ਖੇਤਰ ਵਿੱਚ ਕੰਮ ਕਰਦੇ ਨਾ, ਜੇ ਉਹਨਾਂ ਦੀ ਕਾਬਲੀਅਤ ਦੇਖੋ ਤੇ ਤੁਹਾਨੂੰ ਪਤਾ ਲੱਗਣਾ ਵੀ ਬੰਦੇ ਯੋਗ ਸੀ ਉੱਥੇ ਬੈਠਣ ਲਈ। ਬਿਲਕੁਲ। ਜੇ ਨਹਿਰੂ ਗਾਂਧੀ ਦੀ ਵੀ ਗੱਲ ਕਰਦੇ ਆ, ਉਹ ਤਾਂ ਹੈਗਾ ਹੀ ਆ ਨਾ। ਜਦੋਂ ਹੁਣ ਜਿਹੜਾ ਬਿਜ਼ਨਸ ਆ ਉਹਦੇ ਵਿੱਚ ਜੇ ਹੁਣ ਘਰ ਆ ਵੀ ਕੋਈ ਬੰਦਾ ਤੁਹਾਡੇ ਕੋਲ 4 ਘਰਾਂ ਦਾ ਸੈਕਸ਼ਨ ਵਾਧੂ ਆ ਤੇ ਉਹਦੇ ਉੱਤੇ ਡਿਵੈਲਪਮੈਂਟ ਹੋ ਕੇ ਕੁਝ ਬਣ ਸਕਦਾ ਜਾਣੀ ਹਨਾ। ਹੁਣ ਤੁਸੀਂ ਪਤਾ ਕੀਤਾ ਵੀ 4 ਘਰ ਬਣਦੇ ਆ, ਉਹਦਾ ਇੰਨਾ ਖਰਚਾ ਹੁੰਦਾ, ਤੁਹਾਡੀ ਸਮਰੱਥਾ ਨਹੀਂ ਹੈਗੀ, ਤੁਸੀਂ ਵੇਚ ਦਿੱਤਾ ਕਿਸੇ ਨੂੰ। ਠੀਕ ਹੈ, ਜਦੋਂ ਵੇਚਿਆ ਉਹਨੇ 8 ਬਣਾ ਲਏ ਉਹਦੇ ਉੱਤੇ, ਤੁਸੀਂ ਕਹੋ ਧੋਖਾ ਦਿੱਤਾ ਮੈਨੂੰ, ਇਦਾਂ ਨਹੀਂ ਨਾ। ਸਾਡੇ ਪੰਜਾਬੀ ਤਾਂ ਕਹਿ ਸਕਦੇ ਧੋਖਾ ਦਿੱਤਾ, ਆਹੋ ਲੁੱਟ ਕੇ ਲਿਆ ਗਿਆ, ਇਦਾਂ ਕਹਿੰਦੇ, ਇਦਾਂ ਥੋੜੀ ਆ, ਉਹਦੀ ਕਾਬਲੀਅਤ ਆ। ਤੁਹਾਨੂੰ ਘੋਲ ਸੀ, ਤੁਸੀਂ ਕਰ ਨਹੀਂ ਸਕੇ, ਸਮਰੱਥਾ ਨਹੀਂ ਸੀ ਤੁਹਾਡੇ ਚ, ਉਹ ਕਰ ਗਿਆ। ਫਿਰ ਨਹਿਰੂ ਗਾਂਧੀ ਨਾਲ ਕਿੱਦਾਂ ਹੋਈ ਆ? ਬਿਲਕੁਲ, ਜਦੋਂ ਦੇਸ਼ ਆਜ਼ਾਦ ਹੋਇਆ ਇਦਾਂ ਹੀ ਹੋਈ ਆ। ਸਾਡੇ ਲੀਡਰਾਂ ਚ ਕਾਬਲੀਅਤ ਨਹੀਂ ਸੀਗੀ, ਪ੍ਰਪੋਜ਼ਲਾਂ ਆਈਆਂ ਸਾਰੀਆਂ, ਅਗਲੇ ਨੇ ਹਰੇਕ ਨੇ ਆਪਣੇ ਮਤਲਬ ਲਈ ਦਿੱਤੀਆਂ। ਬਿਲਕੁਲ
ਜਿਹੜਾ ਡਿਵੈਲਪਰ ਆ ਉਹ ਆਪਣੇ ਮਤਲਬ ਲਈ ਕਰਦਾ ਨਾ। ਅਗਲਾ ਤੁਸੀਂ ਕਹਿੰਦੇ, ਉਹ ਕਹਿੰਦਾ ਵੀ 7 ਲੱਖ ਲੈ ਲਓ, ਅਸੀਂ ਕਹਿੰਦੇ ਨਹੀਂ 7.5 ਲੈਣਾ, ਉਹ ਕਹਿੰਦਾ ਨਹੀਂ 7.25, ਅਸੀਂ ਕਹਿੰਦੇ ਚੱਲ ਠੀਕ ਆ ਹਨਾ, ਇੰਨਾ ਕੁ ਫਾਇਦਾ ਮੈਨੂੰ ਵੀ ਜੇ ਸਾਰੇ ਘਰ 4 ਬਣਾ ਕੇ ਕਰਦਾ ਮੈਂ, ਇੰਨਾ ਖਰਚਾ ਹੁੰਦਾ, ਇੰਨਾ ਲੋਨ ਜੇ ਨਾ ਵਿਕੇ ਫਿਰ ਹਨਾ। ਹੁਣ ਅਗਲਾ ਰਿਸਕ ਵੀ ਤਾਂ ਲੈਂਦਾ ਆ, 8 ਘਰ ਬਣਾਤੇ, ਹੋ ਸਕਦਾ 6 ਮਹੀਨੇ ਵਿਕਣਾ ਹੀ ਨਾ। ਹੁਣ 2.5 ਮਿਲੀਅਨ 2 ਮਿਲੀਅਨ ਲਾਤਾ ਉਹਨੇ, ਉਹਦਾ ਰਿਸਕ ਵੀ ਤਾਂ ਲਿਆ ਉਹਨੇ, ਉਹ ਨਹੀਂ ਦੇਖਦੇ ਅਸੀਂ। ਜੇ ਉਹ ਲੈਣ ਨੂੰ ਤਿਆਰ ਹੈ, ਅਸੀਂ ਰਿਸਕ ਲੈਣ ਨੂੰ ਤਿਆਰ ਹੋ ਜਾਂਦੇ ਹਾਂ। ਹਰੇਕ ਵਾਰੀ ਇੰਬੈਲੈਂਸ ਹੋ ਕੇ ਸੋਚਦੇ। ਸਾਡੇ ਬੰਦਿਆਂ ਦਾ ਹੁੰਦਾ ਹੀ ਏਦਾਂ, ਜਾਂ ਤਾਂ ਪੂਰਾ ਉੱਪਰ ਜਾ ਕੇ ਸੋਚਣਾ ਆ, ਤੇ ਜਾਂ ਜਮਾ ਥੱਲੇ ਵੀ, ਜਾਂ ਢੱਠੇ ਤੇ ਜਾਂ ਗਊ ਦੇ ਜਾਏ। ਵਿਚਾਲੜਾ ਹੈ ਨਹੀਂਗਾ ਸਾਡੇ ਚ ਕੁਛ ਵੀ। ਜਦੋਂ ਕੋਈ ਲੜਾਈ ਝਗੜਾ ਹੋ ਜਾਏ, ਉਦੋਂ ਸਟੇਟਮੈਂਟਾਂ ਦੇਣੀਆਂ, ਉਦੋਂ ਸਿਰ ਲਾਉਣ ਦੀਆਂ ਦੇਣੀਆਂ ਆ, ਜਦੋਂ ਫਰਿਆਦਾਂ ਕਰਨੀਆਂ ਉਹ ਜਮਾ ਹੀ ਥੱਲੇ ਵਾਲੀਆਂ ਕਰਨੀਆਂ। ਚਲੋ ਹਰੇਕ ਘਟਨਾ ਦੇ ਵਿੱਚ ਆਪਾਂ ਇਹ ਵੀ ਕਰ ਲੈਂਦੇ ਆ। ਸਰੋਤਿਆਂ ਨੂੰ ਬੇਨਤੀ ਆ ਜੀ ਵੀ ਆਪੋ ਆਪਣਾ ਹੋਮਵਰਕ ਕਰੋ, ਜਿਹਦੇ ਕੋਲ ਕੁਛ ਹੈਗਾ ਆ ਉਹ ਲੱਭ ਕੇ ਲਿਆਓ। ਵੀ ਜਦੋਂ ਅਸੀਂ ਹਿੰਦੂਆਂ ਨੂੰ ਕਹਿੰਦੇ ਆ, ਅਸੀਂ ਜਿਹੜੀ ਜਦੋਂ ਦੇਸ਼ ਆਜ਼ਾਦ ਹੋਇਆ, ਅਸੀਂ ਕਹਿੰਦੇ ਵੀ ਸਾਨੂੰ ਧੋਖੇ ਦਿੱਤੇ ਆ ਹਨਾ, ਉਹਦੇ ਵਿੱਚ ਤੁਸੀਂ ਏਦਾਂ ਲਿਸਟ ਬਣਾਓ ਆਪੋ ਆਪਣੀ, ਜਿਹਦੇ ਕੋਲ ਹੈ ਤੇ ਆਪਾਂ ਡਿਸਕਸ ਕਰੀਏ। ਜਿਹਦੇ ਕੋਲ ਕੁਛ ਹੋਇਆ ਸਾਨੂੰ ਫੋਨ ਕਰੋ ਵੀ ਆਹ ਧੋਖਾ ਦਿੱਤਾ ਉਹਨੇ। ਕਿਉਂਕਿ ਮੈਂ ਇੱਕ ਦਿਨ ਸੋਚਦਾ ਸੀ ਏਦਾਂ ਵੀ ਕਿਹੜੀ ਗੱਲ ਕਹਿੰਦੇ ਅਸੀਂ ਕਹਿੰਦੇ ਸਾਨੂੰ ਜਰਾਇਮ ਪੇਸ਼ਾ ਵੀ ਇਦਾਂ ਕਰ ਦਿੱਤਾ, ਸਾਡੇ ਨਾਲ ਵਾਅਦੇ ਕੀਤੇ ਸੀਗੇ ਹਨਾ, ਆਜ਼ਾਦੀ ਮਿਲਦਿਆਂ ਸਾਰ ਸਾਨੂੰ ਜਰਾਇਮ ਪੇਸ਼ਾ ਕਰਾਰ ਦੇ ਦਿੱਤਾ ਉਹਨੇ। ਅਸੀਂ ਉਹ ਧੋ ਸਕੇ ਆ ਵੀ ਜਰਾਇਮ ਪੇਸ਼ਾ ਨਹੀਂ ਹੈਗੇ। ਅਸੀਂ ਤਾਂ ਸਹੀ ਸਾਬਿਤ ਕੀਤਾ। 70 ਸਾਲ ਬੀਤ ਜਾਣ ਤੇ ਵੀ ਆ ਬਾਹਰਲੇ ਮੁਲਕਾਂ ਜਿੱਥੇ 50 ਸਾਲ ਰਹਿੰਦਿਆਂ ਨੂੰ ਸਾਨੂੰ ਹੋ ਗਏ, ਅੱਜ ਜਿੱਥੇ ਨਿਊਜ਼ੀਲੈਂਡ ਜਿਹੜੀ ਸਰੂਪ ਚੱਕਣ ਦੀ ਘਟਨਾ ਹੋਈ ਆ, ਇਹ ਜਰਾਇਮ ਪੇਸ਼ਾ ਨਹੀਂ। ਕੌਣ ਕਰਦਾ? ਜਰਾਇਮ ਪੇਸ਼ਾ ਹੀ ਕਰਦੇ ਆ ਇਹ, ਬਿਲਕੁਲ। ਜਿਹੜੇ ਕਹਿੰਦੇ ਆ ਇਦਾਂ, ਜਦੋਂ ਪੁਲਿਸ ਦੀ ਹਾਜ਼ਰੀ ਦੇ ਵਿੱਚ ਉਹ ਵੀਡੀਓ ਸੁਣੀ ਹੋ ਜੀ, ਜਿਹੜੀ ਜਿੱਦਣ ਮੁਜ਼ਾਹਰਾ ਹੋਇਆ, ਪੁਲਿਸ ਦੀ ਹਾਜ਼ਰੀ ਚ ਉਹ ਕਹਿ ਰਹੇ ਆ ਵੀ ਆਹ ਜਿਹੜਾ ਮੁਜ਼ਾਹਰਾ ਹੈ ਨਾ, ਇਹ ਸ਼ਾਂਤਮਈ ਹੋਇਆ ਆ, ਇਹ ਆਖਰੀ ਆ, ਇਹ ਤੋਂ ਗਾਹਾਂ ਸ਼ਾਂਤਮਈ ਨਹੀਂ ਹੋਊਗਾ। ਇਹ ਜਰਾਇਮ ਪੇਸ਼ਾ ਨਹੀਂ ਹੈਗੇ। ਬਿਲਕੁਲ। ਦੂਜੀ ਵੱਡੀ ਗੱਲ ਇਹ ਆ ਵੀ ਕੀ ਉਹ ਬੰਦਿਆਂ ਦੀ ਇੰਨੀ ਕਾਬਲੀਅਤ ਹੈਗੀ ਆ, ਯੋਗਤਾ ਹੈਗੀ ਕੁਛ ਕਰਨੇ ਦੀ? ਇਦਾਂ ਗਟਸ ਵੀ ਹੈ ਨਹੀਂ ਅੰਦਰ। ਜਦੋਂ ਆਪਣੇ ਘਰੇ 2 ਬੱਚੀਆਂ ਆ, 3 ਬੱਚੀਆਂ ਆ, 4 ਬੱਚੀਆਂ, 1 ਬੱਚੀ ਆ, 2 ਮੁੰਡੇ ਆ, ਜਿਹਦੇ ਆਪਣੇ ਘਰੇ ਇਦਾਂ ਆ, ਔਰਤਾਂ ਘਰ ਦੀਆਂ ਔਰਤਾਂ ਆ, ਉਹ ਦੂਜੇ ਦੀਆਂ ਔਰਤਾਂ ਬਾਰੇ ਤੁਹਮਤਾਂ ਲਾ ਰਿਹਾ ਜੀ। ਉਹਨੂੰ ਇਹ ਡਰ ਨਹੀਂ ਲੱਗ ਰਿਹਾ ਵੀ ਮੇਰੇ ਬਾਰੇ ਕਿ ਜਿੱਦਣ ਮੇਰੀ ਬੱਚੀ ਨੂੰ ਪਤਾ ਲੱਗ ਗਿਆ। ਹੁਣ ਮੇਰਾ ਮੁੰਡਾ ਆ, ਜੇ ਭਲਕੇ ਨੂੰ ਉਹਨੂੰ ਉਦਾਂ ਦੀ ਲੜਕੀ ਨਾਲ ਵਿਆਹ ਕਰਾ ਲਿਆ ਜਿਹਦਾ ਭਰੋਸਾ ਹੋਰ ਕਿਤੇ ਹੋਇਆ ਹਨਾ, ਮੈਂ ਹੁਣ ਜਾਣੀ ਉਹਨੂੰ ਜੇ ਅੱਜ ਮੈਂ ਇਦਾਂ ਦੀ ਸਿੱਖਿਆ ਦਿੰਦਾ ਹੋਵਾਂ ਵੀ ਧਰਮ ਦੇ ਇਹ ਕੁਛ ਨਹੀਂ ਹੁੰਦਾ, ਆਹ ਨਹੀਂ ਹੁੰਦਾ, ਆਹ ਨਹੀਂ ਹੁੰਦਾ, ਉਹ ਤਾਂ ਭਲਕੇ ਨੂੰ ਜਾ ਕੇ ਪਤਾ ਲੱਗੇ ਉਹਨੂੰ ਵੀ ਨਾਮ ਜਪਣ ਨਾਲ ਤਾਂ ਬਹੁਤ ਕੁਛ ਮਿਲ ਜਾਂਦਾ, ਉਹ ਮੇਰੇ ਤੇ ਭਰੋਸਾ ਕਰ ਲਊਗਾ, ਕਿੰਨਾ ਪਛਤਾਵਾ ਹੋਊਗਾ ਉਹਨੂੰ। ਡਰ ਨਹੀਂ ਲੱਗਦਾ ਇਦਾਂ ਬੰਦੇ ਨੂੰ ਵੀ ਫੇਰ ਕਰੋ, ਜੋ ਹੈਗਾ ਆ ਉਦਾਂ ਰੱਖੋ, ਨਹੀਂ ਤਾਂ ਕਿਤੇ ਨਾ ਕਿਤੇ ਨੰਗਾ ਹੋ ਜਾਣਾ। ਹੁਣ ਜੇ ਅਸੀਂ ਗੱਲ ਕਰਦੇ ਹਾਂ ਵੀ ਦੇਖੋ ਜੀ, ਸਾਡੀਆਂ ਜਦੋਂ ਆਜ਼ਾਦੀ ਹੋਈ ਆ, ਲੜਾਈ ਹੋਈ ਆ, ਉੱਥੇ ਇੰਨੇ ਸਿਰ ਲੱਗੇ ਆ ਸਾਡੇ ਹਨਾ। ਹੁਣ ਤੁਸੀਂ ਕਿਸੇ ਕੰਪਨੀ ਲਈ ਕੰਮ ਕਰਦੇ ਆ ਜਦੋਂ ਹਨਾ, ਹੁਣ ਉਹ ਮਾਲਕ ਆ ਜਿਹਦਾ ਅਸੀਂ ਪਹਿਲਾਂ ਡਿਵੈਲਪਰ ਦੀ ਵੀ ਗੱਲ ਕਰਦੇ ਆ ਵੀ ਤੁਹਾਡੀ ਜਗ੍ਹਾ ਆ, ਤੁਸੀਂ ਉੱਥੇ 4 ਘਰ ਨਹੀਂ ਬਣਾ ਸਕੇ, ਉਹਨੇ ਰਿਸਕ ਲੈ ਲਿਆ, ਉਹਨੂੰ ਮੁੱਲ ਲੈ ਕੇ ਜਦੋਂ ਮਨਜ਼ੂਰੀ ਲਈ ਉਹਨੂੰ 8 ਦੀ ਮਿਲ ਗਈ, ਸਬ ਡਿਵੀਜ਼ਨ ਹੋਈ ਆ, ਪੈਸੇ ਜ਼ਿਆਦਾ ਬਣਾ ਗਿਆ। ਹੁਣ ਇੱਕ ਬੰਦਾ ਆ, ਉਹ ਪੈਸੇ ਲੋਨ ਚੱਕ ਕੇ ਆਪਣਾ ਪੈਸਾ ਲਾ ਕੇ ਉਹ ਕੰਪਨੀ ਖੋਲਦਾ ਹਨਾ, ਤੁਸੀਂ ਉਹ ਕੰਪਨੀ ਦੇ ਵਿੱਚ ਕੰਮ ਕਰਦੇ, ਉਹਨੂੰ ਕੰਮ ਨਹੀਂ ਆਉਂਦਾ, ਕੰਮ ਤੁਹਾਨੂੰ ਆਉਂਦਾ ਹੈ ਹਨਾ। ਉਹਨੇ ਕੰਪਨੀ ਖੋਲਣ ਦਾ ਰਿਸਕ ਲਿਆ, ਤੁਹਾਨੂੰ ਨੌਕਰ ਰੱਖਿਆ, ਤੁਸੀਂ ਕੰਮ ਕਰਦੇ 5 ਸਾਲ 10 ਸਾਲ, ਉਹਦਾ ਪੈਸਾ ਬਣਦਾ, ਉਹ 1 ਤੋਂ 2 2 ਤੋਂ 4 4 ਤੋਂ 8 ਕੰਪਨੀਆਂ ਖੋਲ ਲੈਂਦਾ ਆਪਣੀਆਂ। ਤੁਸੀਂ ਭਲਕੇ ਨੂੰ ਇਹ ਕਹੋ ਵੀ ਮੈਨੂੰ ਲੁੱਟ ਲਿਆ ਇਹਨੇ, ਫਿਰ ਬਣਾ ਗਿਆ ਆਪਣਾ ਸਾਰਾ ਕੰਮ, ਮੈਂ ਕਰਦਾ ਰਿਹਾ। ਮੇਰੀ ਸਮਝਦਾਰੀ ਹੈ ਸਾਰੀ ਜਵਾਨੀ। ਮੈਂ ਲਾਉਂਦਾ ਸੀ 60 ਘੰਟੇ, ਇਹ ਆਉਂਦਾ ਸੀਗਾ ਵੀਕ ਚ 10 ਘੰਟੇ, ਲੁੱਟ ਲਿਆ ਮੈਨੂੰ। ਇੰਨੇ ਪੈਸੇ ਕਿੱਥੋਂ ਬਣਾ ਲਏ? ਕੰਮ ਤਾਂ ਅਸੀਂ ਕਰਦੇ ਸੀ, ਫਿਰ ਥੋੜੀ ਆ ਇਹ। ਸਾਡੇ ਮਾਮਲੇ ਚ ਵੀ ਬਿਲਕੁਲ ਏਦਾਂ ਹੀ ਆ, ਜਦੋਂ ਸਟੇਟਾਂ ਦੀ ਗੱਲ ਹੁੰਦੀ ਆ। ਹਾਂ, ਹੁਣ ਜਦੋਂ ਆਜ਼ਾਦੀ ਦੀ ਗੱਲ ਆ, ਜਿਨ੍ਹਾਂ ਨੇ ਪਾਲਿਸੀ ਬਣਾਈ ਆ ਹਨਾ, ਹੁਣ ਜਦੋਂ ਤੁਸੀਂ ਬ੍ਰਿਟਿਸ਼ ਨੂੰ ਦੇਖਦੇ ਆ ਵੀ ਨਿੱਕਾ ਜਿਹਾ ਕੰਟਰੀ ਦੁਨੀਆ ਦੇ ਕਿੱਡੇ ਵੱਡੇ ਹਿੱਸੇ ਤੇ ਰਾਜ ਕਰ, ਜਾਨੀ 25% 20 ਤੋਂ 25% ਦੁਨੀਆ ਦੇ ਉੱਤੇ ਕਿਸੇ ਟਾਈਮ ਉਹਨਾਂ ਦੀ ਸਲਤਨਤ ਕਾਇਮ ਸੀ। ਬਿਲਕੁਲ ਜੀ, ਬਿਲਕੁਲ ਬਿਲਕੁਲ। ਇੱਕ ਆਇਰਲੈਂਡ, ਨਿਊਜ਼ੀਲੈਂਡ ਜਿੰਨਾ ਮੁਲਕ ਆ, ਇਦਾਂ ਹੀ ਸੂਰਜ ਆ ਕਲੋਨੀਆਂ ਸਾਰੀਆਂ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਇੰਡੀਆ ਹਨਾ। ਬਿਲਕੁਲ। ਜਦੋਂ ਕਹਿੰਦੇ ਵੀ ਸੂਰਜ ਨਹੀਂ ਸੀ ਛਿਪਦਾ ਬ੍ਰਿਟਿਸ਼ ਐਮਪਾਇਰ ਦੇ ਵਿੱਚ। ਹੁਣ ਤੁਸੀਂ ਉਹਨਾਂ ਨੇ ਫੈਸਲੇ ਕਰ ਲਏ,
ਤੁਸੀਂ ਉਹਨਾਂ ਲਈ ਕੰਮ ਕਰਦੇ ਰਹੇ ਆ। Yeah. ਹੁਣ ਜੇ ਮਰ ਗਏ ਆ ਜਦ ਉਹਨੂੰ ਇਹ ਕਹਤੇ ਕਿੰਨੇ ਪੇ ਅਸੀਂ ਦੇਸ਼ ਇਦਾਂ ਉਹਦੇ ਲਈ ਕੀਤਾ ਸੀ। ਨਹੀਂ ਮੌਕਾ ਸੀਗਾ ਤੁਹਾਡੇ ਕੋਲ ਉਦੋਂ ਕਰ। ਚਲੋ ਸਾਡੇ ਨਾਲ ਸਰੋਤੇ ਆ ਜੀ, ਇੱਕ ਸਵਾਗਤ ਹੈ ਜੀ ਤੁਹਾਡਾ। ਸਤਿ ਸ੍ਰੀ ਅਕਾਲ ਜੀ ਸਰ ਜੀ। ਸਤਿ ਸ੍ਰੀ ਅਕਾਲ ਜੀ। ਬੜੀ ਖੁਸ਼ੀ ਹੋਈ ਹੈ ਜੀ ਇਹ ਪ੍ਰੋਗਰਾਮ ਸਾਨੂੰ। ਮੈਂ ਪੰਜਾਬ ਤੋਂ ਗੁਲਾਬ ਚੰਦ ਸਿੰਗਲਾ, ਪਿੰਡ ਜਲਾਲ, ਡਿਸਟ੍ਰਿਕਟ ਬਠਿੰਡਾ ਤੋਂ ਬੋਲਦੇ ਹਾਂ ਜੀ। ਠੀਕ ਹੈ, ਥੈਂਕ ਯੂ ਜੀ। ਕਹਿੰਦੀ ਬੜੀ ਖੁਸ਼ੀ ਦੀ ਗੱਲ ਆ ਵੀ ਇੱਕ ਜਿਹੜਾ ਸਿੱਖ ਪੰਥ ਦੇ ਪ੍ਰਤੀ ਐਡੀ ਜਾਗਰੂਕਤਾ ਵਾਲਾ ਐਡਾ ਮਹਾਨ ਜਿਹੜਾ ਪੰਥ ਸੀਗਾ, ਉਹਦੇ ਵਿੱਚ ਐਡੀ ਉੱਚੀ ਸੋਚ ਵਾਲੇ ਇਨਸਾਨ ਪੈਦਾ ਹੋਏ ਆ। ਬਹੁਤ ਖੁਸ਼ੀ ਹੋਈ ਹੈ ਜੀ ਜਦੋਂ ਸੁਣਦੇ ਆ। ਤੇ ਦੂਸਰੀ ਗੱਲ ਮੈਂ ਤੁਹਾਨੂੰ ਇਹ ਵੀ ਦੱਸਦਾ ਜੀ, ਘਰੇ ਕਈ ਵਾਰੀ ਗਾਲਾਂ ਵੀ ਪੈ ਜਾਂਦੀਆਂ। ਮੈਂ ਤਾਂ ਤੁਹਾਡੇ ਲਿੰਕ ਸੁਣਦਾ ਹੁੰਦਾ ਸੀ WhatsApp ਤੇ, ਕਿਹੜਾ ਮੈਨੂੰ ਲਿੰਕ ਮਿਲਿਆ ਸੀ ਤੁਹਾਡਾ, ਉਹ ਅੱਗੇ ਦੀ ਅੱਗੇ ਲਿੰਕ ਰਾਤ ਨੂੰ ਮੈਂ ਫਿਰ ਪਿਆ ਸੁਣਦਾ ਰਹਿਣਾ ਜੀ। ਉਹ ਜਦੋਂ ਕਿਤੇ ਮਾਤਾ ਜੀ ਦੇਖਦੇ ਵੀ ਆ ਪਾ ਕੇ ਕੰਨਾਂ 'ਚ ਡੱਕੇ, ਜੇ ਤੂੰ ਕੀ ਕਰਦਾ ਰਾਤ ਤੱਕ, ਇਹ ਕੀ ਕਰੀ ਜਾਂਦਾ, ਉਹ ਫਿਰ ਅੱਗੇ ਦੀ ਅੱਗੇ ਮਨ ਕਰਦਾ ਜੀ ਵੀ ਸੁਣੀ ਜਾਈਏ। ਬੜੀ ਖੁਸ਼ੀ ਹੋਈ ਹੈ ਇਸ ਚੀਜ਼ ਦੀ। ਔਰ ਜਦੋਂ ਸੱਚੇ ਦਿਲ ਨਾਲ ਕੋਈ ਅੱਗੇ ਚੱਲਦਾ ਜੀ ਤਾਂ ਪ੍ਰਮਾਤਮਾ ਉਸ ਦੇ ਵਿੱਚ ਬੜੀ ਸਹਾਇਤਾ ਕਰਦਾ। ਸਿੱਖ ਪੰਥ ਬੜਾ ਵਿਸ਼ਾਲ ਆ। ਔਰ ਜਿਹੜੀਆਂ ਗੱਲਾਂ, ਮੈਂ ਹਿੰਦੂ ਧਰਮ ਨਾਲ ਸੰਬੰਧਿਤ ਹਾਂ ਜੀ, ਪਰ ਸਾਨੂੰ ਪਰਿਵਾਰ ਦੇ ਵਿੱਚ ਕਦੇ ਵੀ ਹਿੰਦੂ ਧਰਮ ਵੱਲ ਜਾਣ ਦੀ ਇਜਾਜ਼ਤ ਨਹੀਂ ਮਿਲੀ। ਮੇਰੇ ਪਿਤਾ ਜੀ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਹਿੰਦੂ ਧਰਮ ਇੱਕ ਜੜ ਚੇਤਨਾ ਨਾਲ ਜੁੜਿਆ ਹੋਇਆ, ਪੱਥਰ ਪੂਜਾ ਨਾਲ, ਤੇ ਸਿੱਖ ਪੰਥ ਪ੍ਰਤੀ ਬੜੀ ਉਹ ਉੱਚੀ ਤੇ ਖੁੱਲੀ ਸੋਚ ਰੱਖਦੇ ਸੀ। ਲੇਕਿਨ ਉਹ ਜਿਹੜੀਆਂ ਗੱਲਾਂ ਕਰਦੇ ਹੁੰਦੇ ਸੀ ਉਹ ਤੁਹਾਡੇ ਕੋਲੋਂ ਮਿਲ ਗਈਆਂ ਮੈਨੂੰ। ਉਹ ਗੱਲਾਂ ਉਹ ਤੁਹਾਡੇ ਕੋਲੋਂ ਸੁਣਨ ਨੂੰ ਮਿਲ ਰਹੀਆਂ। ਮੈਂ ਕਹਿੰਦਾ ਹੁੰਦਾ ਪਾਪਾ ਜੀ ਇਹ ਤੁਸੀਂ ਗੱਲਾਂ ਜਿਹੜੀਆਂ ਕਰ ਰਹੇ ਹੋ ਵੀ ਸਿੱਖ ਪੰਥ ਇੰਨਾ ਵਿਸ਼ਾਲ ਆ, ਲੇਕਿਨ ਸਾਰੇ ਦੂਜੇ ਜਿਹੜੀਆਂ ਗੱਲਾਂ ਕਰ ਰਹੇ ਉਹ ਸਾਰੀਆਂ ਉਲਟ ਕਰਦੇ ਆ। ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਹੈ ਵੀ ਮੈਨੂੰ ਜੋ ਮੈਂ ਆਪਦੇ ਪਰਿਵਾਰ ਦੇ ਵਿੱਚ ਆਪਦੇ ਪਿਤਾ ਜੀ ਕੋਲੋਂ ਸੁਣਦਾ ਹੁੰਦਾ ਸੀ ਉਹ ਗੱਲਾਂ ਉਹ ਤੁਹਾਡੇ ਕੋਲੋਂ ਮੈਨੂੰ ਸੁਣਨ ਨੂੰ ਮਿਲ ਗਈਆਂ। ਤੇ ਮੈਂ ਜੀ ਹੈਲੋ ਹਾਂਜੀ ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਜੀ ਇਸ ਗੱਲ ਦੀ। ਤੇ ਮੈਂ ਤੁਹਾਡਾ ਮੈਨੂੰ ਨੰਬਰ ਦਾ ਨਹੀਂ ਸੀ ਪਤਾ ਲੱਗਦਾ ਹੁੰਦਾ, ਪਿੰਡ ਦੇ ਵਿੱਚ ਰਹਿਣ ਵਾਲੇ ਆ ਜੀ, ਪੂਰੀ ਨੌਲੇਜ ਨਹੀਂ ਸੀ। ਤੇ ਅੱਜ ਇਹ ਨੰਬਰ ਲੱਗਿਆ ਤੇ ਮਨ ਨੂੰ ਬੜੀ ਖੁਸ਼ੀ ਹੋਈ ਜੀ। ਥੈਂਕ ਯੂ ਜੀ। ਕੋਈ ਨਹੀਂ, ਹੌਲੀ ਹੌਲੀ ਕਰਕੇ ਸਾਰਿਆਂ ਦਾ ਹੀ ਰੌਲਾ ਇਦਾਂ ਹੀ ਆ, ਕਿਉਂਕਿ ਗੱਲ ਜੇ ਨਾ ਅਸੀਂ ਜਿਹੜੀ ਮੁੱਢਲੀ ਬਣਤਰ ਆ ਸਮਾਜ ਦੀ, ਖਾਸ ਕਰਕੇ ਜਦੋਂ ਮਨੁੱਖ ਦੀ ਕਹਿੰਦੇ ਆ, ਜੇ ਉਹਨੂੰ ਐਕਸੈਪਟ ਕਰ ਲਈਏ ਤਾਂ ਸਾਡੇ ਫੋਨ ਕੱਟਿਆ ਗਿਆ, ਜਿਹੜੇ ਸਾਡੇ ਮਸਲੇ ਆ ਨਾ ਉਹ ਆਪਣੇ ਆਪੇ ਹੱਲ ਹੋ ਜਾਣੇ। ਠੀਕ ਹੈ ਗੱਲ। ਹੁਣ ਜਿਹੜੀ ਖੁਦ ਮੁਖਤਿਆਰੀ ਦੀ ਗੱਲ ਆ ਨਾ, ਉਹ ਸ਼ੁਰੂ ਇੱਥੋਂ ਹੁੰਦੀ ਆ। ਅਸੀਂ ਦੇਖੋ ਇਹਦੇ ਵਿੱਚ ਅਸੀਂ ਘਰੋੜ ਕੇ ਕਹੀਏ ਵੀ ਅਸੀਂ ਵੱਖਰੇ ਆ, ਅਸੀਂ ਸਾਰਿਆਂ ਨਾਲੋਂ ਵੱਖਰੇ ਆ। ਹੁਣ ਇੱਥੇ ਅਸਾਈਆਂ ਨਾਲ ਜਿਹੜੀਆਂ ਬਾਕੀ ਐਥਨਿਸਿਟੀ ਆ, ਆਈਲੈਂਡਰ ਆ, ਇੱਥੇ ਦੂਜੇ ਲੋਕ ਆ, ਲੋਕਲ ਆ, ਸਾਨੂੰ ਕਿਸੇ ਨੂੰ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਵੀ ਅਸੀਂ ਇਹ ਨਹੀਂ ਹੈਗੇ। ਸਾਨੂੰ ਕਹਿਣਾ ਪਿਆ ਵੀ ਅਸੀਂ ਆਈਲੈਂਡ ਨਹੀਂ ਹੈਗੇ, ਅਸੀਂ ਈਸਾਈ ਨਹੀਂ ਹੈਗੇ, ਨਹੀਂ ਕਹਿਣਾ ਪੈਂਦਾ। ਉੱਥੇ ਕਦੇ ਕਹਿਣਾ ਪੈ ਰਿਹਾ ਸਾਨੂੰ, ਕਿਉਂਕਿ ਕਰ ਰਹੇ ਆ ਕਰਮਕਾਂਡ। ਪੰਗਾ ਸਾਡਾ ਆ ਉਹ ਚੀਜ਼ ਸਾਨੂੰ। ਅਸੀਂ ਤਾਂ ਨਾ ਜਾਣੀ ਸਾਨੂੰ ਭੰਡਣਾ ਨਹੀਂ ਸੀ ਪੈਣਾ ਨਹਿਰੂ ਗਾਂਧੀ ਨੂੰ, ਅਸੀਂ ਉਹਨਾਂ ਦੇ ਬਰਾਬਰ ਦੇ ਸ਼ਰੀਕ ਬਣ ਕੇ ਵਿਚਰਨਾ ਸੀ। ਅਸੀਂ ਤਾਂ ਐਨ ਹਿੱਕ ਤੇ ਲੇਟਣਾ ਸੀ ਉਹਨਾਂ ਦੀ ਤੇ। ਠੀਕ ਹੈ, ਸਾਡੇ ਨਾਲ ਸਰੋਤੇ ਆ ਜੀ ਇੱਕ ਮੈਸੇਂਜਰ ਦੇ ਉੱਤੇ। ਹਾਂਜੀ ਸਵਾਗਤ ਹੈ ਜੀ ਤੁਹਾਡਾ। ਨਹੀਂ ਜੀ ਕੱਟਿਆ ਗਿਆ। ਤੇ ਬਸ ਜਿੰਨੀ ਕਮਜ਼ੋਰੀ ਆ ਤੁਹਾਡੀ ਨਾ, ਜਿੰਨੇ ਛੋਟੇ ਆ ਤੁਸੀਂ, ਉਨੇ ਬਹਾਨੇ ਕਰਦੇ ਆ, ਉਨੇ ਇਲਜ਼ਾਮ ਲਾਉਣੇ ਆ। ਜਦੋਂ ਹਾਣਦੇ ਹੋ ਗਏ ਤੁਸੀਂ, ਠੀਕ ਹੈ, ਫੇਰ ਜਿਹਦੇ ਬਰਾਬਰ ਦੇ ਆ ਤੁਸੀਂ, ਉੱਥੇ ਤਾਂ ਇਲਜ਼ਾਮ ਲਾਉਣ ਤੋਂ ਵੀ ਡਰਦੇ ਆ ਵੀ ਅਗਲਾ ਕੀ ਕਹੂਗਾ, ਕੀ ਗੱਲ ਤੈਨੂੰ ਲੁੱਟ ਕੇ ਕਿੱਦਾਂ ਲੈ ਗਿਆ ਉਹ। ਉੱਥੇ ਥੋੜੀ ਕਹਿੰਦੇ ਅਸੀਂ, ਉੱਥੇ ਝੱਟ ਕਹਿੰਦੇ ਵੀ ਯਾਰ ਗਲਤੀ ਹੋ ਗਈ, ਤੇ ਉੱਥੇ ਹਨਾ ਧਿਆਨ ਹੀ ਨਹੀਂ ਕੀਤਾ। ਗੱਲ ਚੱਲਦੀ ਤੇ ਬਹੁਤ ਗੱਲਾਂ ਫਿਰ ਚੇਤੇ ਆਉਣ ਲੱਗ ਪੈਂਦੀਆਂ ਜਦੋਂ ਆਪਾਂ ਸ਼ਿਕਾਇਤੀ ਸੁਭਾਅ ਦੀ ਵੀ ਗੱਲ ਕਰਦੇ। ਉਹ ਵੀ ਇਹੀ ਆ ਵੀ ਜਿਹੜਾ ਆਪਣੇ ਆਪ ਦੇ ਵਿੱਚ ਰਿਸਪੌਂਸਿਬਲ ਨਹੀਂ ਬੰਦਾ, ਆਪਣੇ ਆਪ ਤੇ ਜ਼ਿੰਮੇਵਾਰੀਆਂ ਨਹੀਂ ਲੈ ਰਿਹਾ, ਆਪਣੇ ਆਪ ਨੂੰ ਅਥਾਰਟੀ ਨਹੀਂ ਮੰਨ ਰਿਹਾ, ਉਹੀ ਨਿੱਕੀ ਨਿੱਕੀ ਗੱਲ ਤੇ ਸ਼ਿਕਾਇਤ ਲਾਊਗਾ। ਨਹੀਂ ਤਾਂ ਬੰਦਾ ਜਿਹੜਾ ਆਪਣੇ ਆਪ ਦੇ ਵਿੱਚ ਉਹ ਨਹੀਂ, ਉਹ ਤਾਂ ਜ਼ਿੰਮੇਵਾਰੀ ਲੈ ਲੈਂਦਾ ਨਾ ਵੀ ਮੇਰੀ ਗਲਤੀ ਦੇ ਨਾਲ ਇਹ ਕੁਝ ਹੋ ਰਿਹਾ। ਇਹ ਤਾਂ ਹੁਣ ਮੈਂ ਇਹਦੇ ਵਿੱਚੋਂ ਨਿਕਲਾਂ ਕਿੱਦਾਂ? ਇਹ ਤਾਂ ਹੋ ਗਿਆ, ਗਲਤੀ ਮੇਰੀ ਹੋਈ ਚਾਹੇ ਉਹਦੀ ਹੋਈ, ਇਹ ਹੋ ਗਿਆ। ਹੁਣ ਤਾਂ ਇਹ ਡਿਸਕਸ ਕਰੀਏ ਇਹਦੇ ਵਿੱਚੋਂ ਗਾਹਾਂ ਕਿੱਦਾਂ ਜਾਣਾ। ਜੇ ਹਮੇਸ਼ਾ ਲਈ ਹੁਣ ਮੈਨੂੰ ਤਾਂ ਇਹ ਫਿਕਰ ਪਿਆ ਨਿਊਜ਼ੀਲੈਂਡ 'ਚ ਵੀ ਅੱਜ ਅਸੀਂ ਜੇ ਗੱਲ ਸ਼ੁਰੂ ਨਹੀਂ ਕੀਤੀ, ਅਸੀਂ ਕਦੇ ਕਹਿੰਦੇ ਆ ਵੀ ਅਸੀਂ ਅਜੇ ਗੱਲ ਕਰਨੀ ਆ,
ਜਦੋਂ ਭਿੰਡਰਾਣਿਆਂ ਦੀ ਵੀ ਗੱਲ ਹੁੰਦੀ ਆ ਨਾ, ਉਹ 5-6 ਵੀਡੀਓ ਆ ਜਿਹੜੀਆਂ ਘੰਟੇ 1.5 ਘੰਟੇ ਦੀਆਂ ਆ, ਜਿਹਦੇ ਵਿੱਚ ਉਹਦੀਆਂ ਸਿਫਤਾਂ ਕੀਤੀਆਂ ਗਈਆਂ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ। ਉਹ ਡਿਸਕਸ ਕਰਨੀਆਂ ਵੀਡੀਓ ਪਲੇ ਕਰਕੇ ਅਸੀਂ ਤੇ ਇਹ ਜੇ ਗੱਲਾਂ ਮੰਨ ਲਈਏ ਇੰਨੀਆਂ ਹੈਗੀਆਂ ਆ, ਸੋ ਵਟ ਕੀ ਰੱਬ ਆ ਫਿਰ ਉਹ, ਕੀ 11ਵਾਂ ਗੁਰੂ ਆ, ਕੀ ਫਿਰ ਉਹਦੇ ਕਰਕੇ 10ਵਾਂ ਨਾਥ ਨੂੰ ਮੰਨਣ ਲੱਗ ਪਈਏ ਅਸੀਂ, ਕੀ ਗੁਰਬਚਨ ਸਿੰਘ ਭਿੰਡਰਾਂਵਾਲੇ ਦੇ ਗੰਦ ਨੂੰ ਸਿਰ ਤੇ ਬਿਠਾ ਲਈਏ, ਕੀ ਸੰਤੋਖ ਸਿੰਘ ਦਾ ਬਕਵਾਸ ਮੰਨ ਲਈਏ ਅਸੀਂ, ਹਾਲਾਂਕਿ ਉਹ ਗੱਲਾਂ ਹੈ ਨਹੀਂ, ਉਹ ਝੂਠਿਆ ਗੱਲਾਂ ਬਣਾਈਆਂ ਗਈਆਂ। ਠੀਕ ਹੈ, ਹੁਣ ਜਿੱਦਣ ਉਹ ਡਿਸਕਸ ਹੋਣਗੀਆਂ ਉਦਣ ਕੀ ਬਣੂਗਾ, ਹੋ ਸਕਦਾ ਸਾਨੂੰ ਵੀ ਚੱਕ ਕੇ ਲੈ ਜਾਣ। ਬਿਲਕੁਲ ਠੀਕ ਆ, ਆਹੋ ਸਰੂਪਾਂ ਦੀ ਤਾਂ ਗੱਲ ਹੀ ਨਹੀਂ ਹੈਗੀ। ਠੀਕ ਹੈ, ਹੋ ਸਕਦਾ ਸਾਨੂੰ ਹਫ਼ਤੇ 'ਚ ਘੰਟਾ ਹੀ ਗੁਰਦੁਆਰਾ ਖੋਲਣਾ ਪਵੇ ਏਦਾਂ, ਤੇ ਸਾਨੂੰ ਲੱਗੇ ਪਏ ਨਹੀਂ ਭਾਈ ਉਦੋਂ ਹੀ ਖੋਲਣਾ ਹੈ ਜਦੋਂ ਸਾਰੇ ਜਣੇ ਇੱਥੇ ਹੋਈਏ, 100-150 ਬੰਦਾ ਜਾਂ ਸ਼ਾਮ ਨੂੰ ਅੱਧਾ ਘੰਟਾ ਖੋਲ ਲਈਏ ਬਸ, ਤੇ ਉਹਨੇ ਚਿਰ ਆਏ ਆ ਹਨਾ, ਇੱਥੇ ਹੈਗੇ ਆ ਸਾਰੇ ਕਰਕੇ ਵੀ ਜਾਣੀ। ਜਦੋਂ ਆਪਣਾ ਜਿਹੜਾ ਮਿਸਲਾਂ ਦਾ ਟਾਈਮ ਆ, ਉਸ ਵੇਲੇ ਇਤਿਹਾਸ ਇਹੀ ਕਹਿੰਦਾ ਆ ਜਾਣੀ ਵੀ ਇਦਾਂ ਦਾ ਵੀ ਟਾਈਮ ਸੀਗਾ ਵੀ ਉਹਨਾਂ ਨੂੰ ਕਿਤੇ ਨਾ ਮਹੀਨੇ 2 ਮਹੀਨੇ ਬਾਅਦ 3 ਮਹੀਨੇ ਬਾਅਦ ਕਿਤੇ ਇਦਾਂ ਦੀ ਥਾਂ ਤੇ ਜੁੜਦੇ ਸੀ ਜਿੱਥੇ ਸਰੂਪ ਹੁੰਦਾ ਸੀ ਉਹਨਾਂ ਕੋਲ। ਠੀਕ ਹੈ, ਉਦੋਂ ਫਿਰ ਸਾਰੇ ਇਕੱਠੇ ਹੋ ਕੇ ਨਾ ਕਹਿੰਦੇ ਸੀ ਪਿਆਓ ਪਾਠ ਕਰੀਏ। ਠੀਕ ਹੈ, ਇਦਾਂ ਅਖੰਡ ਪਾਠ ਜਿੱਥੋਂ ਚੱਲਿਆ ਵੀ ਦਰਸ਼ਨ ਕਰਨ ਨੂੰ ਨਹੀਂ ਸੀ ਮਿਲਦੇ, ਸੰਗਤ ਹੀ ਨਹੀਂ ਸੀ ਹੁੰਦੀ। ਠੀਕ ਹੈ, ਲੜਾਈਆਂ ਝਗੜਿਆਂ ਦੇ ਵਿੱਚ ਵਿਚਰਦੇ ਸੀ ਉਹ। ਠੀਕ ਆ, ਹੁਣ ਇਦਾਂ ਦੇ ਮੌਕੇ ਜਿਹੜੇ ਇਦਾਂ ਦੇ ਸਮੇਂ ਆ ਹਨਾ, ਹੁਣ ਜੇ ਇਦਾਂ ਦਾ ਟਾਈਮ ਆ ਜਾਵੇ, ਹੋ ਸਕਦਾ ਤੁਹਾਨੂੰ ਮਹੀਨੇ ਬਾਅਦ ਇਦਾਂ ਜੁੜ ਹੋਵੇ ਤੁਹਾਤੋਂ ਹਨਾ। ਬਿਲਕੁਲ, ਉਹਦੇ ਲਈ ਬਸ ਜ਼ਰੂਰੀ ਆ ਫਿਰ ਤੁਸੀਂ ਆਪਣਾ ਤਿਆਰੀ ਰੱਖੋ ਉਹਦੇ ਲਈ। ਇਹ ਥੋੜੋ ਵੀ ਤੁਸੀਂ ਹੁਣ ਅਗਲੇ ਤੇ ਇਲਜ਼ਾਮ ਲਾਉਂਗੇ ਵੀ ਆਹ ਕਰ ਗਏ ਜੀ, ਆਹ ਕਰ ਗਏ ਜੀ, ਆਹ ਕਰ ਗਏ ਜੀ। ਤੁਸੀਂ ਹਰ ਹਾਲਤ ਦੇ ਵਿੱਚ ਜਿੰਨਾ ਵੀ, ਜੇ ਅਗਲਾ ਤੁਸੀਂ ਨਾ 5ਵੇਂ ਪਾਤਸ਼ਾਹ ਦੀ ਸ਼ਹੀਦੀ ਬਾਰੇ ਸੋਚ ਕੇ ਦੇਖੋ ਵੀ ਬੱਚੇ ਦੀ ਉਮਰ 11 ਸਾਲ ਦੀ ਹੈ ਹਨਾ, ਉੱਥੇ ਕੋਈ ਇਦਾਂ ਚੀਕ ਚਹਾੜਾ ਨਹੀਂ, ਕੋਈ ਇਦਾਂ ਨਹੀਂ ਸ਼ਿਕਾਇਤ ਨਹੀਂ ਹੈਗੀ, ਕੋਈ ਫਰਿਆਦ ਨਹੀਂ ਹੈਗੀ ਹਨਾ। ਵੀ ਹਰ ਵੇਲੇ ਤਿਆਰੀ ਇਹ ਆ ਜਿਹੜੀ ਹਮ ਆਦਮੀ ਹਾਂ ਇੱਕਦਮੀ ਦੀ ਵੀ ਗੱਲ ਆ, ਉਹਦੇ ਵਿੱਚ ਤਿਆਰੀ ਇਹ ਆ ਵੀ ਜੇ ਮੈਂ ਸਵੇਰੇ ਨਾ ਹੋਇਆ, ਆਗੂ ਦੀ ਪਹਿਚਾਣ ਹੀ ਇਹ ਹੁੰਦੀ ਆ। ਜਿਹੜਾ ਸਫਲ ਬਿਜ਼ਨਸਮੈਨ ਆ ਨਾ, ਉਹ ਇਦਾਂ ਬਿਜ਼ਨਸ ਕਰਦਾ ਆ, ਉਹਦਾ ਹਰੇਕ ਕਰਿੰਦਾ ਜਿਹੜਾ ਹੈ ਨਾ, ਉਹਦੇ ਬਾਰੇ ਹੁਣ ਇਦਾਂ ਤਿਆਰੀ ਰੱਖੀ ਹੋਇਆ ਵੀ ਜੇ ਇਹ ਸਵੇਰੇ ਨਾ ਹੋਇਆ, ਕਿਸੇ ਚੀਜ਼ ਦੇ ਉੱਤੇ ਡਿਪੈਂਡੈਂਟ ਨਹੀਂ ਹੈਗਾ ਉਹ। ਸਾਡੇ ਸਮਾਜ ਵਿੱਚ ਜਦੋਂ ਕੋਈ ਮਰਦਾ ਹੈ ਨਾ, ਉਹਦਾ ਜਿਹੜਾ ਚੀਕ ਚਹਾੜਾ ਪੈਂਦਾ ਇਸ ਕਰਕੇ ਪੈਂਦਾ, ਡਿਪੈਂਡੈਂਟ ਹੁੰਨੇ ਉਹਦੇ ਵੈਰੀ ਹੈਵੀਲੀ। ਸਾਡੇ ਜਾਨੀ ਕਿੰਨੇ ਕੁ ਪੰਜਾਬੀ ਆ ਜਿਨ੍ਹਾਂ ਨੇ ਘਰ ਦੇ ਵਿੱਚ ਜਿਹੜੇ ਕੱਪੜੇ ਆ, ਉਹ ਹਰੇਕ ਜੀ ਨੂੰ ਪਤਾ ਆ ਵੀ ਮੇਰੇ ਕਿੱਥੇ ਆ, ਮੈਂ ਧੋਣੇ ਵਾਲੇ ਕਿੱਥੇ ਪਏ, ਪ੍ਰੈਸ ਕਰਨੇ ਵਾਲੇ ਕਿੱਥੇ, ਪ੍ਰੈਸ ਕਰਕੇ ਮੈਂ ਕਿੱਥੇ ਰੱਖਣੇ ਆ, ਕਿਉਂ ਆਪ ਕਰਦੇ ਹੀ ਨਹੀਂ ਅਸੀਂ। ਕੱਲੀ ਚੀਜ਼ ਜਿਹੜੀ ਆ ਉਹ ਕਿਸੇ ਹੋਰ ਤੇ ਡਿਪੈਂਡੈਂਟ ਆ, ਇਸੇ ਕਰਕੇ ਰੌਲਾ ਪੈਂਦਾ ਸਾਡਾ, ਜਿਹੜਾ ਚੀਕ ਚਹਾੜਾ ਪੈਂਦਾ ਇਸੇ ਕਰਕੇ ਪੈਂਦਾ ਵੀ ਹੁਣ ਮੈਨੂੰ ਕੰਮ ਜ਼ਿਆਦਾ ਕਰਨਾ ਪੈ ਜਾਣਾ। ਹੁਣ ਜਿਹੜਾ ਇਹ ਕੰਮ ਮੈਂ ਨਹੀਂ ਸੀ ਪਹਿਲਾਂ ਕਰਦਾ, ਮੈਂ ਕਰ ਸਕੂੰਗਾ ਜਾਂ ਨਹੀਂ। ਹਾਲਾਂਕਿ ਨਿਊਜ਼ੀਲੈਂਡ ਦੇ ਵਿੱਚ ਮੈਨੂੰ ਕੋਈ ਐਸਾ ਪਰਿਵਾਰ ਨਹੀਂ ਦਿਸਿਆ, ਜਦੋਂ ਜਿਹੜੇ ਬੰਦੇ ਹੈਗੇ ਆ ਸੁਣਦੇ, ਚਲੋ ਕੈਨੇਡਾ ਅਮਰੀਕਾ ਵਾਲੇ ਵੀ ਆਪਣੇ ਆਲੇ ਦੁਆਲੇ ਨਿਗਾਹ ਮਾਰ ਲਿਓ, ਮੈਨੂੰ ਕੋਈ ਐਸਾ ਪਰਿਵਾਰ ਨਹੀਂ ਦੀਦਾ ਜਿਹਦੇ ਵਿੱਚ ਜਿਹੜਾ ਵੱਧ ਤੋਂ ਵੱਧ ਜ਼ਿੰਮੇਵਾਰੀ ਉਠਾਉਣੇ ਵਾਲਾ ਮੈਂਬਰ ਸੀ ਨਾ, ਜਿਹਦੇ ਬਾਰੇ ਬਹੁਤ ਜ਼ਿਆਦਾ ਰੌਲਾ ਪਿਆ ਹੋਵੇ, ਏਦਾਂ ਰੋਣਾ ਰੱਪਾ ਪਿਆ ਹੋਵੇ, ਉਹ ਤੋਂ ਬਾਅਦ ਟੱਬਰ ਥੱਲੇ ਨੂੰ ਗਿਆ ਹੋਵੇ। ਠੀਕ ਹੈ, ਉਹਦੇ ਮਰਨ ਤੋਂ ਬਾਅਦ ਉਹ ਪਰਿਵਾਰ ਗਰੀਬੀ ਵਾਲੇ ਪਾਸੇ ਨੂੰ ਗਿਆ ਹੋਵੇ। ਮੈਨੂੰ ਕੋਈ ਟੱਬਰ ਨਹੀਂ ਐਸਾ ਦਿਸਿਆ। ਠੀਕ, ਨਹੀਂ ਤਾਂ ਸੋਚ ਕੇ ਦੇਖ ਲਓ, 10 ਪਰਿਵਾਰ ਤਾਂ ਹੁਣ ਮੇਰੇ ਐਨ ਜ਼ਿਹਨ ਦੇ ਵਿੱਚ ਏਦਾਂ ਆ। ਠੀਕ ਹੈ, ਵੀ ਜਦੋਂ ਮੌਤਾਂ ਹੋਈਆਂ ਨਾ, ਉਸ ਵੇਲੇ ਏਦਾਂ ਲੱਗਦਾ ਸੀ ਵੀ ਉੱਜੜ ਗਿਆ, ਖਤਮ ਹੋ ਗਿਆ, ਏਦਾਂ ਹੀ ਲੱਗਦਾ ਸੀ। ਨਹੀਂ ਤਾਂ ਸੋਚ ਕੇ ਦੇਖ ਲਓ ਵੀ ਕਿੱਥੇ ਗਿਆ ਪਰਿਵਾਰ ਨਹੀਂ। ਥੋੜਾ ਜਿਹਾ ਵਜਨ ਵੱਧ ਗਿਆ, ਬੈਨੀਫਿਟ ਤਾਂ ਹੁੰਦਾ ਹੀ ਆ, ਕਿ ਭੁਲੇਖਾ ਆ ਇੱਕ। ਠੀਕ ਹੈ, ਅਸੀਂ ਜਿਹੜੀ ਤਿਆਰੀ ਆ ਜਾਣੀ ਨਾ, ਉਹ ਤੁਹਾਡੀ ਹਰ ਵੇਲੇ ਜਦੋਂ ਇੱਕ ਦਮੀ ਦੀ ਗੱਲ ਕਰਦੇ ਆ ਨਾ, ਉਹਦੇ ਚ ਜ਼ਰੂਰੀ ਆ ਤੁਹਾਡੀ ਤਿਆਰੀ ਇਦਾਂ, ਵਾਕਿਆ ਹੀ ਤਿਆਰੀ ਇਦਾਂ ਚਾਹੀਦੀ ਆ ਤੇ ਆਹੀ ਸਾਹ ਆ ਮੇਰਾ। ਉਹਦੇ ਲਈ ਹੁਣ ਬੈਂਕ ਦਾ ਸਿਸਟਮ ਆ, ਜਿਹੜਾ ਪਰਿਵਾਰ ਦੇ ਵਿੱਚ ਜਿਹੜੀਆਂ ਗੱਲਾਂ, ਹੁਣ 6ਵੇਂ ਪਾਤਸ਼ਾਹ ਦੀ ਜਦੋਂ ਜ਼ਿੰਮੇਵਾਰੀ ਚੱਕਦੇ ਆ,
ਇਦਾਂ ਥੋੜਾ ਹੋਊਗੀ ਵੀ ਇਦਾਂ ਵੀ ਪੰਜਵੇਂ ਪਾਤਸ਼ਾਹ ਗਏ ਆ ਗੱਲਬਾਤ ਕਰਨ, ਇਦਾਂ ਗਏ ਵੀ ਬੇਟਾ ਫਿਕਰ ਨਾ ਕਰੀ ਵੀ ਪਹਿਲੇ ਪਾਤਸ਼ਾਹ ਨੂੰ ਵੀ ਬਾਬਰ ਨੇ ਜੇਲ੍ਹ 'ਚ ਰੱਖਿਆ ਹੀ ਸੀ ਹਨਾ, ਵੀ ਦੂਜੇ ਪਾਤਸ਼ਾਹ ਦੀ ਵੀ ਗੱਲ ਹੋਈ, ਤੀਜੇ ਪਾਤਸ਼ਾਹ ਵੇਲੇ ਪਿਤਾ ਜੀ ਗਏ ਆ ਹਨਾ, ਵੀ ਅਕਬਰ ਆਪ ਆਇਆ ਇਦਾਂ, ਵੀ ਤਾਂ ਠੀਕ ਆ ਗੱਲਬਾਤ, ਏਡਾ ਮਸਲਾ ਨਹੀਂ ਹੈਗਾ ਵੀ ਕੁਛ ਸਾਡੇ ਨਾਲ ਏਦਾਂ ਪੰਗਾ ਲੈਣ ਉਹ, ਵੀ ਬਸ ਗੱਲਬਾਤ ਹੋਣੀ ਆ। ਇਦਾਂ ਗਏ ਹੋਣਗੇ ਪੰਜਵੇਂ ਪਾਤਸ਼ਾਹ ਪੂਰੀ ਦੱਸ ਕੇ ਇਦਾਂ ਪੂਰਾ ਇਦਾਂ, ਉਹ ਤੋਂ ਪਹਿਲਾਂ ਬਹੁਤ ਪਹਿਲਾਂ ਤਿਆਰੀ ਹੋਊਗੀ ਉਹ ਤੋਂ, ਡੈਫੀਨੇਟਲੀ। ਹੁਣ ਗੋਬਿੰਦ ਰਾਏ ਦੀ ਬਹੁਤ ਪਹਿਲਾਂ ਤਿਆਰੀ ਹੋ ਗਈ, ਅਸੀਂ ਤਾਂ ਉਹ ਬਣਾਤੀਆਂ ਨਾ ਇਦਾਂ ਕਰਾਮਾਤੀ ਕਹਾਣੀਆਂ ਵੀ ਉਹ ਆਏ ਬ੍ਰਾਹਮਣ ਤੇ ਇਦਾਂ ਕਿਹਾ ਤੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਕਿਸੇ ਕਿਹੜਾ ਮਹਾਨ ਬੰਦਾ ਕੋਈ ਮਹਾਨ ਆਗੂ ਸਿਰ ਦੇਵੇ ਫਿਰ ਧਰਮ ਬਚਣਾ, ਕਹਿੰਦੇ ਤੁਹਾਤੋਂ ਮਹਾਨ ਕੌਣ ਆ, ਠੀਕ ਹੈ। ਇਦਾਂ ਨਹੀਂ ਵੀ ਉਹ ਤੋਂ ਬਹੁਤ ਪਹਿਲਾਂ ਦੀ ਇਹ ਤਿਆਰੀ ਆ ਵੀ ਪਤਾ ਨਹੀਂ ਕਿਹੜੇ ਵੇਲੇ ਸਾਹ ਨਿਕਲ ਜਾਣਾ, ਔਰ ਜੇ ਮੈਂ ਨਹੀਂ ਹੋਣਾ ਫਿਰ ਕਿੱਦਾਂ ਚੱਲਣਾ ਹੈ। ਆਹੋ ਪਰਿਵਾਰਕ ਮਾਹੌਲ ਉਸ ਤਰੀਕੇ ਦਾ ਸੀਗਾ, ਨਾਲੇ ਜਿਹੜੀ ਬੀਬੀਆਂ ਦੀ ਅਹਿਮੀਅਤ ਆ ਉਹਨੂੰ ਕਿੰਨਾ ਵਿੱਚ ਘਟਾ ਕੇ ਦੇਖਿਆ ਜਾਂਦਾ, ਜਿਹੜੀਆਂ ਉਹਨਾਂ ਦੇ ਘਰੋਂ ਵਾਈਫ ਉਹਨਾਂ ਦੀ ਅਹਿਮੀਅਤ ਤਾਂ ਸਾਡੇ ਕਦੇ ਉਹਨਾਂ ਦੀ ਅਹਿਮੀਅਤ ਦੀ ਤਾਂ ਗੱਲ ਹੀ ਨਹੀਂ ਹੁੰਦੀ। ਸਾਹਿਬਜ਼ਾਦਿਆਂ ਦਾ ਵੀ ਜਿਹੜਾ ਜੀਵਨ ਆ ਜਿੱਦਾਂ ਅਸੀਂ ਪੇਸ਼ ਕਰਦੇ ਹਾਂ ਵੀ ਜੋ ਮਾਤਾ ਜੀ ਨੇ ਇਦਾਂ ਸਿਖਾਇਆ ਇਦਾਂ ਕਰਿਆ, ਇਦਾਂ ਨਹੀਂ, ਇਦਾਂ ਜਾਣੀ ਇਹ ਗੱਲਾਂ ਕਹਿਣ ਨਾਲ ਥੋੜ੍ਹਾ ਆਉਣੀਆਂ ਹੁੰਦੀਆਂ, ਐਟੀਟਿਊਡ ਇਦਾਂ ਬਿਲਡ ਹੋ ਜਾਂਦਾ ਹੁੰਦਾ ਕਿ ਪ੍ਰੈਕਟੀਕਲ ਆ। ਠੀਕ ਹੈ ਨਾ। ਹੁਣ ਤੁਸੀਂ ਬੱਚਾ ਆ, ਬੱਚਾ ਤੁਹਾਡਾ ਮਤਲਬ ਐਥਲੈਟਿਕਸ ਨਹੀਂ, ਜਿਮਨਾਸਟਿਕ ਨਹੀਂ ਕਰਦਾ ਹੈਨਾ, ਤੁਸੀਂ ਆਲ ਆਫ ਸਡਨ ਉਹਨੂੰ ਉੱਥੇ ਲਿਜਾ ਕੇ ਤੇ ਉਹਨੂੰ ਕਹੋ ਵੀ ਇਦਾਂ ਤੂੰ ਹੁਣ ਜਿਮਨਾਸਟਿਕ ਕਰ, ਡਰੀ ਨਾ, ਵੀ ਲਚਕ ਕੇ ਕਰੀ, ਜ਼ੋਰ ਨਾਲ ਛਾਲ ਮਾਰੀ, ਇਦਾਂ ਕਰ ਲਊਗਾ ਇਦਾਂ। ਹੁਣ ਜਿਹੜੀ ਸਰੀਰ ਦੀ ਤੁਹਾਡੀ ਹੈਗੀ ਆ ਹਰਕਤ ਉਹ ਨਹੀਂ ਹੋ ਰਹੀ ਤੇ ਦਿਮਾਗੀ ਕਿੱਦਾਂ ਹੋ ਜਾਣੀ, ਦਿਮਾਗ ਕਿੱਦਾਂ ਮੋਲਡ ਹੋ ਜਾਊਗਾ ਇੱਕਦਮ। ਹੁਣ ਦੌੜ ਨਹੀਂ ਸਕਦਾ ਬੰਦਾ ਹਨਾ, ਕੋਈ ਇਦਾਂ ਵੇਟ ਨਹੀਂ ਚੱਕ ਸਕਦਾ ਇਦਾਂ ਕਹਿਣ ਦੇ ਉੱਤੇ ਹਨਾ, ਡਰਨਾ ਤੂੰ ਕੋਈ ਨਹੀਂ ਚੱਕ ਦਿਖੀ ਜਾਊ, ਲਾ ਦੇ ਜ਼ੋਰ ਸਾਰਾ, ਮਰਨੇ ਨੂੰ ਕਿੱਦਾਂ ਤਿਆਰ ਹੋ ਜਾਊ। ਅੱਛਾ ਕਮਾਲ ਦੀ ਗੱਲ ਹੈ ਵੀ ਸਰੀਰ ਤੇ ਦਿਮਾਗ ਤੇ ਫਾਰਮੂਲਾ ਇੱਕੋ ਹੀ ਲੱਗਦਾ ਦੋਨਾਂ ਤੇ, ਆਹੋ ਬਈ ਸਮਾਂ ਮੰਗਦੇ ਆ ਦੋਨਾਂ ਗੱਲਾਂ ਦੇ ਵਿੱਚ, ਇਹ ਦੋ ਹੀ ਪਰਪੱਕ ਹੋਣ ਨੂੰ ਸਮਾਂ ਮੰਗਦੇ ਆ। ਨਹੀਂ ਉਹ ਜਿਹਨੂੰ ਸਰੀਰ ਦਾ ਵੀ ਕਹਿੰਦੇ ਆ ਨਾ, ਉਹ ਵੀ ਤਿਆਰੀ ਤਾਂ ਪਹਿਲਾਂ ਦਿਮਾਗ ਦੀ ਹੋਈ ਹੋ ਆ ਨਾ, ਨਹੀਂ ਤਾਂ ਕਿੰਨੇ ਤਕੜੇ ਬੰਦੇ ਹੁੰਦੇ ਆ ਜੋ ਬੋਡੀ ਵੇਟ ਤੁਸੀਂ ਦੇਖੋ, ਉਹ ਤਾਂ ਉਹਨਾਂ ਚ ਬਹੁਤ ਜਾਨੀ ਚੱਕਣ ਦੀ ਸਮਰੱਥਾ ਤਾਂ ਜ਼ਿਆਦਾ ਹੁੰਦੀ ਆ, ਬਹੁਤ ਬੰਦੇ ਇਦਾਂ ਦੇ ਹੁੰਦੇ ਆ। ਹਾਂਜੀ ਸਾਡੇ ਨਾਲ ਸਰੋਤੇ ਆ ਜੀ, ਇੱਕ ਸਵਾਗਤ ਹੈ ਜੀ ਤੁਹਾਡਾ। ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੈਂ ਸ਼੍ਰੀ ਮੁਕਤਸਰ ਸਾਹਿਬ ਕੋਲੇ ਮੇਰਾ ਪਿੰਡ ਹੈ, ਪਿੰਡ ਭਾਗਸਰ ਤੋਂ ਬੋਲਦਾ ਜੀ, ਨਿਰਮਲ ਸਿੰਘ ਨਾਮ ਹੈ ਮੇਰਾ। ਹਾਂਜੀ ਸੁਣਾਓ ਜੀ ਕੀ ਹਾਲ? ਠੀਕ ਠਾਕ ਜੀ, ਬਹੁਤ ਵਧੀਆ। ਮੈਂ ਵੀ ਆਖਿਆ ਮੈਂ ਵੀ ਸ਼ਾਮਲ ਹੋ ਜਾ ਜੀ ਪੰਜਾਬ ਵਾਲੇ ਸਰੋਤਿਆਂ ਨਾਲ। ਹਾਂਜੀ ਠੀਕ ਹੈ ਜੀ, ਧੰਨਵਾਦ। ਹਾਂਜੀ ਤਕਰੀਬਨ ਮੈਂ ਜੀ 4 ਸਾਲ ਤੋਂ ਹੀ ਸੁਣ ਰਿਹਾ ਜੀ ਰੇਡੀਓ ਵਿਰਸਾ। ਪਹਿਲਾਂ ਅਸੀਂ ਪਿੰਡ ਦੇ ਵਿੱਚ ਰਹਿੰਦੇ ਜੀ, ਕਿਸਾਨੀ ਮੈਂ ਕਰਦਾ, ਕਿਸਾਨ ਹੈਗਾ ਇੱਕ। ਹਾਂਜੀ ਤੇ ਪਹਿਲਾਂ ਸਾਡੇ ਨੈਟਵਰਕ ਦੀ ਬਹੁਤ ਪ੍ਰੋਬਲਮ ਸੀ, ਬਹੁਤ ਕਦੇ ਸੁਣਿਆ ਜਾਂਦਾ ਸੀ। ਹੁਣ ਤਕਰੀਬਨ ਅਸੀਂ 1 ਸਾਲ ਤੋਂ ਲਗਾਤਾਰ ਸੁਣ ਰਹੇ ਹਾਂ ਤੇ ਬਹੁਤ ਵਧੀਆ ਵੀਰ ਜੀ। ਅਸੀਂ ਤਾਂ ਮੇਰੇ ਤਾਂ ਬਚਪਨ ਤੋਂ ਹੀ ਪਹਿਲਾਂ ਤੁਹਾਡੇ ਵਾਲੇ ਵਿਚਾਰ ਸੀਗੇ ਤੇ ਸੱਚ ਬੋਲ ਕੇ ਇਕੱਲੇ ਹੀ ਰਹਿ ਜਾਈਦਾ ਜੀ, ਸਾਥ ਬਹੁਤ ਘੱਟ ਮਿਲਦਾ ਜੀ। ਇਸ ਵਾਸਤੇ ਮੈਨੂੰ ਅੱਜ ਦਿਲ ਕੀਤਾ, ਮੈਂ ਵੀਰ ਜੀ ਨਾਲ ਵੀ ਸਾਂਝ ਪਾਈ ਗਈ ਵੀ ਤੁਹਾਡਾ ਵੀ ਹੌਸਲਾ ਵਧੇ, ਵੀ ਤੁਹਾਨੂੰ ਸੁਣਨ ਵਾਲੇ ਬਹੁਤ ਹੈ ਜੀ, ਗੱਲ ਕਰਨ ਵਾਲੇ ਘੱਟ ਹੈ, ਪਰ ਬਹੁਤ ਲੋਕ ਜੁੜ ਰਹੇ ਆਪਣੇ ਨਾਲ, ਬਹੁਤ ਜੁੜ ਰਹੇ ਜੀ। ਇਸ ਗੱਲ ਦਾ ਹੌਸਲਾ ਰੱਖੋ। ਆਹ ਛੇਕਣ ਛੂਕਣ ਵਾਲੀਆਂ ਗੱਲਾਂ ਤਾਂ ਅਸੀਂ ਪਹਿਲਾਂ ਬਚਪਨ ਤੋਂ ਹੀ ਨਹੀਂ ਸਾਡੇ ਵਿਚਾਰ ਸੀ ਵੀ ਇੱਕ ਬੰਦਾ ਕਿਸੇ ਨੂੰ ਕੌਣ ਛੇਕਣ ਵਾਲਾ, ਕੌਣ ਸ਼ਾਮਲ ਕਰਨ ਵਾਲਾ ਤੇ ਕੌਣ ਛੇਕਣ ਵਾਲਾ, ਕਿਸੇ ਦੇ ਪਿਓ ਦਾ ਨਹੀਂ ਧਰਮ। ਇਹ ਤਾਂ ਗੱਲਾਂ ਦੀ ਕੋਈ ਪਰਵਾਹ ਕਰਨ ਦੀ ਲੋੜ ਨਹੀਂ ਜੀ। ਦੁਨੀਆ ਜੁੜ ਰਹੀ ਹੈ ਤੁਹਾਡੇ ਨਾਲ, ਬਹੁਤ ਸੁਣਨ ਵਾਲੇ ਸਰੋਤੇ ਵੱਧ ਰਹੇ ਆ, ਮੇਰੇ ਥਰੂ ਵੀ 5-6 ਨਾਲ ਸਰੋਤੇ ਵਧੇ ਆ। ਸਾਰੇ ਆਂਦੇ ਯਾਰ ਇਹ ਗੱਲਾਂ ਤਾਂ ਦਿਮਾਗ 'ਚ ਸੋਚਦੇ ਹੁੰਦੇ ਸੀ, ਜੋ ਹੋ ਰਹੀਆਂ ਵੀ ਇਹ ਸਹੀ ਹੈ, ਜਾਇਜ਼ ਆ, ਸੱਚ ਹੈ। ਤੇ ਲੋਕ ਬਈ ਇੱਕ ਦਿਨ ਜੀ ਕਾਫਲਾ ਵੱਡਾ ਹੋਊਗਾ ਜੀ, ਬਹੁਤ ਵੱਡਾ ਕਾਫਲਾ ਹੋਊਗਾ, ਇੱਕ ਦਿਨ ਸੁਧਾਰ ਆਊਗਾ ਜੀ, ਆਊਗਾ, ਬਿਲਕੁਲ ਆਊਗਾ। ਇੰਨੀ ਗੱਲ ਕਰਨੀ ਸੀ। ਸਤਿ ਸ੍ਰੀ ਅਕਾਲ ਜੀ ਵੀਰ। ਥੈਂਕ ਯੂ ਵੈਰੀ ਮਚ ਜੀ, ਧੰਨਵਾਦ ਜੀ। ਆਪਾਂ ਗੱਲ ਤਾਂ ਠੀਕ ਆ ਜਾਣੀ, ਇਦਾਂ ਤੁਸੀਂ ਨਿਰਧਾਰਤ ਨਹੀਂ ਇਦਾਂ ਕਰ ਸਕਦੇ, ਠੀਕ ਆ, ਤੁਸੀਂ ਤੈਅ ਇਦਾਂ ਨਹੀਂ ਕਰ ਸਕਦੇ ਵੀ ਕਿੰਨੇ ਜਣੇ ਆ, ਕੌਣ ਆ, ਠੀਕ ਆ। ਜਿਹੜਾ ਨਾ ਜਦੋਂ ਆਪਾਂ ਨਾ ਕੈਨੇਡਾ ਦੇ ਦੀਵਾਨ ਹੋਏ ਆ ਢੱਡਰੀਆਂ ਵਾਲਿਆਂ ਦੇ, ਉਹਨੂੰ ਦੇਖ ਕੇ ਪਤਾ ਲੱਗਦਾ ਵੀ ਜਿਹੜੀ ਕਪੂਰ ਗੱਲ ਕਹਿੰਦਾ ਸੀ ਨਾ, ਕੱਲਿਆਂ ਦਾ ਕਾਫਲਾ, ਵੀ ਹੋ ਸਕਦਾ ਕੱਲਿਆਂ ਦਾ ਵੀ ਕਾਫਲਾ ਹੋ ਸਕਦਾ,
ਉੱਥੋਂ ਕੈਨੇਡਾ ਉਹਨਾਂ ਦੇ ਦੀਵਾਨ ਦੇਖ ਕੇ ਪਤਾ ਲੱਗਾ ਜਾਣੀ ਇਹਨੂੰ ਕੱਲਿਆਂ ਦਾ ਕਾਫਲਾ ਇਹਨੂੰ ਕਹਿੰਦੇ ਆ। ਹੋ ਸਕਦਾ ਆ ਹੌਸਲਾ ਨਾ ਹਾਰੀਏ। ਹਾਂਜੀ ਠੀਕ ਆ। ਤੇ ਉਹਦੇ ਵਿੱਚ ਨਾਲੇ ਗੱਲ ਇਹ ਹੁੰਦੀ ਆ ਜਦੋਂ ਨਾ ਤੁਸੀਂ ਇਹ ਤੈਅ ਕਰਕੇ ਇਹ ਸੋਚ ਕੇ ਗੱਲ ਕਰਦੇ ਆ, ਪਲਾਨ ਬਣਾ ਕੇ ਗੱਲ ਕਰਦੇ ਆ ਭਈ ਕਿੰਨਿਆਂ ਜਣਿਆਂ ਨੂੰ ਪਸੰਦ ਆਊਗੀ, ਕਿਹਨੂੰ ਪਸੰਦ ਆਊਗੀ, ਫਿਰ ਨਹੀਂ ਗੱਲ ਹੋ ਸਕਦੀ। ਠੀਕ ਆ। ਤੁਸੀਂ ਜਿਹੜੀ ਗੱਲ ਕਰਨੀ ਆ ਨਾ ਉਹ ਠੀਕ ਕਰਨੀ ਆ ਬਸ। ਹੁਣ ਤੁਸੀਂ ਮੰਨ ਲਓ ਹੈਮਿਲਟਨ ਨੂੰ ਜਾਣਾ ਆਪਣੇ ਘਰੋਂ, ਹੁਣ ਕਿਸੇ ਨੇ ਮੌਂਟਰੀਅਲ ਤੋਂ ਟੋਰਾਂਟੋ ਨੂੰ ਜਾਣਾ ਹਨਾ, ਜਾਂ ਅਮਰੀਕਾ ਨਿਊਯਾਰਕ ਜਾਣਾ, ਉਹਨੇ ਵੀ ਜਾਣਾ ਬਾਈ ਰੋਡ ਆ। ਹੁਣ ਉਹਦੇ ਗੱਡੀ ਦੇ ਵਿੱਚ ਬੱਸ ਆ, ਉਹਦੇ ਕੋਲ ਬੱਸ ਦੇ ਵਿੱਚ 50 ਸਵਾਰੀਆਂ ਬੈਠੀਆਂ ਹਨਾ। ਹੁਣ ਜਦੋਂ ਜਾਣਾ ਨਾ, ਜਿਨ ਸਿਰੇ ਲਾਉਣੀ ਆ ਗੱਡੀ, ਉਹਨੂੰ ਇਹ ਦੇਖਣਾ ਪੈਣਾ ਵੀ ਸਹੀ ਰਾਹ ਕਿਹੜਾ ਆ, ਨਾ ਕਿ ਇਹ ਵੀ ਇਹਨਾਂ ਨੂੰ ਸਾਰਿਆਂ ਨੂੰ ਪਸੰਦ ਕਿਹੜਾ ਆ। ਜੇ ਇਦਾਂ ਜਾਊਗਾ ਉਹ ਫਿਰ ਤਾਂ ਮੰਜ਼ਿਲ ਤੇ ਪਹੁੰਚ ਹੀ ਨਹੀਂ ਸਕਦਾ। ਨਹੀਂ ਪਹੁੰਚ ਸਕਦਾ। ਬਿਲਕੁਲ। ਤੁਸੀਂ ਆਗੂ ਹੋਣ ਦੇ ਨਾਤੇ, ਡਰਾਈਵਰ ਹੋਣ ਦੇ ਨਾਤੇ ਤੁਸੀਂ ਗੱਡੀ ਨੂੰ ਮੰਜ਼ਿਲ ਤੇ ਲੈ ਕੇ ਜਾਣਾ ਹੈ, ਤੁਹਾਡੀ ਜ਼ਿੰਮੇਵਾਰੀ ਆ। ਉਹਦੇ ਚ ਹੋ ਸਕਦਾ ਕੋਈ ਨਿਆਣੀ ਤਾਂ ਇਹ ਵੀ ਕਹਿੰਦੇ ਹੁੰਦੇ ਆ ਪਿਆਰ ਵੀ ਦੇਅਰ ਯੈਟ, ਆਰ ਵੀ ਦੇਅਰ ਯੈਟ, ਬਾਰ-ਬਾਰ ਪੁੱਛਦੇ। ਤੁਹਾਨੂੰ ਉਹਨਾਂ ਨੂੰ ਇਦਾਂ ਨਹੀਂ ਕਹਿ ਸਕਦੇ ਚੁੱਪ ਕਰ ਜਾ, ਬਹਿ ਜਾ ਆਰਾਮ ਨਾਲ। ਉਹਨੂੰ ਮੋਟੀਵੇਟ ਕਰਕੇ ਰੱਖਣਾ ਪੈਣਾ ਤੁਹਾਨੂੰ ਵੀ ਇਦਾਂ ਉਹਦੀ એનર્ਜੀ ਬਣੀ ਰਹੇ ਇਦਾਂ ਵੀ ਕੁਛ ਨਾ ਕੋਈ। ਬਸ ਹੁਣ 5 ਮਿੰਟ ਤੇ ਅਸੀਂ ਰੁਕਣ ਲੱਗੇ ਆ ਹਨਾ, ਹੁਣ ਇਦਾਂ ਝੂਲੇ ਆਉਣ ਲੱਗੇ ਆ, ਹੁਣ ਮੈਕਡੋਨਲਡ ਆ ਜਾਣਾ, ਬਸ ਹੁਣ ਆਪਾਂ ਤੁਸੀਂ ਸੌਂ ਜਾਓ, ਹੁਣ ਜਾਤੇ ਪਹੁੰਚ ਜਾਣਾ ਆਪਾਂ, ਉਹਦੇ ਜਾ ਕੇ ਇਦਾਂ ਹੋਣੀ ਆ, ਤਾਂ ਕਿ ਉਹ ਜਾਣ ਦਾ ਫਾਇਦਾ ਹੀ ਨਹੀਂ ਹੋਣਾ, ਨਹੀਂ ਤਾਂ ਕੋਈ। ਠੀਕ ਹੈ। ਸਰੋਤੇ ਆ ਜੀ ਸਾਡੇ ਨਾਲ 0107 ਉੱਤੇ। ਧੰਨਵਾਦ ਜੀ। ਨਿਊਜ਼ੀਲੈਂਡ ਤੋਂ ਸੀਗਾ ਫੋਨ ਜੀ, ਤੇ ਜਦੋਂ ਨਿਊਜ਼ੀਲੈਂਡ ਤੋਂ ਫੋਨ ਦਾ ਸਾਨੂੰ ਫਿਕਰ ਵੀ ਪੈ ਜਾਂਦਾ। ਮੈਂ ਤਾਂ ਵੇਟ ਵੀ ਥੋੜੀ ਕੀਤੀ ਆ, ਪਰ ਫਿਰ ਵੀ ਬੇਨਤੀ ਆ ਵੀ ਜੇ ਹੋਵੇ, ਸੁਣਦਾ ਹੋਵੇ ਅਗਲਾ, ਤੇ ਜ਼ਰੂਰ ਦੁਬਾਰਾ ਕਰ ਲਵੇ ਹਨਾ, ਸਾਨੂੰ ਲੱਗਦਾ ਹੁੰਦਾ। ਬਾਕੀ ਜੀ ਆਹ ਇੱਥੋਂ ਵੀਡੀਓ ਪਾਤੀ ਆ ਸਾਡੇ ਬੰਦਿਆਂ ਨੇ, ਤੇ ਉਹ ਹੋਰ ਕੋਈ ਟਰਾਈ ਨਾ ਕਰਿਓ। ਠੀਕ ਹੈ ਹਨਾ। ਜਿਹੜੀ ਕੇਕ ਕੱਟਣ ਦੀ ਪਾਤੀ ਵੀਡੀਓ, ਹਾਂ, ਉਹ ਸਿਰਫ ਛੇਕਿਆ ਹੋਇਆ ਲਈ ਆ। ਠੀਕ ਹੈ। ਐਵੇਂ ਹਰੇਕ ਬੰਦਾ ਨਾ ਏਦਾਂ ਲੱਪ ਵੇ ਟਰਾਈ ਕਰਨ, ਕਿਉਂ ਜਨਮ ਦਿਨ ਤਾਂ ਅੱਗੇ ਪਿੱਛੇ ਸਾਰਿਆਂ ਦੇ ਆਉਂਦੇ ਹੀ ਆ। ਬਿਲਕੁਲ ਹਨਾ। ਮੁੜ ਕੇ ਗੁਰਮਤਿ ਦੇ ਸਿੱਖੀ ਦੇ ਉਲਟ ਨਹੀਂ ਕੋਈ ਕੰਮ ਕਰਨਾ। ਬਾਕੀ ਜਿਹੜੇ ਅਸੀਂ ਕਿਉਂ ਜਦੋਂ ਸ਼ੇਕ ਹੋ ਗਿਆ ਤੁਸੀਂ, ਫਿਰ ਤਾਂ ਤੁਸੀਂ ਉਹ ਬੰਧਨ ਤੋੜ ਦਿੱਤੇ ਹਨਾ, ਨਹੀਂ ਤਾਂ ਧਰਮ ਤਾਂ ਉਹੀ ਹੈ ਨਾ ਤੁਹਾਡੇ ਲਈ ਸਾਰਾ। ਜਿੰਨੇ ਚਿਰ ਤੁਸੀਂ ਸ਼ੇਕ ਕੇ ਨਹੀਂ ਹੈਗਾ, ਤੁਹਾਡੇ ਕੋਲ ਤਾਂ ਰਾਈਟ ਹੀ ਨਹੀਂ ਹੈਗਾ ਦੇਖਣ ਦਾ ਵੀਡੀਓ। ਕਿੱਦਾਂ ਦੇਖ ਲਈ ਤੁਸੀਂ? ਨਹੀਂ, ਗਲਤ ਕਰ ਰਹੇ ਜਿਹੜੇ ਬੰਦੇ ਦੇਖ ਵੀ ਰਹੇ ਆ, ਏਦਾਂ ਚੋਰੀ ਛੁਪੇ ਦੇਖਣੀ ਨਹੀਂ ਚਾਹੀਦੀ ਉਹਨਾਂ। ਨਹੀਂ ਠੀਕ ਹੈ। ਚਲੋ ਜੀ, ਆਪਾਂ ਨਾ ਉਹ ਮੈਂ ਅਸਲ ਚ ਜਦੋਂ ਆਪਾਂ ਬ੍ਰੇਕ ਲਈ ਆ, ਉਦੋਂ ਮੇਰਾ ਮਨ ਕਰਦਾ ਸੀ, ਕਪੂਰ ਦਾ ਆਰਟੀਕਲ ਸੀਗਾ ਵਰਤੋਂ ਬਿਹਾਰ ਦੇ ਉੱਤੇ, ਜਿਹੜਾ 2 ਆਰਟੀਕਲ ਉਹਦੇ ਸੀਗੇ ਬੜੇ ਵਧੀਆ। ਇੱਕ ਤਾਂ ਸੀਗਾ ਜਿਹੜੀ ਤਬਦੀਲੀ ਹੁੰਦੀ ਆ ਜਦੋਂ ਯੁੱਗ ਪਲਟਦੇ ਆ, ਉਹਦੇ ਉੱਤੇ ਸੀ, ਤੇ ਇੱਕ ਸੀਗਾ ਵਰਤੋਂ ਬਿਹਾਰ ਦੇ ਉੱਤੇ। ਆਪਾਂ ਵਰਤੋਂ ਵਾਲਾ ਜਿਹੜਾ ਉਹਨੂੰ ਕਰ ਲੈਣੇ। ਸਰੋਤੇ ਸਾਡੇ ਨਾਲ ਫਿਰ ਹੋ ਗਏ ਆ, ਪਹਿਲਾਂ ਉਹਨਾਂ ਦੀ ਗੱਲ ਸੁਣ ਲਈਏ ਜੀ, ਤੇ ਫਿਰ ਆਪਾਂ ਅਗਲੀ ਗੱਲ ਕਰਦੇ ਹਾਂ ਜੀ। ਸਵਾਗਤ ਹੈ ਜੀ ਤੁਹਾਡਾ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਜਨਮ ਦਿਨ ਦੀਆਂ ਮੁਬਾਰਕਾਂ ਪਹਿਲਾਂ ਸਾਰਿਆਂ ਤੋਂ। ਇੱਕ ਮੈਂ ਛੋਟੀ ਜਿਹੀ ਗੱਲ ਹੀ ਕਰਕੇ ਕਰ ਦੇਣਾ। ਹਾਂਜੀ। ਜਿਹੜਾ ਬਾਬਾ ਆਪਣੇ ਭਾਈ ਰਣਜੀਤ ਸਿੰਘ ਨੇ ਗਤੀ ਤੇ ਉਹ ਜਿਹੜੀ ਗੱਤ ਵਾਲੀ ਗੱਲ ਕੀਤੀ ਆ, ਹਾਂਜੀ, ਉਹ ਜਾਗਰੂਕਾਂ ਨੂੰ ਸਮਝ ਆਉਂਦੀ ਆ ਵੀ ਵਿਆਕਰਨ ਦੀ ਉਹ ਕਰਦੇ ਆ ਗੱਲ। ਖਾਲੀ ਤਾਂ ਮੰਨਦੇ ਨਹੀਂ ਸੀ ਵਿਆਕਰਨ ਨੂੰ, ਉਹ ਤਾਂ ਕਹਿੰਦੇ ਉਠਾਨ ਕਾਇਆ ਹਰੇਕ ਸ਼ਬਦ ਨਾਲ। ਤੇ ਉਹਨਾਂ ਦੀ ਨਹੀਂ ਸਮਝ ਆਈ ਵੀ ਉਹਨਾਂ ਨੂੰ ਕਿਵੇਂ ਮਤਲਬ ਇਹ ਸਿੱਖਿਆ ਦੇ ਦਿੱਤੀ ਆ। ਬਸ ਇਦਾਂ ਹੀ ਆ ਜੀ। ਉਹ ਤਾਂ ਜਿੱਥੇ ਸੂਤ ਆਉਂਦਾ, ਕਿਉਂ ਉਹਨਾਂ ਨੂੰ ਤਾਂ ਇਦਾਂ ਲੱਗਦਾ ਨਾ। ਹੁਣ ਜਦੋਂ ਕੋਈ ਥੋੜੀ ਬਹੁਤੀ ਗੱਲ, ਜਿੱਦਾਂ ਹੁਣ ਕੈਨੇਡਾ ਦੇ ਦੇਖ ਲਓ ਕਿੰਨੇ ਦੀਵਾਨ ਹੋਏ ਆ ਹਨਾ। 4 ਟੋਰਾਂਟੋ ਦੇ ਸੀ, 3 3 4 3 7 3 10 3 13 14 ਤੇ 5 19 ਦੀਵਾਨ ਸੀ ਮੇਰਾ ਖਿਆਲ ਹਨਾ। 19 ਸੀ। ਐਕਸਪੋਰਟ 4 ਹੀ ਸੀਗੇ ਕਿ 3 ਸੀ? 4 ਸੀਗੇ ਆ। 3 ਕੈਲਗਰੀ ਤੇ ਐਡਮਿੰਟਨ ਸੀ, ਤੇ 5 ਸਰੀ ਸੀਗੇ। 19 ਸੀਗੇ। 4 4 8 5 13 16 ਤੇ 19 ਆ। 19 ਦੀਵਾਨਾਂ ਦੇ ਵਿੱਚੋਂ ਉਹਨਾਂ ਨੂੰ ਆਹ ਗੱਲ ਲੱਭੀ ਗਤੀ ਵਾਲੀ। ਜਾਣੀ ਕਿੰਨੀਆਂ ਗੱਲਾਂ ਕਹਿਤੀਆਂ ਹਨਾ। ਜਦੋਂ ਡੈਮੋਕ੍ਰੇਸੀ ਵਾਲੀ ਗੱਲ ਹੋਈ ਹੈ ਨਾ, ਮੈਂ ਕਿਹਾ ਹੁਣ ਚੀਕਾਂ ਵੱਜਣਗੀਆਂ ਹਨਾ। ਵੀ ਸਾਡੇ ਆਗੂ ਡਿਕਟੇਟਰਸ਼ਿਪ ਵਿੱਚ ਤਾਂ ਸਾਡੇ ਆਗੂਆਂ ਨੇ ਸਮਝਾਤਾ ਸਾਨੂੰ ਹਨਾ। ਹੁਣ ਡੈਮੋਕ੍ਰੇਸੀ ਬਾਰੇ ਸਾਡੇ ਆਗੂ ਕਦੋਂ ਦੱਸਣਗੇ ਸਾਨੂੰ ਵੀ ਕਿੱਦਾਂ ਨਜਿੱਠਣਾ? ਬਿਲਕੁਲ। ਉਹ ਜਿਹੜੀ ਗੱਲ ਤੇ ਆਬਜੈਕਸ਼ਨ ਕਰਨਾ ਚਾਹੀਦਾ, ਉਹ ਤਾਂ ਸਿਰ ਤੋਂ ਲੰਘ ਜਾਂਦੀ ਇਹਨਾਂ ਦੇ ਹਨਾ। ਜਿਹੜੀ ਕਿਤੇ ਮਾੜੀ ਮੋਟੀ ਹੱਥ ਆ ਜਾਂਦੀ ਹੈ ਏਦਾਂ, ਉੱਥੇ ਫਿਰ
ਸਾਰਾ ਗਿਆਨ ਹੀ ਉੱਥੇ ਡੁੱਲ ਪਿਆ। ਸਾਰੀ ਫੇਸਬੁੱਕ ਇਹਦੇ ਨਾਲ ਹੀ ਭਰੀ ਪਈ ਆ, ਗਤੀ 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 ਉਹਦੇ ਅਰਥ। ਜਾਗਰੂਕਤਾ ਉਹ ਮੈਂ ਪੜਿਆ ਉਹ ਭਾਬੀ ਦੇ ਘਰ ਵਾਲਾ, ਉਹ ਕਹਿੰਦਾ ਵੀ ਜਿਹੜੇ ਵੀਰ ਸਿੰਘ ਨੂੰ ਭਾਬੀ ਦੇ ਸਤਿਕਾਰ ਪੂਰਾ, ਸਤਿਕਾਰ ਕਾਇਮ ਰੱਖਿਆ ਤੂੰ। ਗੱਲ ਠੀਕ ਹੈ। ਓਕੇ ਭਾਈ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਤੁਸੀਂ ਮਿਸ ਕਰਨ ਦੀ ਗੱਲ ਕਰਦੇ ਨਾ, ਸਾਡੇ ਪਿੰਡ ਉਹ ਜਿਹੜੇ 2 ਬੰਦੇ ਸੀਗੇ ਉਹ ਨਸ਼ਾ ਪੱਤਾ ਬਾਹਲਾ ਕਰਦੇ ਹੁੰਦੇ ਸੀ। ਉਹਨੇ ਚੰਗਾ ਸ਼ੁਗਲ ਮੇਲਾ ਕਰਨਾ ਜਦੋਂ ਕਿਤੇ ਸਮਾਨ ਸਮੂਲਾ ਭੰਗ ਭੁੰਗ ਪੀਂਦੇ ਹੁੰਦੇ ਸੀ। ਇੱਕ ਦਾ ਕੱਦ ਬਾਹਲਾ ਮਧਰਾ ਸੀ, ਉਹਨੇ ਜਦੋਂ ਆਉਣਾ ਤੇ ਇਹ ਵੀ ਮੇਰਾ ਵਿਆਹ ਨਹੀਂ ਹੁੰਦਾ, ਮੇਰਾ ਵਿਆਹ ਨਹੀਂ ਹੁੰਦਾ। ਉਹ ਜਦੋਂ 2 ਹੀ ਖੜੇ, ਮੈਂ ਲਾਗੇ ਖੜਾ ਸੀਗਾ, ਉਹਨਾਂ ਦੀ ਕੁਦਰਤੀ ਗੱਲ ਜਿੱਦਾਂ ਕੰਨੀ ਪੈ ਗਈ। ਉਹ ਕਹਿੰਦਾ ਵੀ ਮਸਲਾ ਇਹ ਆ ਵੀ ਤੇਰਾ ਕੱਦ ਹੈਗਾ 5.5 ਫੁੱਟ, ਜਿਹੜਾ ਪਿਆਰ ਦਾ ਵਾਯੂ ਮੰਡਲ ਆ ਕਹਿੰਦਾ ਉਹ 6 ਤੋਂ ਸ਼ੁਰੂ ਹੁੰਦਾ, ਤੂੰ ਕਹਿੰਦਾ ਉਹਦੇ ਵਿੱਚ ਨਹੀਂ ਆਉਂਦਾ। ਮਤਲਬ ਏਦਾਂ ਦੀਆਂ ਦਲੀਲਾਂ ਇਹਨਾਂ ਦੀਆਂ, ਮਤਲਬ ਗਤੀ ਤੁਸੀਂ ਮਤਲਬ ਕਿਹੜੀਆਂ ਗੱਲਾਂ ਨੂੰ ਹੈ ਕੋਈ ਕਿੰਤੂ ਪ੍ਰੰਤੂ ਚੱਜ ਦਾ ਕਰੋ। ਨਹੀਂ ਉਹ ਜਿਹੜੀ ਗੱਲ ਆਪਾਂ ਕਰਦੇ ਸੀ ਨਾ ਸ਼ੁਰੂ, ਜਿਹੜੀ ਬੇਸਿਕ ਜਿਹੜੀ ਸਟਾਰਟਿੰਗ ਆ ਉਹ ਹੈਗੀ ਆ ਜਿਹੜੀ ਮੁੱਢਲੀ ਇਕਾਈ ਆ ਸਮਾਜ ਦੀ, ਉਹ ਤੋਂ ਸ਼ੁਰੂ ਹੁੰਦੀ ਹੈ। ਉਸ ਯੂਨਿਟ ਦੇ ਦੁਆਲੇ ਸਾਰਾ ਕੁਝ ਘੁੰਮਦਾ ਹੈ। ਬਿਲਕੁਲ, ਸਮਾਜ ਵੀ ਉਹਦੇ ਦੁਆਲੇ ਘੁੰਮਦਾ, ਧਰਮ ਵੀ, ਕਰਮ ਕਾਂਡ ਜੋ ਕੁਛ ਵੀ ਹੈਗਾ ਆ। ਕਰਮ ਤਾਂ ਜਿਹੜੇ ਹੈਗੇ ਹੀ ਉਹ ਇਸੇ ਕਰਕੇ ਆ ਨਾ ਵੀ ਗਿਆਨ ਹੋ ਜਾਏ। ਠੀਕ ਹੈ, ਜਦੋਂ ਜੇ ਹੁਣ ਉਹਦੇ ਰਾਹੀਂ ਹੋ ਨਹੀਂ ਰਿਹਾ ਫੇਰ ਵੀ ਕੋਈ ਫਾਇਦਾ ਨਹੀਂ। ਜੇ ਗਿਆਨ ਹੋਏ ਤੇ ਤੁਸੀਂ ਕਰਮ ਛੱਡ ਨਹੀਂ ਰਹੇ ਫੇਰ ਵੀ ਕੋਈ ਫਾਇਦਾ ਨਹੀਂ। ਉਦੋਂ ਕੀ ਨਹੀਂ ਦਿੱਤੀ ਸੀ ਐਗਜ਼ਾਮਪਲ ਵੀ ਜਿਹੜੀ ਆ ਦਵਾਈ, ਰੇਡੀਓ ਤੇ ਕਿਸੇ ਨੇ ਗੱਲ ਕੀਤੀ ਸੀ ਨਾ ਵੀ ਜੇ ਤੁਸੀਂ ਕੋਈ ਬਿਮਾਰੀ ਹੁੰਦੀ ਆ ਤੇ ਦਵਾਈ ਖਾ ਲੈਂਦੇ ਆ, ਹੁਣ ਬਿਮਾਰੀ ਠੀਕ ਹੋ ਗਈ ਫਿਰ ਦਵਾਈ ਛੱਡ ਦਿੰਦੇ ਕਿ ਫੇਰ ਵੀ ਖਾਈ ਜਾਂਦੇ ਆ? ਛੱਡਣੀ ਹੈ ਨਾ, ਠੀਕ ਹੈ ਨਾ। ਹੁਣ ਜਦੋਂ ਧਰਮ ਦੇ ਰਾਹੀਂ ਜੋ ਕੁਝ ਸਾਨੂੰ ਦਿੱਤਾ ਗਿਆ ਆ ਉਹਦੇ ਵੀ ਕੋਈ ਨਾ ਕੋਈ ਤਾਂ ਜਾਨੀ ਕੋਈ ਬਿਮਾਰੀ ਆ ਠੀਕ ਕਰਨੀ ਆ, ਜੇ ਕੋਈ ਤਾਕਤ ਲੈਣੀ ਆ, ਕੁਛ ਆ। ਹੁਣ ਤੁਹਾਡੇ ਕੋਲ ਵਿਟਾਮਿਨ ਘਟ ਗਏ ਹਨਾ, ਅਗਲੇ ਕਹਿੰਦੇ ਪਿਆ ਕੈਪਸੂਲ ਖਾ, ਜਦੋਂ ਪੂਰੇ ਹੋ ਗਏ ਫਿਰ ਖਤਮ, ਛੱਡ ਦੋ। ਕੈਲਸ਼ੀਅਮ ਘਟ ਗਿਆ, ਉਹ ਕਹਿੰਦੇ ਕੇਲੇ ਖਾਇਆ ਕਰ ਜ਼ਿਆਦਾ, ਕੀਵੀ ਫਰੂਟ ਖਾਇਆ ਕਰ। ਜਦੋਂ ਪੂਰਾ ਹੋ ਗਿਆ ਲੈਵਲ ਫਿਰ ਕੰਟਰੋਲ ਛੱਡਣਾ ਹੀ ਪੈਣਾ। ਹੁਣ ਜੇ ਉਸੇ ਰੇਸ਼ੋ ਚ ਖਾਈ ਗਏ ਉਹ ਤਾਂ ਵੱਧ ਜਾਣਾ, ਫਿਰ ਦਵਾਈਆਂ ਨੂੰ ਘਟਾਉਣ ਦੀ ਹੁਣ ਵੱਧ ਗਿਆ ਜੇ, ਫਿਰ ਅਗਲਾ ਕਹਿੰਦਾ ਪਿਆ ਇਹ ਚੀਜ਼ਾਂ ਨਾ ਖਾ, ਘਟਾ ਲਾ। ਜਦੋਂ ਲੈਵਲ ਠੀਕ ਹੋ ਗਿਆ ਫਿਰ ਨਾਰਮਲ ਤਾਂ ਕਰਨਾ ਪੈਣਾ, ਨਹੀਂ ਤਾਂ ਘਟ ਜਾਣਾ, ਫਿਰ ਵੀ ਪੰਗਾ ਹੈ। ਬਿਲਕੁਲ, ਇੰਨੀ ਗੱਲ ਤਾਂ ਇੰਨੀ ਸੀ। ਨਹੀਂ ਤਾਂ ਵੀ ਅਸੀਂ ਪੱਗ ਬੰਨੀ ਆ, ਦਾੜੀ ਰੱਖੀ ਆ, ਏਦਾਂ ਅਸੀਂ ਉਹ ਕਿੱਦਾਂ ਕਿੰਨੇ ਨੁਕਤੇ ਸਾਨੂੰ ਏਦਾਂ ਬਣਾ ਕੇ, ਕਿੱਡੀ ਫਿਲਾਸਫੀ ਘੋਟ ਕੇ ਸਾਨੂੰ ਮੰਨਣੀ ਪਈ, ਇਹ ਕਹਿ ਕੇ ਏਦਾਂ ਵੀ ਦੇਖੋ ਕੇਸਾਂ ਦੇ ਰਾਹੀਂ એનર્ਜੀ ਮਿਲਦੀ ਆ ਜੀ ਏਦਾਂ। ਵੀ ਜੇ ਤਾਂ ਤੁਸੀਂ ਸਾਇੰਟਿਸਟਾਂ ਨਾਲ ਭਰਿਆ ਹੁੰਦਾ ਸਾਡਾ ਸਮਾਜ, ਫੇਰ ਤਾਂ ਤੁਸੀਂ ਕਹਿੰਦੇ। ਹੁਣ ਕੈਨੇਡਾ, ਅਮਰੀਕਾ, ਉੱਥੇ ਲੜਾਈਆਂ ਤਾਂ ਗੁਰਦੁਆਰਿਆਂ 'ਚ ਹੋ ਰਹੀਆਂ ਆ ਹਨਾ, ਨਗਰ ਕੀਰਤਨ 'ਚ ਇਕੱਠੇ। ਜਿੱਥੇ ਭੀੜ ਦਾ ਮਸਲਾ ਆਉਂਦਾ ਨਾ ਉੱਥੇ ਸਿੱਖ ਹੁੰਦੇ ਆ। ਹੋਰ ਕਿੰਨੇ ਸਮਾਜ ਆ ਜਿੱਥੇ ਏਦਾਂ ਨਗਰ ਕੀਰਤਨ ਕੱਢੇ ਜਾਂਦੇ ਆ। ਹੈਰਾਨੀ ਤਾਂ ਇਹ ਆ ਵੀ ਰਾਧਾ ਸੁਆਮੀ, ਅਸੂਤੋਸ਼ ਵਾਲੇ, ਸੌਦੇ ਵਾਲੇ, ਉਹ ਵੀ ਨਹੀਂ ਭੀੜ 'ਚ ਏਦਾਂ ਇਕੱਠੇ ਹੋ ਕੇ ਕਰਦੇ। ਹੁਣ ਜਿਹੜੇ ਸੌਦੇ ਵਾਲੇ ਆ ਉਹ ਜਿੱਥੇ ਵੀ ਕੰਮ ਕਰਦੇ ਏਦਾਂ ਵੀ ਦਰਖਤ ਲਾਉਂਦੇ ਆ, ਜਾ ਕੇ ਕਿਤੇ ਪੇਂਟ ਕਰਕੇ ਉਹਦੇ ਕੌਂਸਲ ਦੇ ਨਾਲ ਰਲ ਕੇ ਕਰ ਰਹੇ ਆ, ਕਿਤੇ ਸਾਫ਼ ਸਫਾਈ ਕਰ ਰਹੇ ਆ, ਉਹ ਏਦਾਂ ਦੇ ਕੰਮ ਕਰ ਰਹੇ ਆ। ਸਾਡੇ ਬੰਦੇ ਜਿੱਥੇ ਦੀਦੇ ਆ ਭੀੜ ਦੇ ਵਿੱਚ ਦੀਦੇ ਆ। ਕਿਸੇ ਨੂੰ ਪੁੱਛੋ, ਕੈਨੇਡਾ ਵਾਲਿਆਂ ਨੂੰ ਕਹੋ ਵੀ ਆਪੋ ਆਪਣੇ ਸ਼ਹਿਰ 'ਚ ਟੋਰਾਂਟੋ, ਵੈਨਕੂਵਰ, ਜਿੱਥੇ ਨਗਰ ਕੀਰਤਨ ਨਿਕਲਦੇ ਆ, ਅਮਰੀਕਾ ਦੇ ਵਿੱਚ ਜਿੱਥੇ ਨਿਕਲਦੇ ਆ, ਉੱਥੇ ਜਿਹੜੇ ਸਿਆਣੇ ਬੰਦੇ ਆ ਇੱਕ ਆਰਟੀਕਲ ਲਿਖੋ ਵੀ ਉਹਦੇ ਵਿੱਚੋਂ ਕੀ ਫਾਇਦਾ, ਕੀ ਬੈਨੀਫਿਟ ਹੁੰਦਾ ਸਮਾਜ ਨੂੰ, ਤੁਹਾਨੂੰ, ਕੌਮ ਨੂੰ, ਜਿੰਨਾ ਪੈਸਾ ਇਨਵੈਸਟ ਕਰਦੇ ਆ। ਮੇਲੇ ਤੋਂ ਬਿਨਾਂ ਕੀ ਆ ਉਹਦੇ ਵਿੱਚ? ਮੈਂ ਵੀ ਜੇ ਸਿੱਧੇ ਜਿਹੇ ਜਵਾਬ ਲੈਣੇ ਤਾਂ ਆਪਣੇ ਰਿਸ਼ਤੇਦਾਰ ਜਿਹੜੇ ਕੈਨੇਡਾ ਰਹਿੰਦੇ ਉਹਨਾਂ ਨੂੰ ਫੋਨ ਕਰ ਲਿਓ, ਉਹਨਾਂ ਤੋਂ ਪੁੱਛ ਲਿਓ ਕੀ ਕਰਨ ਜਾਂਦੇ ਨਗਰ ਕੀਰਤਨ। ਨਹੀਂ, ਆਪਣੇ ਆਪ ਵੀ ਸਾਡੀ ਸਾਰੀ ਵੀ ਤਾਂ ਇਦਾਂ ਹੀ ਹੋਗੀ ਨਾ। ਜਿਹੜਾ ਬੰਦਾ ਉੱਥੇ ਜਾਂਦਾ ਆ ਉਹ 'ਚ ਹਿੱਸਾ ਪਾਉਂਦਾ, ਉਹ ਵੀ ਤਾਂ ਆਪਣੇ ਆਪ ਨੂੰ ਪੁੱਛੇ ਨਾ। ਮੇਲਾ ਬਿਲਕੁਲ ਮੇਲਾ ਆ, ਉਹ 'ਚ ਕੀ ਧਰਮ ਦਾ। ਉਹਦੇ ਵਿੱਚੋਂ ਅਸੀਂ ਕਹਿੰਦੇ ਸਾਹਿਬਜ਼ਾਦੇ ਨਿਕਲਣਗੇ ਜਾਨੀ ਦਾ ਨਗਰ ਕੀਰਤਨ ਜੇ ਹੈਗਾ ਆ, ਫਿਰ ਸਾਲ 'ਚ ਇੱਕੋ ਵਾਰੀ ਕਿਉਂ, ਫਿਰ ਰੋਜ਼ ਕਿਉਂ ਨਹੀਂ, ਜੇ ਫਾਇਦਾ ਇਹਦਾ ਕੋਈ। ਹੁਣ ਬੰਦੇ ਕਹਿੰਦੇ ਪਤਾ ਲੱਗ ਜਾਊ ਉਹਨਾਂ ਨੂੰ ਵੀ ਅਸੀਂ ਕੌਣ ਆ। ਹੁਣ ਜਦੋਂ ਉੱਥੇ ਟੋਰਾਂਟੋ ਲੜਾਈ ਹੋਈ ਪਤਾ ਲੱਗਾ ਨਹੀਂ ਉਹਨਾਂ ਨੂੰ? ਲੱਗ ਗਿਆ ਪਤਾ ਨਾ। ਜਦੋਂ ਕਿਤੇ ਦੀਵਾਨ ਹੋਣ ਲੱਗਦਾ ਤੁਸੀਂ ਰੋਕਣ ਜਾਂਦੇ ਆ, ਤੇ ਉੱਥੇ ਦੀਵਾਨ ਦੇ ਵਿੱਚ ਸਾਰੇ ਹੁਣ ਪੁਲਿਸ ਹੁੰਦੀ ਉੱਥੇ ਖੜੀ, ਸਾਰੇ ਜਣੇ ਸੁਣਦੇ। ਇੱਕ ਬੰਦਾ ਬੋਲਣ ਲੱਗਾ ਸਟੇਜ ਤੋਂ, ਹੁਣ ਸਾਰਿਆਂ ਨੂੰ ਪਤਾ ਵੀ ਜਿਹਦੇ ਕੋਲ ਮਾਈਕ ਆ ਉਹਨੂੰ ਬੋਲਣਾ ਆ, ਬਾਕੀਆਂ ਨੇ ਸੁਣਨਾ ਆ।
ਇਦਾਂ ਹੀ ਆ। ਹੁਣ ਇੱਕ ਜਣਾ ਬੋਲਣ ਲੱਗਾ ਤੇ ਮੋਹਰੇ 100 ਬੰਦਾ ਸਤਨਾਮ ਵਾਹਿਗੁਰੂ ਕਰਨ ਲੱਗ ਪਿਆ ਉੱਚੀ ਉੱਚੀ, ਤੇ ਪੁਲਿਸ ਵਾਲੇ ਖੜੇ ਆ ਉੱਥੇ, ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਤੁਸੀਂ ਕੌਣ ਆ। ਬੇਅਕਲੀ ਤਾਂ ਦੀਦੀ ਆ, ਫਿਰ ਸਾਨੂੰ ਸੜਕਾਂ ਤੇ ਜਾ ਕੇ ਦੱਸਣ ਦੀ ਕਿਉਂ ਲੋੜ ਆ। ਸਾਡੇ ਕੰਮਾਂ ਰਾਹੀਂ ਉਹ ਵੀਰ ਇੱਕ ਦਿਨ ਗੱਲ ਕਰੇ, ਯੂਰਪ ਤੋਂ ਫੋਨ ਸੀਗਾ, ਉਹ ਕਹਿੰਦਾ ਜੀ ਮੈਂ ਨਾ ਅੱਗੇ 7-8 ਸਾਲ ਹੋ ਗਿਆ ਉੱਥੇ ਰਹਿੰਦੇ ਨੂੰ, ਹੁਣ ਯੂਰਪ ਦੇ ਵਿੱਚ ਮੁਸਲਮਾਨ ਵੀ ਬਹੁਤ ਆ, ਬੈਲਜੀਅਮ ਜਰਮਨ ਵਗੈਰਾ ਸਾਰੇ ਕੰਟਰੀਆਂ ਦੇ ਵਿੱਚ। ਠੀਕ ਹੈ। ਉਹ ਕਹਿੰਦਾ ਮੈਂ ਅੱਗੇ ਏਦਾਂ ਸੋਚਦਾ ਹੁੰਦਾ ਸੀ ਵੀ ਜਦੋਂ ਨਾ ਕਿਸੇ ਨੇ ਇਹ ਕਹਿਣਾ ਵੀ ਅਸੀਂ ਜਦੋਂ ਕਹਾਣੀਆਂ ਵੀ ਇਹ ਸੁਣਦੇ ਆ ਵੀ ਪੁਰਾਤਨ ਸਮੇਂ ਤੋਂ ਸਾਡਾ ਸਤਿਕਾਰ ਬਹੁਤ ਆ ਸਿੱਖਾਂ ਦਾ, ਵੀ ਏਦਾਂ ਪੁਰਾਣਾ ਕਿਰਦਾਰ ਜਿਹੜਾ ਸਾਡਾ ਏਦਾਂ ਵੀ ਸਾਰੇ ਕਹਿੰਦੇ ਹੁੰਦੇ ਵੀ ਸਰਦਾਰ ਜੀ ਏਦਾਂ, ਵੀ ਹੁਣ ਅਸੀਂ ਉਹ ਨੀਵਾਂ ਕਰ ਦਿੱਤਾ ਹਨਾ, ਵੀ ਮੁਸਲਮਾਨ ਪਾਕਿਸਤਾਨ ਦੇ ਵਿੱਚ ਜਿਹੜੇ ਪੁਰਾਣੇ ਮੁਸਲਮਾਨ ਆ ਆਜ਼ਾਦੀ ਤੋਂ ਪਹਿਲਾਂ ਵੀ ਉਹ ਸਤਿਕਾਰ ਬਹੁਤ ਕਰਦੇ ਆ। ਉਹ ਕਹਿੰਦਾ ਹੁਣ ਮੈਂ ਦੇਖਿਆ ਨੇੜਿਓ ਵੀ ਗੱਲ ਤਾਂ ਵਾਕਿਆ ਏਦਾਂ ਕਹਿੰਦੇ ਆ ਉਹ ਵੀ ਵਾਹ ਸਰਦਾਰ ਜੀ ਏਦਾਂ ਵੀ ਆਓ ਸਰਦਾਰ ਜੀ ਲਓ ਸਰਦਾਰ ਜੀ ਆ ਗਏ ਏਦਾਂ, ਵੀ ਉਹ ਦੇਖਣ ਨੂੰ ਤਾਂ ਕਹਿੰਦਾ ਵਾਕਿਆ ਏਦਾਂ ਲੱਗਦਾ ਆ, ਪਰ ਕਹਿੰਦਾ ਗੱਲ ਅਸਲ 'ਚ ਇਹ ਆ ਵੀ ਉਹ ਏਦਾਂ ਉਹ ਸਮਝਦੇ ਆ ਸਾਨੂੰ। ਤੁਹਾਡੇ ਕਹਿਣ ਤੋਂ ਬਿਨਾਂ ਹਾਸਾ ਉਹ ਕਹਿੰਦਾ ਉਹ ਸਾਨੂੰ ਏਦਾਂ ਸਮਝਦੇ ਆ ਝੁੱਡੂ ਹੀ ਆ। ਹਾਂ ਠੀਕ ਹੈ। ਵੀ ਉਹ ਉਹਨਾਂ ਨੂੰ ਏਦਾਂ ਲੱਗਦਾ ਵੀ ਇਹਨਾਂ ਨੂੰ ਚਮਲਾ ਕੇ ਜੋ ਮਰਜ਼ੀ ਕਰਾ ਲਓ। ਵੀ ਜਦੋਂ ਕਾਨੂੰਨ ਦੀ ਗੱਲ ਆਉਂਦੀ ਹੈ ਨਾ, ਚਾਹੇ ਹੈਲਥ ਐਂਡ ਸੇਫਟੀ ਦੀ ਗੱਲ ਆਉਂਦੀ ਹੈ, HR ਦੀ ਗੱਲ ਆ, ਕਿਤੇ ਨਿਯਮ ਦੀ ਗੱਲ ਆ, ਹਰੇਕ ਥਾਂ ਸ਼ਾਰਟਕਟ ਮਾਰਦੇ ਆ। ਉਹ ਕਹਿੰਦਾ ਮਜ਼ਾਕ ਚ ਗੱਲ ਮੈਨੂੰ ਬੜੀ ਜੈਨੂਇਨ ਲੱਗੀ ਉਹਦੀ, ਜਿਹਨੂੰ ਅਸੀਂ ਇਹ ਕਹੀ ਜਾਂਦੇ ਨਾ ਕਹਾਣੀਆਂ, ਨਹੀਂ ਤਾਂ ਚਲੋ ਇੱਕ ਗੱਲ ਆ, ਸਰੋਤਿਆਂ ਨੂੰ ਬੇਨਤੀ ਆ ਵੀ ਮਾੜਾ ਜਿਹਾ ਸੋਚ ਕੇ ਦੱਸਿਓ ਆ ਜਿਹੜਾ ਨਿਹੰਗਾਂ ਦਾ ਕਰਤਾਰ ਆ ਅੱਜ ਦਾ, ਵੀ ਜਿੱਦਾਂ ਲੁੱਟਾਂ ਖੋਹਾਂ ਕਰਦੇ ਆ, ਵੀ ਘੋੜੇ ਲੈ ਕੇ ਜਿੱਥੇ ਮਰਜੀ ਏਦਾਂ ਚਲ ਗਏ ਵੜ ਗਏ ਹਨਾ, ਵੀ ਜਾ ਕੇ ਜਿਹਦੇ ਮਰਜੀ ਪੱਠੇ ਵੱਢ ਲਏ, ਸਮਾਨ ਜਿੱਥੇ ਜੋਦਾ ਮਰਜੀ ਲਤਾੜ ਦਿੱਤਾ, ਉਹ ਕਦੋਂ ਬਣਿਆ ਆ। ਠੀਕ ਆ, ਉਹ ਕਿੱਥੋਂ ਆਇਆ ਸਾਡੇ ਚ। ਠੀਕ ਆ, ਮੈਨੂੰ ਨਹੀਂ ਲੱਗਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਪਹਿਲਾਂ ਦਾ ਹੋਵੇ ਉਹ। ਸੋਚ ਕੇ ਦੇਖ ਲਿਓ, ਉਹ ਪੱਕਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚੋਂ ਆਇਆ, ਜਿਹਨੂੰ ਅਸੀਂ ਏਦਾਂ ਰਾਮ ਦਾ ਰਾਜ ਕਹਿੰਦੇ ਆ ਨਾ, ਜਿਹਨੂੰ ਬਹੁਤ ਵਧੀਆ ਰਾਜ ਕਹਿੰਦੇ ਆ। ਠੀਕ ਹੈ। ਆਮ ਬੰਦੇ ਕੋ ਆਪਸ਼ਨ ਕੀ ਸੀ ਉਸ ਵੇਲੇ? ਲੜਾਈ ਤੋਂ ਬਿਨਾ ਉਸ ਵੇਲੇ ਕੀ ਹੋਇਆ? ਕੋਈ ਸਕੂਲ, ਕੋਈ ਕਾਲਜ, ਕੋਈ ਕਿਸੇ ਤਰ੍ਹਾਂ ਦੀ ਤਰੱਕੀ ਹੋਈ ਹੋਵੇ? ਕੁਛ ਵੀ ਨਹੀਂ ਏਦਾਂ ਦਾ। ਠੀਕ ਹੈ। ਹੁਣ ਉਹ ਜਦੋਂ ਤੁਸੀਂ ਯੂਰਪ ਦੇ ਵਿੱਚ ਤੁਸੀਂ ਦੇਖੋ ਵੀ ਅਸੀਂ ਕਹਿੰਦੇ ਆ ਵੀ ਇਹਨਾਂ ਦੇ ਫਰਾਂਸ ਦੇ ਜਿਹੜੇ ਜਰਨੈਲ ਸੀਗੇ ਜੀ ਉੱਥੇ, ਮਹਾਰਾਜਾ ਰਣਜੀਤ ਸਿੰਘ ਉਹ ਨੌਕਰੀ ਕਰਦੇ ਸੀ, ਸਾਡੇ ਕਥਾਕਾਰ ਜਦੋਂ ਖੂਬੀਆਂ ਦੱਸਦੇ ਆ ਹਨਾ, ਵੀ ਏਦਾਂ ਵੀ ਫਲਾਣੇ ਇੰਗਲੈਂਡ ਦੇ ਜਿਹੜੇ ਆ ਹਨਾ। ਹੁਣ ਅਸੀਂ ਇਹ ਨਹੀਂ ਸਮਝਦੇ ਵੀ ਉਹ ਏਦਾਂ ਗੁਲਾਮ ਬਣ ਕੇ ਗਏ ਸੀ ਜਾਂ ਉਹ ਉੱਥੇ ਦੀ ਜਾਣਕਾਰੀ ਲੈਣ ਗਏ ਸੀ। ਠੀਕ ਆ, ਉਹਨਾਂ ਦੀ ਆਪਣੀ ਪਾਲਿਸੀ ਤਾਂ ਨਾ ਹੋਊਗੀ। ਬਿਲਕੁਲ। ਹੁਣ ਜਦੋਂ ਉਹ ਕਲੋਨੀਆਂ ਜਿਹੜੀਆਂ 17ਵੀਂ ਸਦੀ ਦੇ ਵਿੱਚ 1700 ਦੇ ਅਖੀਰ ਦੇ ਵਿੱਚ ਉਹ ਚੱਕ ਕੇ ਜਦੋਂ ਇੱਕ ਹੋੜ ਜਿਹੜੀ ਲੱਗੀ ਉਹ ਆ ਜਦੋਂ ਬ੍ਰਿਟਿਸ਼ ਇੰਡੀਆ ਦੇ ਉੱਤੇ ਰਾਜ ਕਰਦੇ ਆ, ਉਸ ਵੇਲੇ ਪੂਰੇ ਜੋਬਨ ਦੇ ਉੱਤੇ ਯੂਰਪ ਦਾ ਜਿਹੜਾ ਸੈਂਟਰ ਆ ਜਿੱਥੇ ਤਾਕਤ ਆ, ਅਮਰੀਕਾ ਦੇ ਵਿੱਚ ਤਾਂ ਲੇਟ ਦੇ ਵਿੱਚ ਆਈ ਆ, ਜਾਣੀ ਕ੍ਰਾਂਤੀ ਵੀ ਲੇਟ, ਤਾਕਤ ਵੀ ਬਾਅਦ ਚ ਬਣੀ ਆ ਉਹ ਹਨਾ। ਵੀ ਹੁਣ ਇਹ ਯੂਰਪ ਦਾ ਗੱਭਾ, ਜਿਵੇਂ ਰਸ਼ੀਆ ਆ, ਫਰਾਂਸ ਆ, ਜਰਮਨੀ ਆ, ਇਹ ਇੰਗਲੈਂਡ ਆ, ਉਦੋਂ ਹੋੜ ਲੱਗੀ ਹੋ ਸੀ ਇਹਨਾਂ ਦੀ ਵੀ ਅਫਰੀਕਾ ਤੇ ਏਸ਼ੀਆ ਖਾਲੀ ਪਿਆ ਆ, ਵੀ ਜਿਹੜਾ ਜਿੰਨੀ ਛੇਤੀ ਕਬਜ਼ਾ ਕਰ ਲਵੇ ਉਹਦਾ। ਹੋਇਆ ਵੀ ਇਦਾਂ ਹੀ ਹੈ। ਉਸ ਵੇਲੇ ਜੇ ਉਹ ਬੰਦੇ ਜਾ ਕੇ ਇੱਥੇ ਸਾਡੀ ਸਟੇਟ ਦੇ ਵਿੱਚ ਬੈਠੇ ਆ, ਉਹਨੂੰ ਇਹ ਕਿਉਂ ਅਸੀਂ ਸੋਚ ਰਹੇ ਵੀ ਉਹ ਗੁਲਾਮ ਬਣ ਕੇ ਬੈਠੇ ਆ? ਆਪਾਂ ਇੱਕ ਜਿਹੜੀ ਪਹਿਲਾਂ ਮੂਵੀ ਆਈ ਸੀ ਏਕਤਾ ਟਾਈਗਰ, ਉਹ ਜਿਹੜਾ ਪ੍ਰੈਸ਼ਰ ਰਾਵਲ ਜਿਹੜਾ ਰੋਲ ਕਰਦਾ ਸੀ, ਉਹ ਇਹ ਸੀਗਾ ਵੀ ਉਹ ਬੰਦਾ ਨੌਕਰ ਬਣ ਕੇ ਗਿਆ ਉੱਥੇ ਕਿਤੇ। ਮੰਨ ਲਓ ਕਿ ਇੰਨਾ 25 ਸਾਲਾਂ ਤੋਂ ਏਜੰਟ ਬਣ ਕੇ ਨੌਕਰ ਬਣ ਕੇ ਰਹਿ ਰਿਹਾ ਆ, ਪਰ 25 ਸਾਲ ਤੋਂ ਏਜੰਟ ਆ ਉਹ ਇੰਡੀਆ ਦਾ, ਜਿਹੜਾ ਏਦਾਂ ਸਾਰਿਆਂ ਦੇ ਨਾਲ ਡੀਲ ਕਰ ਰਿਹਾ, ਅਮਰੀਕਾ ਨਾਲ ਵੀ, ਉੱਥੋਂ ਦੇ IS ਵਾਲਿਆਂ ਨਾਲ ਵੀ ਏਦਾਂ ਹੀ ਹੁੰਦਾ ਆ। ਉਹਨੂੰ ਏਦਾਂ ਕਿੱਦਾਂ ਛੋਟੀ ਜਿਹੀ ਗੱਲ ਆ, ਇਹ ਸਾਡੇ ਸਿੱਖੇ ਆ ਉਹਨਾਂ ਕੋਲੋਂ। ਹਾਂਜੀ, ਉਹ ਬੰਦੇ ਕਿੰਨੀ ਤੇਜ਼ ਹੋਣਗੇ। ਜਾਣੀ ਅਸੀਂ ਉਹ ਜਦੋਂ ਨਾ ਤੁਸੀਂ ਦੇਖਦੇ ਆ ਜਿਹੜਾ ਨਿਹੰਗਾਂ ਦੀ ਅਸੀਂ ਗੱਲ ਕਰਦੇ ਆ, ਇਹ ਸਾਰਾ ਕਿਰਦਾਰ ਉਸ ਵੇਲੇ ਦਾ ਘੜਿਆ ਗਿਆ। ਠੀਕ ਹੈ, ਮੈਨੂੰ ਨਹੀਂ ਕਿਸੇ ਪਾਸਿਓਂ ਲੱਗਦਾ ਵੀ ਉਸ ਵੇਲੇ ਗੁੰਡਾਗਰਦੀ ਤੋਂ ਘੱਟ ਕੁਛ ਹੁੰਦਾ ਹੋਵੇ, ਜਾਣੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ। ਠੀਕ ਹੈ, ਜਿਹਨੂੰ ਅਸੀਂ ਦਾ ਪੇਸ਼ ਕਰ ਰਹੇ ਹਾਂ, ਜਾਣੀ ਉਹ ਜਿੰਨੇ ਚੈਪਟਰ ਆ ਸਾਨੂੰ ਦੁਬਾਰਾ ਫਰੋਲਣੇ ਪੈਣੇ ਆ, ਜਾਣੀ ਦੁਬਾਰਾ ਦੇਖਣੇ ਪੈਣੇ, ਇੱਕ ਵਾਰੀ ਵੱਖਰੇ ਨਜ਼ਰੀਏ ਤੋਂ ਦੇਖਣੇ ਪੈਣੇ ਆ। ਹਾਂਜੀ,
ਵੀ ਜੇ ਉੱਥੇ ਜਿੱਦਾਂ ਗੱਲਾਂ ਪੇਸ਼ ਕੀਤੀਆਂ ਜਾ ਰਹੀਆਂ ਧਰਮ ਦੀਆਂ ਹਨਾ ਉਹ ਜੇ ਸੀਗੀਆਂ ਉਦਾਂ ਫਿਰ ਗਾਹਾਂ ਕੋਈ ਤਰੱਕੀ ਕਿਉਂ ਨਾ ਹੋਈ, ਸਾਡੀ ਗਲਤ ਕਿੱਦਾਂ ਗਏ, ਉਹਨਾਂ ਦੀ ਆਊਟਪੁੱਟ ਕਿਉਂ ਨਹੀਂ ਨਿਕਲੀ ਕੋਈ। ਹਾਂਜੀ 0108 ਦੇ ਉੱਤੇ ਸਵਾਗਤ ਹੈ ਜੀ ਤੁਹਾਡਾ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰ ਜੀ, ਪਹਿਲਾਂ ਫੋਨ ਕੱਟਿਆ ਗਿਆ ਸੀ ਜੀ, ਬੈਲੈਂਸ ਖਤਮ ਹੋ ਗਿਆ ਸੀ, ਹੁਣ ਪਵਾ ਕੇ ਲੈ ਆਇਆ ਜੀ। ਹਾਂਜੀ ਕੋਈ ਨਹੀਂ ਜੀ, ਗਾਹਾਂ ਤੋਂ ਮੈਸੇਜ ਕਰ ਦਿਆ ਕਰੋ, ਅਸੀਂ ਆਪ ਵੀ ਕਰ ਸਕਦੇ ਫੋਨ। ਨਹੀਂ ਇਹ ਮੈਨੂੰ WhatsApp ਦੇ ਉੱਪਰ ਕਾਲ ਹੋ ਸਕਦੀ ਹੈ ਜੀ? ਹਾਂਜੀ ਉਹ ਕਿਹੜੇ ਨੰਬਰ ਉੱਪਰ ਜੀ? ਪੈਨ ਹੈਗਾ ਜੀ? ਹਾਂਜੀ ਸਰ। 0064 0064 21 ਜੀ 21 906 906 296 296 ਜੀ। ਹਾਂ ਠੀਕ ਹੈ ਜੀ, ਇਸ WhatsApp ਨੰਬਰ ਉੱਪਰ ਕਾਲ ਕਰ ਸਕਦੇ ਹਾਂ ਜੀ। ਹਾਂ ਪਰ ਇਹ ਨੰਬਰ ਸਿਰਫ ਤੁਹਾਡੇ ਲਈ ਆ, ਬਾਕੀ ਸਰੋਤਿਆਂ ਨੂੰ ਬੇਨਤੀ ਤੁਸੀਂ ਕਿਸੇ ਨੇ ਨਹੀਂ ਸੁਣਨਾ ਨੰਬਰ ਅੱਗੇ। ਠੀਕ ਹੈ ਜੀ। ਹਾਂ ਮੈਂ ਤੁਹਾਡੇ ਨਾਲ ਹੀ ਗੱਲ ਕੀਤੀ ਹੈ ਨਾ, ਕੱਲਿਆਂ ਨਾਲ। ਠੀਕ ਹੈ ਜੀ ਤੇ ਸਰ ਜੀ ਇੱਕ ਆ ਜਿਹੜਾ ਤੁਹਾਡਾ ਇਹ ਸਟੇਸ਼ਨ ਹੈ ਵੀ ਇਹ ਲਾਈਵ ਕਿਵੇਂ ਸੁਣਿਆ ਜਾ ਸਕਦਾ ਜੀ? ਇਹ ਵਿਰਸਾ ਰੇਡੀਓ NZ ਕਰਕੇ ਐਪ ਆ। ਅੱਛਾ ਜੀ, ਉਹ ਡਾਊਨਲੋਡ ਕਰਨੀ ਪੈਣੀ ਤੁਹਾਨੂੰ। ਠੀਕ ਹੈ, ਮੋਬਾਈਲ ਉੱਪਰ ਹੀ ਸੁਣ ਸਕਦੇ ਆ ਜੀ? ਹਾਂਜੀ ਠੀਕ ਹੈ ਜੀ। ਤੇ ਇਹਦੇ ਉੱਪਰ ਆਪਣੇ ਕਿਹੜੇ ਟਾਈਮ ਹੈ ਜੀ, ਇੰਡੀਅਨ ਟਾਈਮ ਜਿਹੜੇ ਪ੍ਰੋਗਰਾਮ ਚੱਲਦੇ ਆ ਜੀ? ਮੰਗਲਵਾਰ 7 ਤੋਂ 8:30 ਸਵੇਰੇ, ਨਹੀਂ ਇੰਡੀਆ ਦੇ ਸਵੇਰੇ 12:30 ਦੁਪਹਿਰ ਨੂੰ 12:30 ਵਜੇ। ਹਾਂਜੀ। ਤੇ ਬੁੱਧਵਾਰ ਤੇ ਵੀਰਵਾਰ 11:30 ਵਜੇ ਜੀ। ਤੇ ਸ਼ਨੀਚਰਵਾਰ ਸਵੇਰੇ 8 ਵਜੇ। ਸ਼ਨੀਚਰਵਾਰ ਸਵੇਰੇ 8 ਵਜੇ, ਹਾਂਜੀ। ਤੇ ਐਤਵਾਰ ਸਵੇਰੇ 6:30 ਵਜੇ। ਐਤਵਾਰ ਸਵੇਰੇ 6:30 ਵਜੇ, ਹਾਂਜੀ। ਇਹ ਇੰਡੀਅਨ ਟਾਈਮ ਦੇ ਮੁਤਾਬਕ ਜੀ? ਇਹ ਇੰਡੀਅਨ ਟਾਈਮ। ਠੀਕ ਹੈ ਜੀ ਸਰ, ਠੀਕ ਹੈ ਜੀ। ਮੈਂ ਇਹ ਤਾਂ ਜੀ ਅੱਜ ਮੈਂ ਨਾ ਤੁਹਾਡਾ ਲਿੰਕ ਕੱਢ ਕੇ ਮੈਂ ਤਾਂ ਸੁਣੀ ਜਾਂਦਾ ਸੀ, ਉਹਦੇ ਵਿੱਚੋਂ ਕਿਤੇ ਮੇਰਾ ਹੱਥ ਜਿਹਾ ਲੱਗ ਗਿਆ ਜੀ ਉਹ ਬਿੰਦੂ ਜੇ ਤੇ ਆਹ ਨੰਬਰ ਨਿਕਲਿਆ ਜੀ, ਤੇ ਮੈਂ ਤਾਂ ਵੈਸੇ ਹੀ ਡਾਇਲ ਕਰ ਲਿਆ ਸੀ ਜੀ ਜਦੋਂ ਪਹਿਲਾ ਨੰਬਰ ਲੱਗਿਆ ਜੀ। ਠੀਕ ਹੈ ਜੀ। ਤੇ ਬਸ ਉਦੋਂ ਮਗਰੋਂ ਤਾਂ ਫਿਰ ਮੈਂ ਪਹਿਲਾਂ ਦੱਸ ਕੇ ਆਇਆ ਜੀ, ਮੇਰਾ ਨੰਬਰ ਲੱਗ ਗਿਆ, ਮੈਨੂੰ ਤਾਂ ਚਾਅ ਬਹੁਤ ਚੜਿਆ ਜੀ ਇਸ ਗੱਲ ਦਾ ਵੀ ਮੇਰੀ ਗੱਲ ਹੋ ਗਈ। ਬੜੇ ਚਿਰ ਦੀ ਮੇਰੀ ਦਿਲ ਦੀ ਤਮੰਨਾ ਸੀ ਵੀ ਇੱਕ ਵਾਰ ਮੇਰੀ ਗੱਲ ਹੋਵੇ ਜੀ ਜ਼ਰੂਰ। ਕੋਈ ਨਹੀਂ ਜੀ, ਕੋਈ ਨਹੀਂ, ਪ੍ਰੋਗਰਾਮ ਦਾ ਪਤਾ ਲੱਗ ਸਕੇ, ਕਿਵੇਂ ਸੁਣ ਸਕੀਏ। ਕੋਈ ਨਹੀਂ ਜੀ, ਕੋਈ ਨਹੀਂ। ਉੱਥੇ ਤੁਸੀਂ ਐਪ ਤੇ ਸੁਣ ਸਕਦੇ ਆ। ਵੈਬਸਾਈਟ ਵੀ ਹੈਗੀ radioversanz.com ਜੀ। ਉਹ ਤੇ ਜਾ ਕੇ ਵੀ ਸੁਣ ਸਕਦੇ ਆ। ਤੇ ਉਦਾਂ ਠੀਕ ਹੈ ਜੀ, ਟੈਲੀਗ੍ਰਾਮ ਉਹਦਾ ਲਿੰਕ ਜਿਹੜਾ ਤੁਸੀਂ WhatsApp ਤੇ ਮੈਸੇਜ ਕਰਿਆ ਤੁਹਾਨੂੰ ਲਿੰਕ ਭੇਜ ਦਿਆਂਗੇ ਉਹਦਾ। ਜੀ। ਇੱਕ ਟੈਲੀਗ੍ਰਾਮ ਦੀ ਐਪ ਆ, ਉਹ ਡਾਊਨਲੋਡ ਕਰ ਲਓ, ਉੱਤੇ ਰਿਕਾਰਡਿੰਗ ਚੱਲ ਜਾਂਦੀ ਆ ਨਾਲ ਦੀ ਨਾਲ। ਅੱਛਾ ਜੀ, ਉਹ ਕੀ ਹੈ ਜੀ? ਉਹ ਜਿੱਦਾਂ WhatsApp ਆ ਇਦਾਂ ਹੀ ਟੈਲੀਗ੍ਰਾਮ ਆ, ਉਹਦੇ ਉੱਤੇ ਰਿਕਾਰਡਿੰਗ ਰੇਡੀਓ ਦੀ ਚੱਲ ਜਾਂਦੀ ਆ ਸਾਰੇ ਪ੍ਰੋਗਰਾਮਾਂ ਦੀ। ਉਹ ਤੁਹਾਨੂੰ ਰਿਕਾਰਡਿੰਗ ਸੁਣਨੀ ਵਧੀਆ ਰਹਿਣੀ ਹੈ ਜੇ ਲਾਈਵ ਤੁਸੀਂ ਨਹੀਂ ਸੁਣ ਹੁੰਦਾ ਤਾਂ। ਠੀਕ ਹੈ ਜੀ। ਪਰ ਉਦਾਂ ਤੁਹਾਨੂੰ ਇੰਨੀ ਖੇਚਲ ਕਰਨੀ ਨਹੀਂ ਪੈਣੀ, ਬਹੁਤਾ ਚਿਰ ਸੁਣ ਨਹੀਂ ਹੋਣਾ ਤੁਹਾਨੂੰ। ਕਾਰਨ ਜੀ ਬਸ ਔਖਾ ਹੋ ਜਾਂਦਾ ਬੰਦਾ ਛੇਤੀ ਜੀ, ਕੋਈ ਨਾ ਕੋਈ, ਕਿਉਂਕਿ ਸਾਡੇ ਆਲੇ ਦੁਆਲੇ ਬੰਦਿਸ਼ ਕੋਈ ਨਹੀਂ ਹੈਗੀ, ਅਸੀਂ ਬੜੇ ਅਵਾਰਾ ਜਿਹਾ ਰਹੀਦਾ ਇਦਾਂ। ਜਿੰਨਾ ਵੀ ਟਾਈਮ ਮਿਲਿਆ ਗੁਰੂ ਜੀ ਉਹਨਾਂ ਟਾਈਮ ਤਾਂ ਸੁਣ ਸਕਦੇ ਆ ਜੀ। ਜਿਹੜੇ ਵਿਸ਼ੇ ਆ ਨਾ ਸਾਡੇ ਵਿਸ਼ੇ ਬੜੇ ਖੁੱਲੇ ਜਿਹੇ ਹੁੰਦੇ ਆ, ਜਾਨੀ ਇਦਾਂ ਵੀ ਉਹ ਥੋੜਾ ਚਿਰ ਸੁਣ ਹੁੰਦਾ ਜੀ। ਕਾਰਨ ਇਹ ਹੈ ਜੀ ਵੀ ਮੈਨੂੰ ਤਾਂ ਹੋ ਗਈ ਜੀ 2 ਮਹੀਨੇ ਸੁਣਦਿਆਂ ਨੂੰ। ਚਲੋ ਫੇਰ ਸ਼ਾਇਦ ਮਹੀਨਾ ਹੋਰ, ਜੇ 3 ਮਹੀਨੇ ਕੱਢ ਗਏ ਨਾ ਤੁਸੀਂ, ਹਾਂਜੀ ਫੇਰ ਤਾਂ ਸੁਣ ਲਓਗੇ। ਜੇ 3 ਨਾ ਕੱਢ ਹੋਏ ਫੇਰ ਪਤਾ ਲੱਗ ਜਾਂਦਾ। ਦੇਖੋ ਕਾਰਨ ਇਹ ਹੈ ਜੀ ਵੀ ਬਹੁਤ ਗੱਲਾਂ, ਜਿੱਦਾਂ ਮੈਂ ਪਹਿਲੇ ਦਿਨ ਮੇਰੇ ਕੋਲ ਲਿੰਕ ਆਇਆ ਜੀ ਤੇ ਮੈਂ ਉਹ ਦੇਖਿਆ, ਪਹਿਲਾਂ ਸੁਣਿਆ, ਤੇ ਮੈਨੂੰ ਏਦਾਂ ਜੇ ਮਹਿਸੂਸ ਹੋਇਆ ਵੀ ਯਾਰ ਅਸੀਂ ਨਾ ਇੱਕ ਦਿਨ 2-3 ਜਾਣੇ ਬੈਠੇ ਸੀ ਤੇ ਸਿੱਖ ਪੰਥ ਦੇ ਜਿਹੜੇ ਲਿਖੀ ਜਾਂਦੇ ਸੀ ਉਹਦੇ 35-36 ਸੰਸਥਾਵਾਂ ਅਸੀਂ ਲਿਖ ਲਈਆਂ ਸੀ ਵੀ ਜਿਹੜਾ ਇੰਨੇ ਭਾਗਾਂ 'ਚ ਵੰਡਿਆ ਪਿਆ ਹੈ। ਹਾਂਜੀ। ਤੇ ਉਹ ਉਹਦੇ ਮੈਂ ਤੁਹਾਨੂੰ ਆਪਦੇ ਮਨ ਦਾ ਵਿਚਾਰ ਦੱਸਾਂ, ਮੈਂ ਛੱਡ ਜਾ ਰਹੀ ਤਾਂ ਇੱਕ ਹੋਰ 37ਵਾਂ ਨਿਕਲਿਆ ਕੋਈ। ਪਰ ਜਦੋਂ ਅਸੀਂ ਸੁਣੀ ਗਏ ਤੇ ਉਹ ਬੜਾ ਵਧੀਆ ਲੱਗਿਆ ਜੀ ਮੈਨੂੰ। ਫਿਰ ਉਦੋਂ ਮਗਰੋਂ ਕਈ ਸੁਣ ਕੇ ਕੋਈ ਸ਼ੰਕੇ ਪੈਦਾ ਹੁੰਦੇ ਸੀਗੇ, ਜਦੋਂ ਹੋਰ ਅੱਗੇ ਤੁਹਾਡੇ ਲਿੰਕ ਸੁਣੀ ਗਏ ਅੱਗੇ
ਉਹ ਗੱਲਾਂ ਜਿਵੇਂ ਹੋਰ ਵਧੀਆ ਲੱਗੀਆਂ, ਜਿਹੜੇ ਸ਼ੰਕੇ ਪੈਦਾ ਹੁੰਦੇ ਸੀ ਉਹ ਆਪਣੇ ਆਪ ਨਿਵਰਤ ਹੁੰਦੀ ਗਏ, ਕਿਉਂਕਿ ਉਹ ਗੱਲ ਦਾ ਜਵਾਬ ਵਿੱਚੋਂ ਮਿਲਦਾ ਗਿਆ ਜੀ ਉਹ ਸਾਰਾ। ਹਾਂਜੀ ਫਿਰ ਗੱਲ ਇਦਾਂ ਜਦੋਂ ਨਾ ਖੁੱਲੀ ਜਿਹੀ ਗੱਲ ਹੁੰਦੀ ਹੈ ਉਹਦੇ ਵਿੱਚ ਇਦਾਂ ਹੀ ਆ, ਜੇ ਬੰਦਸ਼ ਵਿੱਚ ਰਹਿ ਕੇ ਬੰਨ ਹੋ ਕੇ ਗੱਲ ਕਰਦੇ ਆ ਤੁਸੀਂ, ਫਿਰ ਇਹ ਹੁੰਦੀ ਆ ਵੀ ਇਹਨੂੰ ਬਚਾਉਣਾ ਆ, ਇਹਨੂੰ ਢਾਉਣਾ ਆ, ਇਹਨੂੰ ਛੱਡਣਾ ਆ, ਇਹਨੂੰ ਫੜਨਾ ਆ, ਇਹਦੇ ਹੱਕ 'ਚ ਬੋਲਣਾ, ਇਹਦੇ ਵਿਰੋਧ 'ਚ ਬੋਲਣਾ ਜੀ ਫਿਰ ਔਖਾ ਹੋ ਜਾਂਦਾ। ਕਿਉਂਕਿ ਜੀ ਹਿੰਦੂ ਪਰਿਵਾਰ ਦੇ ਵਿੱਚ ਜਨਮਿਆ ਮੈਂ ਜੀ, ਮੈਂ ਬਾਣੀਏ ਦੇ ਪਰਿਵਾਰ ਦੇ ਵਿੱਚ। ਹਾਂਜੀ। ਪਰ ਸਾਡੇ ਪਰਿਵਾਰ ਦੇ ਵਿੱਚ ਹਿੰਦੂ ਧਰਮ ਨਾਲ ਸੰਬੰਧਿਤ ਕੋਈ ਏਦਾਂ ਦੀ ਗੱਲ ਹੀ ਹੈ ਨਹੀਂ ਜੀ, ਬਿਲਕੁਲ ਹੀ ਉਸ ਚੀਜ਼ ਨਾਲ ਨਹੀਂ ਪਰਿਵਾਰ ਜੁੜਿਆ ਵਾ। ਪਾਪਾ ਜੀਆਂ ਨੇ ਜਾਂਦੀ ਵਿਸਾਖੀ 13 ਅਪ੍ਰੈਲ 2016 ਦੇ ਵਿੱਚ ਫੋਨ ਕੱਟ ਹੋ ਗਿਆ। ਤੇ ਹਾਂਜੀ ਚਲੋ ਜੀ, ਆਪਾਂ ਗੱਲ ਕਰਦੇ ਸੀ ਜੀ ਆਰਟੀਕਲ ਦੇ ਉੱਤੇ, ਵਰਤੋਂ ਬਿਹਾਰ ਕਪੂਰ ਦਾ ਆਰਟੀਕਲ ਆ। ਹਾਂਜੀ। ਤੇ ਵੈਸੇ ਤਾਂ ਤੁਸੀਂ ਨਾ ਫੇਸਬੁੱਕ ਤੇ ਦੇਖੋ ਬਹੁਤ ਜ਼ਿਆਦਾ ਪੋਸਟਾਂ ਪੈ ਰਹੀਆਂ ਕਪੂਰ ਦੀਆਂ ਕਿਤਾਬਾਂ ਦੇ ਸੰਬੰਧ ਵਿੱਚ। ਹਾਂਜੀ ਹਨਾ, ਪਰ ਫਿਰ ਵੀ ਸਾਡਾ ਸੁਝਾਅ ਇਹ ਆ ਜਾਣੀ ਵੀ ਜਦੋਂ ਪੜ੍ਹਨ ਲੱਗਦੇ ਆ ਨਾ ਕਪੂਰ ਨੂੰ, ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਰੱਬ ਦਾ, ਗੁਰੂ ਦਾ ਤੇ ਸਿੱਖ ਹੋਣ ਦਾ ਸੰਕਲਪ ਆ, ਉਹ ਕਲੀਅਰ ਹੋਣਾ ਚਾਹੀਦਾ। ਫਿਰ ਤੁਹਾਨੂੰ ਫਿਰ ਸਮਝ ਆਉਣੀ ਹੈ ਜੀ। ਬਿਲਕੁਲ। ਕਿ ਫਿਰ ਤੁਹਾਡਾ ਐਟੀਟਿਊਡ ਜਿਹੜਾ ਹੈ ਨਾ ਆਪਣਾ, ਤੁਹਾਨੂੰ ਘਟਨਾਵਾਂ ਨੂੰ ਦੇਖਣ ਦਾ ਨਜ਼ਰੀਆ, ਜਿਹੜਾ ਵਿਊ ਆ ਤੁਹਾਡੇ ਵਿਊ ਦਾ ਪੁਆਇੰਟ ਹੈ ਜਿਹੜਾ, ਉਹ ਕਲੀਅਰ ਹੋਣ ਲੱਗ ਪੈਣਾ ਹੈ। ਠੀਕ ਹੈ। ਜੇ ਨਹੀਂ ਤਾਂ ਤੁਸੀਂ ਉਲਝ ਜਾਣਾ। ਰਜਨੀਸ਼ ਨੂੰ ਵੀ ਪੜ੍ਹਨਾ, ਕਿਸੇ ਨੂੰ ਵੀ ਪੜ੍ਹਨਾ, ਤੁਸੀਂ ਬਹੁਤ ਕੁਝ ਸਿੱਖ ਸਕਦੇ ਹਾਂ ਅਸੀਂ, ਪਰ ਜੇ ਸਾਨੂੰ ਇਹ ਯਾਦ ਹੋਵੇ ਵੀ ਅਸੀਂ ਕੀ ਆ, ਦ੍ਰਿੜ ਹੋਵੇ ਸਾਨੂੰ ਵੀ ਅਸੀਂ ਆਪ ਕੀ ਆ, ਫਿਰ ਤੁਸੀਂ ਉਹਨੂੰ ਛਾਂਟੀ ਜਾਣਾ। ਨਹੀਂ ਤਾਂ ਤੁਹਾਨੂੰ ਇਹ ਨਹੀਂ ਪਤਾ ਲੱਗਣਾ ਵੀ ਡਾਇਵਰਸ਼ਨ ਕਦੋਂ ਹੋ ਗਈ ਆ, ਤੁਸੀਂ ਤਿਲਕ ਕੇ ਹੋਰ ਕਿਸੇ ਰਾਹ ਤੇ ਤੁਰ ਪੈਣਾ। ਠੀਕ ਹੈ। ਉਹਦੀ ਜਿਹੜੀਆਂ ਜਨਰਲ ਗੱਲਾਂ ਆ ਉਹਦੇ ਵਿੱਚ ਕੋਈ ਨਹੀਂ, ਐਸੀ ਗੱਲ ਨਹੀਂ ਹੈਗੀ, ਪਰ ਫਿਰ ਵੀ ਜਾਣੀ ਉਹਨੂੰ ਥੋੜਾ ਜਿਹਾ ਸੰਭਲ ਕੇ ਸਾਰੇ, ਕਿਉਂਕਿ ਇਦਾਂ ਨਹੀਂ ਹੈਗਾ ਵੀ ਸਾਰਿਆਂ ਨੇ ਕਪੂਰ ਬਣ ਜਾਣਾ ਆ, ਹਨਾ, ਨਾਲੇ ਜ਼ਰੂਰੀ ਵੀ ਨਹੀਂ ਹੈਗਾ। ਠੀਕ ਹੈ। ਕਿ ਆਪਣੀ ਗੱਲ, ਮਕਸਦ ਜਿਹੜਾ ਆ ਉਹ ਸਾਡੀ ਪਰਸਨੈਲਿਟੀ ਨੂੰ ਡਿਵੈਲਪ ਕਰਨ ਦਾ ਹੋਣਾ ਚਾਹੀਦਾ ਹੈ। ਜਦੋਂ ਆਪਣੇ ਆਪ ਲਈ ਨਾ, ਕਿਉਂਕਿ ਮੈਂ ਜਦੋਂ ਪੜ੍ਹਿਆ ਨਾ ਕਪੂਰ ਨੂੰ, ਮੈਨੂੰ ਸਭ ਤੋਂ ਵੱਧ ਫਾਇਦਾ ਜਿਹੜਾ ਆਪਣੇ ਆਪ ਪ੍ਰਤੀ ਫੈਸਲੇ ਲੈਣ ਦਾ ਆ ਉਹ ਹੋਇਆ। ਰਿਐਲਿਟੀ ਵੀ ਇਹੀ ਹੈ। ਠੀਕ ਹੈ। ਵੀ ਹੁਣ ਜਦੋਂ ਗੱਲ ਤੁਸੀਂ ਕਰਦੇ ਆ ਵੀ ਉੱਥੇ ਲੜੋ ਜਿੱਥੇ ਤੁਸੀਂ ਲੜਨਾ ਚਾਹੁੰਦੇ ਆ, ਨਾ ਕਿ ਉੱਥੇ ਜਿੱਥੇ ਵਿਰੋਧੀ ਲੜਨਾ ਚਾਹੁੰਦਾ ਹੈ। ਹੁਣ ਏਦਾਂ ਨਿੱਕੀਆਂ ਨਿੱਕੀਆਂ ਗੱਲਾਂ ਜਦੋਂ ਤੁਹਾਡੇ ਦਿਮਾਗ ਵਿੱਚ ਹੁੰਦੀਆਂ ਆ, ਹਨਾ, ਜਦੋਂ ਕੋਈ ਘਟਨਾ ਵਾਪਰਦੀ ਆ ਏਦਾਂ, ਹਨਾ, ਕੋਈ ਵੀ ਘਟਨਾ ਇਦਾਂ ਦੀ ਨਹੀਂ ਹੈਗੀ ਜਿਹੜੀ ਜ਼ਿੰਦਗੀ ਦੀ ਆਖਰੀ ਘਟਨਾ ਆ। ਹੁਣ ਇਦਾਂ ਦੀਆਂ ਗੱਲਾਂ ਤੁਹਾਡੇ ਦਿਮਾਗ ਵਿੱਚ ਆ, ਜਦੋਂ ਕੁਝ ਵਾਪਰਦਾ ਆ ਤੇ ਇੱਕਦਮ ਬ੍ਰੇਨ ਅੰਦਰੋਂ ਕਹਿੰਦਾ ਤੁਹਾਨੂੰ ਇਦਾਂ ਵੀ ਇਹ ਕੁਝ ਵੀ ਇਦਾਂ ਦਾ ਨਹੀਂ ਹੈਗਾ ਜਿਹੜਾ ਆਖਰੀ ਵਾਰ ਹੋਇਆ ਹੈ, ਹਨਾ। ਫਿਰ ਸੋ ਵਟ, ਹੋ ਲੈਣ ਦਿਓ, ਰਿਲੈਕਸ ਹੋ ਜਾਓ, ਤੁਹਾਡੇ ਹੱਥ 'ਚ ਹੀ ਨਹੀਂ ਹੈਗਾ। ਜਿੰਨਾ ਕਦੇ ਦੇਖਿਆ ਰੇਤ ਦੀ ਮੁੱਠ ਭਰ ਕੇ ਇਦਾਂ, ਉਹਨੂੰ ਘੁੱਟ ਕੇ ਤੁਸੀਂ ਕਹੋ ਵੀ ਬਚਾ ਲੂੰਗਾ ਮੈਂ, ਜਿੰਨੀ ਘੁੱਟੀ ਜਾਉਂਗੇ ਉਨੀ ਸਰਕੀ ਜਾਣੀ, ਛੱਡ ਦਿਓ ਖੁੱਲਾ, ਕੋਈ ਗੱਲ ਨਹੀਂ। ਜਿੰਨੇ ਐਕਸੀਡੈਂਟ ਹੁੰਦੇ ਆ ਨਾ ਤੁਹਾਡੇ, ਜਦੋਂ ਇਦਾਂ ਕੁਝ ਫੜਦੇ ਆ ਅਸੀਂ, ਉਹ ਉਦੋਂ ਹੁੰਦੇ ਆ ਜਦੋਂ ਜਿਹੜਾ ਛੁੱਟ ਰਿਹਾ ਹੱਥੋਂ ਉਹਨੂੰ ਫੜਨ ਦੀ ਕੋਸ਼ਿਸ਼ ਕਰਦੇ। ਬੰਦੇ 2-2 3-3 ਮੰਜ਼ਲਾ ਬਿਲਡਿੰਗਾਂ ਤੋਂ ਡਿੱਗ ਜਾਂਦੇ ਆ, ਇੰਬੈਲੈਂਸ ਹੋ ਜਾਂਦੇ ਇੱਕਦਮ। ਹਾਂਜੀ। ਵੀ ਹੱਥ 'ਚੋਂ ਕੋਈ ਟੂਲ ਡਿੱਗਿਆ ਇਦਾਂ, ਉਹਨੂੰ ਚੱਕਣ ਲੱਗੇ, ਫੜਨ ਲੱਗੇ ਇਦਾਂ, ਹੱਥ 'ਚੋਂ ਇਦਾਂ ਤਲ ਕੇ ਡਿੱਗ ਪਿਆ। ਜਿਹੜਾ ਜਾ ਰਿਹਾ ਹੈ ਜਾਣਨ ਦਿਓ ਤਾਂ ਪਹਿਲਾਂ ਵੀ ਆ ਗਿਆ ਸੀ। ਵਰਸਟ ਤੋਂ ਵਰਸਟ ਜਾਣੀ ਤੁਹਾਡੀ ਤਿਆਰੀ ਇਦਾਂ ਹੋਣੀ ਚਾਹੀਦੀ ਆ ਵੀ ਜਿੱਥੇ ਅਸੀਂ ਬੈਠੇ ਆ, ਜੇ ਇੱਥੇ ਨਾ ਰਹੀਏ। ਹੁਣ ਜੇ ਅਸੀਂ ਨਿਊਜ਼ੀਲੈਂਡ 'ਚ ਆ, ਸਾਨੂੰ ਇਦਾਂ ਅਸੀਂ ਸੋਚ ਕੇ ਦੇਖੀਏ ਵੀ ਜੇ ਸਾਨੂੰ ਸਵੇਰੇ ਉੱਠਦਿਆਂ ਨੂੰ ਇਹ ਖਬਰ ਮਿਲੇ ਵੀ ਜਿੱਥੇ ਹੈਗੇ ਆ ਉੱਥੇ ਹੀ ਨਿਕਲੋ ਘਰ 'ਚੋਂ ਤੇ 에ਅਰਪਲੇਨ ਤੇ, ਜਹਾਜ਼ ਤੇ ਬੈਠ ਕੇ ਆਪਣੇ ਮੁਲਕ ਨੂੰ ਜਾਓ, ਕੰਟਰੀ ਛੱਡ ਜਾਓ। ਤਿਆਰੀ ਇਹ ਚਾਹੀਦੀ ਆ ਤੁਹਾਨੂੰ। ਫਿਰ ਕਿੱਦਾਂ ਰਹਿਣਾ ਤੁਸੀਂ? ਹੁਣ ਅਰਥਕੁਏਕ ਆ ਜਾਏ, ਜਦੋਂ ਸੁਨਾਮੀ ਆਇਆ, ਏਦਾਂ ਦੀਆਂ ਘਟਨਾਵਾਂ ਹੁੰਦੀਆਂ, ਭੁਚਾਲ ਆਉਂਦਾ ਕੋਈ, ਹਨਾ, ਕੌਣ ਬਚਦਾ, ਕਿਹੜੀ ਪ੍ਰਾਪਰਟੀ ਆ, ਕੀ ਕੁਛ ਆ, ਕੋਈ ਹੈ ਗਰੰਟੀ ਕਿਸੇ ਚੀਜ਼ ਦੀ? ਇੰਸ਼ੋਰੈਂਸ ਵੀ ਨਹੀਂ ਮਿਲਦੇ। ਨਹੀਂ। ਉਹਦੇ ਲਈ ਤਿਆਰੀ, ਉਹਦੇ ਲਈ ਡਿਸਕਸ਼ਨ ਸਾਡੀ ਚਾਹੀਦੀ ਹੈ। ਜਿਹੜਾ ਭਾਣਾ ਮੰਨਣਾ ਆ ਨਾ, ਉਹ ਏਦਾਂ ਨਹੀਂ ਮੰਨਿਆ ਜਾਂਦਾ ਵੀ ਤੁਸੀਂ ਕਹੋ ਵੀ ਏਦਾਂ ਹਿੰਮਤ ਆ ਜੀ, ਬੰਦਾ ਕਹੇ ਮੈਂ ਤਾਂ ਰੋਜ਼ ਸੁਖਣੀ ਸਾਹਿਬ ਕਰਦਾ। ਜਿੰਨੇ ਡੋਲੇ ਆ ਨਾ ਬੰਦੇ, ਜਿੰਨੇ ਦਹਿਲ ਵਿੱਚ ਆਏ ਆ, ਉਹ ਉਹੀ ਬੰਦੇ ਆਏ ਬਹੁ ਗਿਣਤੀ ਦੇ ਵਿੱਚੋਂ ਜਿਹੜੇ ਇਸ ਭੁਲੇਖੇ ਵਿੱਚ ਸੀਗੇ
ਵੀ ਸਾਡੇ ਅਸੀਂ ਤਾਂ ਬਹੁਤ ਤਾਕਤ ਲੈ ਕੇ ਬੈਠੇ ਆ ਨਾ, ਮੌਕਾ ਤਾਂ ਆਉਣ ਦਿਓ। ਜਦੋਂ ਮੌਕਾ, ਕਿਉਂਕਿ ਸੈਲਫ ਟਾਕ ਨਹੀਂ ਕੀਤੀ, ਪ੍ਰੈਕਟਿਸ ਨਹੀਂ ਸੀਗੀ, ਸੋਚਿਆ ਹੀ ਨਹੀਂ, ਵਿਚਾਰਿਆ ਹੀ ਨਹੀਂ, ਮੰਥਨ ਨਹੀਂ ਕੀਤਾ ਉਹਦਾ। ਜਦੋਂ ਮੌਕਾ ਆਇਆ ਐਸੇ ਕਲੈਪਸ ਹੋਈ ਜਾਣ। ਤਿਆਰੀ ਨਹੀਂ ਸੀਗੀ ਕੋਈ। ਤਿਆਰੀ ਜਿਹੜੀ ਏਦਾਂ ਨਹੀਂ ਹੋਣਾ। ਹੁਣ ਸਾਹਿਬਜ਼ਾਦਿਆਂ ਦੀ ਤਿਆਰੀ ਨੀਆਂ ਚ ਚਿਣੇ ਜਾਣ ਦੀ ਕਿੱਦਾਂ ਹੋ ਸਕਦੀ ਸੀ? ਜਾਂ ਤਾਂ ਹੁਣ ਆਨੰਦਪੁਰ ਦੇ ਵਿੱਚ ਚਿਣ ਕੇ ਦੇਖਦੇ ਗੁਰੂ ਸਾਹਿਬ ਉਹਨਾਂ ਨੂੰ, ਗੋਡੇ ਛਿੱਲ ਕੇ ਦੇਖਦੇ, ਏਦਾਂ ਫੇਰ ਹੀ ਤਿਆਰੀ ਪ੍ਰੈਕਟੀਕਲੀ ਤਾਂ ਹੋ ਸਕਦੀ ਸੀ। ਹੁਣ ਅਜੀਤ ਸਿੰਘ ਜੁਝਾਰ ਸਿੰਘ ਆ, ਜਿੱਦਾਂ ਚਮਕੌਰ ਦੀ ਜੰਗ ਦੇ ਵਿੱਚ ਹੋਏ ਆ, ਉਹਦੀ ਤਿਆਰੀ ਕਿੱਦਾਂ ਹੋ ਸਕਦੀ ਸੀ? ਉਦਾਂ ਬਸ ਗੱਲਾਂ ਹੀ ਆ। ਨਾਲੇ ਉਹਦੇ ਜਦੋਂ ਨਾ ਵਿਚਾਰ ਕਰ ਲੈਂਦੇ ਤੁਸੀਂ, ਉਦੋਂ ਫਿਰ ਇਹ ਫਿਕਰ ਮੁੱਕ ਜਾਂਦਾ ਤੁਹਾਨੂੰ ਵੀ ਇਹ ਵਾਪਰੂਗਾ ਕਿੱਦਾਂ। ਉਹ ਕਿਸੇ ਵੀ ਤਰ੍ਹਾਂ ਵਾਪਰੇ ਉਹ, ਠੀਕ ਹੈ। ਜੇ ਆਨੰਦਪੁਰ ਜਦੋਂ ਛੱਡਦੇ ਆ, ਉਦੋਂ ਜੇ ਉੱਥੇ ਹੀ ਸਾਹਿਬਜ਼ਾਦੇ ਜਾਨ ਤੋਂ ਹੱਥ ਧੋ ਬਹਿੰਦੇ, ਫਿਰ ਸਤਿਕਾਰ ਘੱਟ ਹੋਣਾ ਸੀ ਕਿਤੇ? ਨਹੀਂ, ਫਿਰ ਵੀ ਉਹੀ ਸੀ, ਉਹੀ ਰਹਿਣਾ। ਇਹ ਥੋੜੋ ਆਪੇ ਨੀਆਂ ਚ ਚਿਣੇ ਜਾਣ ਕਰਕੇ ਮਹਾਨ। ਅਸੀਂ ਜਦੋਂ ਕਹਿੰਦੇ ਆ ਵੀ ਨੀਆਂ ਦੇ ਵਿੱਚ ਬਹੁਤ ਵੱਡੀ ਸਜ਼ਾ ਹੋਈ ਆ, ਏਦਾਂ ਹੋਈ, ਮੌਤ ਤਾਂ ਮੌਤ ਹੀ ਆ। ਗੱਲ ਤਾਂ ਇਹ ਆ ਵੀ ਮੌਤ ਨੂੰ ਦੇਖ ਕੇ ਘਬਰਾ ਨਹੀਂ ਰਿਹਾ, ਜਜ਼ਬੇ ਦਾ ਹੀ ਸਤਿਕਾਰ ਆ। ਹੁਣ ਜਿਹੜੀ ਸਭ ਤੋਂ ਵੱਧ ਸਤਿਕਾਰ ਤਾਂ 10ਵੇਂ ਪਾਤਸ਼ਾਹ ਦਾ ਬਣਦਾ ਹੈ, ਵੀ ਜਿਹਨੀ ਜਾਨੀ ਉਹ ਬੱਚਿਆਂ ਨੂੰ ਕੱਟ ਵੱਢ ਹੁੰਦਿਆਂ ਨੂੰ ਦੇਖ ਕੇ ਵੀ ਤੁਰ ਕੇ ਜਾ ਰਹੇ ਆ, ਆਪਣੀ ਮੰਜ਼ਿਲਾਂ ਨੂੰ ਵੱਧਦੇ ਜਾ ਰਹੇ ਆ। ਇਹ ਤੋਂ ਵੱਡੀ ਕੁਰਬਾਨੀ, ਇਹ ਤੋਂ ਵੱਡੀ ਸ਼ਹੀਦੀ ਹੋਰ ਕੀ ਹੈ? ਜਿਹੜਾ ਮਰ ਗਿਆ ਉਹ ਤਾਂ ਮਰ ਗਿਆ। ਔਰ ਸਭ ਤੋਂ ਜਿਹੜਾ ਨਾ ਲੜਨਾ ਆ, ਉਹ ਤਾਂ ਹੁੰਦਾ ਹੀ ਸੌਖਾ ਆ। ਲੜ ਕੇ ਮਰਨਾ ਤਾਂ, ਕਿਉਂਕਿ ਉਹ ਤਾਂ ਉਸ ਵੇਲੇ ਤਾਂ ਦਰਵਾਜ਼ੇ ਬੰਦ ਕਰ ਲੈਣੇ ਨਾ। ਤੁਸੀਂ ਵੀ ਦੇਖ ਲਿਓ ਕਦੇ, ਆਪਣੀ ਜ਼ਿੰਦਗੀ ਬਾਰੇ ਸੋਚ ਕੇ ਦੇਖਿਓ, ਜਿਨ੍ਹਾਂ ਮੌਕਿਆਂ ਤੇ ਤੁਸੀਂ ਝਗੜਾ ਪਾ ਲੈਂਦੇ ਆ ਕਿਸੇ ਨਾਲ, ਉਹਨੂੰ ਵਿਚਾਰ ਕੇ ਦੇਖਿਓ ਵੀ ਜੇ ਉਹ ਝਗੜਾ ਨਾ ਪਾਉਂਦੇ ਤੁਸੀਂ, ਜੇ ਨਾ ਲੜਦੇ, ਨਾ ਆਰਗੂਮੈਂਟ ਕਰਦੇ, ਉੱਥੋਂ ਵਿਚਾਰ ਕਰਨੀ ਹੁੰਦੀ, ਹੋਰ ਕੋਈ ਰਾਹ ਲੱਭਣਾ ਹੁੰਦਾ, ਉਹ ਸੌਖਾ ਸੀ ਜਾਂ ਔਖਾ ਸੀ? ਬਹੁਤ ਔਖਾ। ਤੁਹਾਨੂੰ ਆਪਣੇ ਆਪ ਪਤਾ ਲੱਗ ਜਾਣਾ ਵੀ ਔਖਾ ਹੋਣਾ ਆ, ਰਾਹ ਹੀ ਨਹੀਂ ਸੀ ਹੋਰ ਕੋਈ ਬਚਣ ਲਈ, ਤਾਂ ਹੀ ਲੜੇ ਆ ਤੁਸੀਂ। ਲੜਨਾ ਤਾਂ ਸੌਖਾ ਆ, ਮਰਨਾ ਤਾਂ ਸੌਖਾ ਆ। ਮੌਤ, ਜਿੱਥੇ ਮੌਤ ਦੀਦੀ ਆ, ਉਹਦੇ ਵਿੱਚੋਂ ਹੋਰ ਰਾਹ ਲੱਭ ਕੇ ਨਿਕਲਣਾ, ਔਰ ਮੌਤ ਨੂੰ ਜੇਨ ਵਿੱਚ ਰੱਖ ਕੇ ਜੀਣਾ, ਉਹਦਾ ਭਾਰ ਝੱਲ ਕੇ ਜੀਣਾ, ਉਹ ਔਖਾ ਆ। ਜਦੋਂ ਵੀ ਜਿਹੜਾ ਵੀ ਬੰਦਾ ਇਸ ਤਰੀਕੇ ਨਾਲ ਟੱਕਰਦਾ, ਜਿਹੜੀ ਅਸੀਂ ਗੱਲ ਕਰਦੇ ਸੀ ਵੀ ਜਿਹੜਾ ਵਸੀਲਾ ਬਣਦਾ ਨਾ ਮੌਤ ਦਾ, ਉਹ ਇੰਪੋਰਟੈਂਟ ਨਹੀਂ ਹੈਗਾ ਆਪਣੇ ਆਪ ਦੇ ਵਿੱਚ। ਜੇ ਅਸੀਂ ਕਹੀਏ ਵੀ ਉਹ 10 ਲੱਖ ਦੇ ਨਾਲ ਜਿਹੜੇ ਅਜੀਤ ਸਿੰਘ ਉਹ ਜੂਝ ਕੇ ਇਦਾਂ ਸ਼ਹੀਦ ਹੋਏ ਆ, ਇਸ ਕਰਕੇ ਮਹਾਨ ਆ, ਨਹੀਂ। ਫਿਰ ਜੇ ਇਦਾਂ ਕਹਾਂਗੇ, ਫਿਰ 10ਵੇਂ ਪਾਤਸ਼ਾਹ ਦੀ ਜਿਹੜੀ ਜਿੱਦਾਂ ਮੌਤ ਹੋਈ ਆ, ਉਹਦੀ ਮਹਾਨਤਾ ਘਟ ਜਾਣੀ। 5ਵੇਂ ਪਾਤਸ਼ਾਹ ਦੀ ਜਿਹੜੀ ਹੋਈ ਆ, ਉਹ ਮਹਾਨਤਾ ਘਟ ਜਾਣੀ। ਉੱਥੇ ਅਸੀਂ ਕਹਿੰਦੇ ਆ ਵੀ ਤਵੀ ਤੇ ਬੈਠ ਕੇ, ਤਵੀ ਨੂੰ ਦੇਖ ਕੇ ਵੀ ਘਬਰਾਈ ਨਹੀਂ, ਰੇਤੇ ਨੂੰ, ਉਹ ਕੁਛ ਵੀ ਹੋਵੇ, ਗੱਲ ਇਹ ਆ ਟੀਚਾ ਮਕਸਦ ਜਿਹੜਾ ਨਾ ਆਪਣਾ, ਉਹਨੂੰ ਪ੍ਰਣਾਏ ਹੋਇਆ, ਉਹ ਦੀਦਾ ਆ। ਉਹ ਇਦਾਂ ਆ ਵੀ ਉਹਦੇ ਲਈ ਸੈਲਫ ਟਾਕ ਕੀਤੀ, ਉਹਦੇ ਲਈ ਡਿਸਕਸ਼ਨ ਹੋਈ ਹੋਵੇ, ਪਤਾ ਨਹੀਂ ਕਿੱਦਾਂ ਆਉਣੀ ਆ। ਨਹੀਂ ਤਾਂ ਕੋਈ ਬੰਦਾ ਇਹ ਦੱਸੇ, ਇਹ ਸੋਚੇ ਆਪਣੇ ਆਪ ਕੱਲਾ ਬੈਠ ਕੇ ਵੀ ਕਿਹੜੀ ਤਰ੍ਹਾਂ ਦੀ ਮੌਤ ਵਧੀਆ ਆ। ਜਦੋਂ ਪਤਾ ਹੋਵੇ ਵੀ ਜ਼ਿੰਦਗੀ ਤੋਂ ਹੱਥ ਧੋਣੇ ਆ ਜਾਣੀ, ਵੀ ਕਿੱਦਾਂ ਦੀ ਮੌਤ ਆਵੇ ਤੇ ਜਿਹੜੀ ਬੰਦਾ ਕਹੇ ਵੇਲਾ ਆਹ ਨਜ਼ਾਰਾ ਆ, ਇਹ ਮੈਨੂੰ ਆਹ ਮੌਤ ਚਾਹੀਦੀ ਹੈ ਜਾਣੀ। ਐਕਸੀਡੈਂਟ ਦੀ ਠੀਕ ਆ, ਮਤਲਬ ਵੱਡੀ ਪ੍ਰੋਬਲਮ ਤਾਂ ਉਦੋਂ ਬਣਦੀ ਆ ਨਾ ਜਦੋਂ ਤੁਸੀਂ ਅੱਧ ਵਿਚਾਲੇ ਰਹਿ ਜਾਂਦੇ ਆ। ਨਾ ਮਰੋ ਨਾ ਤੁਸੀਂ ਤਾਂ ਜਿੰਦਾ ਰਹਿ ਜਾਓ, ਉਹ ਦੁੱਖ ਜਿਹੜਾ ਚੱਲਣਾ, ਤਕਲੀਫ ਚੱਲਣੀ। ਆਮ ਬੰਦਾ ਵੀ ਆ ਮਰਨ ਤੋਂ ਨਹੀਂ ਡਰਦਾ, ਜਿਹੜੀ ਮਰਨ ਦੀ ਤਕਲੀਫ ਹੈ ਉਹਦੇ ਤੋਂ ਡਰਦਾ, ਉਹ ਤੋਂ ਡਰਦਾ। ਤਾਂ ਹੀ ਤਾਂ ਜਾ ਕੇ ਟੱਕਰਦੇ ਆ ਅਸੀਂ, ਤਾਂ ਹੀ ਤਾਂ ਇਹ ਹੁੰਦਾ ਵੀ ਛੇਤੀ ਠੀਕ ਹੈ, ਕੋਈ ਗੱਲ ਨਹੀਂ, ਪਰਵਾਹ ਨਹੀਂ, ਠੀਕ ਹੈ। ਉਹ ਚਲੋ ਉਹ ਇੱਕ ਵੱਖਰਾ ਵਿਸ਼ਾ ਆ ਵੀ ਅਸੀਂ ਮੌਤ ਨੂੰ ਅਹਿਮੀਅਤ ਕਿਉਂ ਦੇ ਦਿੱਤੀ ਹੈ ਇੰਨੀ, ਕਿਉਂ ਇਦਾਂ ਮਹਾਨ ਬਣਾ ਕੇ ਪੇਸ਼ ਕੀਤਾ ਆ, ਕਿਉਂ ਅਸੀਂ ਉਹ ਜਿਹੜਾ ਨਾ ਜ਼ਿੰਦਗੀ ਜੀਣ ਦਾ ਰਾਹ ਆ, ਜਿਹਦੇ ਵਿੱਚੋਂ ਕੁਛ ਗਾਹਾਂ ਦੇ ਮਸਲੇ ਹੱਲ ਹੋਣੇ ਆ, ਉਹ ਬੜਾ ਔਖਾ ਆ, ਬੜਾ ਹੌਸਲੇ ਵਾਲਾ ਆ। ਉਹ ਐਰੇ ਗੈਰੇ ਦਾ ਕੰਮ ਨਹੀਂ ਹੈਗਾ, ਉਹ ਜ਼ਿੰਮੇਵਾਰੀ ਦਾ ਕੰਮ ਆ। ਕਿਉਂਕਿ ਮਰਨ ਤੋਂ ਬਾਅਦ ਪਿੱਛੇ ਤੁਹਾਡੀ ਜਵਾਬਦੇਹੀ ਕੋਈ ਨਹੀਂ ਹੈਗੀ। ਕਿਸੇ ਨੇ ਪੁੱਛਣਾ ਥੋੜ੍ਹਾ ਕੀ ਹੋਇਆ, ਔਰ ਹੋਇਆ ਕੀ ਆ। ਸਾਡੇ ਸਮਾਜ ਨੇ ਰਿਵਾਜ ਇਦਾਂ ਦਾ ਬਣਾਤਾ ਵੀ ਜਿਹੜਾ ਮਰ ਜਾਂਦਾ ਹੈ ਨਾ, ਉਹਦੇ ਬਾਰੇ ਗੱਲ ਨਾ ਕਰੋ, ਉਹ ਮਹਾਨ ਆ, ਉਹਦੇ ਚ ਸੁਵਿਧਾ ਆ। ਜਦੋਂ ਤੁਸੀਂ ਜੀਂਦੇ ਆ, ਕੋਈ ਜ਼ਿੰਮੇਵਾਰੀ ਚੱਕਦੇ ਆ, ਉਹਦੇ ਚ ਜਵਾਬਦੇਹੀ ਆ, ਉਹ ਚ ਗੱਲਬਾਤ ਹੋਣੀ ਆ, ਉਹ ਚ ਪੁੱਛਣਾ ਅਗਲੇ ਨੇ ਵੀ ਇਹ ਰਾਹ ਕਿਉਂ ਅਪਣਾਇਆ, ਤੇ
ਉੱਥੋਂ ਮਰਦੇ ਮਰ ਗਿਆ ਤਾਂ ਖਤਮ ਆ, ਫਿਰ ਤਾਂ ਉੱਥੋਂ ਭੱਜਦੇ ਆ। ਚਲੋ ਉਹ ਕਪੂਰ ਕਹਿੰਦਾ ਜੀ, ਉਹ ਕਹਿੰਦਾ ਵੀ ਜ਼ਿੰਦਗੀ ਤਾਂ ਭੈੜੇ ਵਿਹਾਰ ਨਾਲ ਵੀ ਗੁਜ਼ਰ ਜਾਊਗੀ, ਪਰ ਚੰਗੇ ਵਿਹਾਰ ਨਾਲ ਇਹ ਸੌਖੀ ਸੁਖਾਵੀਂ ਤੇ ਚੰਗੇਰੀ ਗੁਜ਼ਰੂਗੀ। ਠੀਕ ਆ। ਜੇ ਤਾਂ ਗਲੋਂ ਗਲਾਮਾ ਲਾ ਕੇ ਜੀਣਾ, ਤੁਸੀਂ ਬੇਖੁਟਰੇ ਹੋ ਕੇ ਜੀਣਾ, ਹਾਂਜੀ, ਹਨਾ, ਕੋਈ ਏਦਾਂ ਜੀ ਤਾਂ ਸਾਰੇ ਹੀ ਲੈਂਦੇ ਆ, ਹਾਂਜੀ, ਠੀਕ ਆ, ਜਿਹੜੇ ਕੁਛ ਵੀ ਨਹੀਂ ਕਰਦੇ ਉਹ ਵੀ ਤਾਂ ਜ਼ਿੰਦਗੀ ਜੀ ਜਾਂਦੇ ਆ, ਉਹਨਾਂ ਕੋਲ ਸੁੱਖ ਸੁਵਿਧਾਵਾਂ ਵੀ ਹੋ ਜਾਂਦੀਆਂ, ਹਾਂਜੀ, ਨਾਲੇ ਜਦੋਂ ਤੁਸੀਂ ਅਕਲ ਨਾਲ ਜੀਣੀ ਆ ਨਾ, ਜਦੋਂ ਜ਼ਿੰਮੇਵਾਰੀ ਨਾਲ ਜੀਣੀ ਆ, ਉਦੋਂ ਬਹੁਤ ਜ਼ਿਆਦਾ ਭਾਰ ਵੱਧ ਜਾਂਦਾ ਆ। ਔਖੇ ਹੋਣਾ ਪੈਣਾ ਤੁਹਾਨੂੰ। ਅਕਲਮੰਦ ਹੋਣ ਦਾ ਮਤਲਬ ਇਹ ਆ ਵੀ ਬਹੁਤ ਸਾਰੇ ਵਿਅਕਲਾਂ ਦੇ ਨਾਲ ਸਿੱਝਣਾ ਪੈਣਾ ਤੁਹਾਨੂੰ। ਠੀਕ ਆ। ਜਿਨ੍ਹਾਂ ਦੀਆਂ ਉਹਨਾਂ ਦੀਆਂ ਤਾਂ ਭਾਵਨਾਵਾਂ ਹੀ ਨਹੀਂ ਹੈ, ਨਹੀਂ ਨਾ, ਉਹਨਾਂ ਨੂੰ ਤਾਂ ਸ਼ਰਮ ਵੀ ਨਹੀਂ ਆਉਂਦੀ, ਹਾਂਜੀ, ਉਹ ਤਾਂ ਗਿਲਟੀ ਵੀ ਨਹੀਂ ਹੁੰਦੇ ਉਹ ਤਾਂ। ਠੀਕ ਹੈ। ਤੁਹਾਨੂੰ ਜਾਣੀ ਜਦੋਂ ਅਕਲ ਆਉਣ ਲੱਗ ਪੈਂਦੀ ਹੈ ਨਾ, ਜਦੋਂ ਪਹਿਲਾਂ ਸ਼ਰਮ ਆਉਂਦੀ ਆ, ਫੇਰ ਅਕਲ ਆਉਂਦੀ ਆ। ਜਦੋਂ ਅਕਲ ਆਉਣ ਲੱਗ ਪੈਂਦੀ ਆ, ਉਦੋਂ ਉਹ ਕਪੂਰ ਕਹਿੰਦਾ ਵੀ ਗਲਤੀ ਹੋਰ ਕੋਈ ਕਰ ਰਿਹਾ ਹੁੰਦਾ ਆ ਤੇ ਸ਼ਰਮ ਤੁਹਾਨੂੰ ਆਉਂਦੀ ਆ। ਉਹ ਚ ਵਿਪਤਾ ਬੜੀ ਪੈਂਦੀ ਆ ਉਹਦੇ ਵਿੱਚ, ਉੱਥੇ ਮੋਹ ਜਾਗਦਾ। ਫਿਰ ਉੱਥੇ ਤੁਸੀਂ ਤੰਗ ਹੁੰਨੇ ਆ। ਜਿਹੜੇ ਆਪਣੇ ਆ ਨਾ ਤੁਹਾਡੇ, ਜਿਹੜੇ ਲਿਹਾਜੀ ਆ ਤੁਹਾਡੇ, ਉਹਨਾਂ ਲਈ ਬਹੁਤ ਤੰਗ ਹੁੰਨੇ ਤੁਸੀਂ। ਠੀਕ ਹੈ। ਤੁਹਾਨੂੰ ਘੁੱਟਣਾ ਏਦਾਂ ਹੁੰਦੀ ਆ ਨਾ ਵੀ ਇਹ ਗਲਤੀ ਕਰਦਾ ਯਾਰ, ਇਹਦੀ ਬੇਇੱਜ਼ਤੀ ਹੋ ਜਾਣੀ ਆ, ਬੁਰਾ ਲੱਗਣਾ, ਕਿਉਂਕਿ ਤੁਹਾਨੂੰ ਪਤਾ ਜੋ ਲੱਗਣ ਲੱਗ ਪਿਆ। ਫੇਰ ਤੁਸੀਂ ਉਹਨੂੰ ਅਕਲ ਦੇਣੀ ਚਾਹੁੰਦੇ ਆ, ਤੁਸੀਂ ਸਮਝਾਉਣਾ ਚਾਹੁੰਦੇ ਉਹਨੂੰ। ਠੀਕ ਆ। ਉਹ ਸਮਝਦਾ ਨਹੀਂ, ਲੈਣੀ ਨਹੀਂ ਚਾਹੁੰਦਾ, ਉਹ ਲੈਣੀ ਨਹੀਂ ਚਾਹੁੰਦਾ, ਤੁਸੀਂ ਤੰਗ ਹੁੰਦੇ ਆ। ਉੱਥੋਂ ਹੀ ਬੰਦੇ ਭੱਜਦੇ ਆ ਫਿਰ ਜ਼ਿੰਮੇਵਾਰੀ ਤੋਂ। ਹੁਣ ਅਕਲ ਦਾ ਮਤਲਬ ਇਹ ਆ ਵੀ ਤੁਹਾਨੂੰ ਆ ਗਿਆ ਏਦਾਂ, ਅਕਲ ਆ ਗਈ ਆ, ਤੁਹਾਨੂੰ ਪਤਾ ਲੱਗ ਗਿਆ ਆ, ਤੁਸੀਂ ਦੂਜੀ ਧਿਰ ਨੂੰ ਸਮਝਣਾ ਆ ਵੀ ਇਹ ਜੇ ਨਹੀਂ ਗੱਲ ਮੇਰੀ ਸੁਣ ਰਿਹਾ ਨਾ, ਉਹਦਾ ਕਾਰਨ ਕੀ ਆ। ਠੀਕ ਹੈ। ਇਹਦੀ ਸਾਈਕੀ ਕਿੱਦਾਂ ਦੀ ਆ। ਠੀਕ ਹੈ। ਠੀਕ ਹੈ। ਹੁਣ ਮੈਂ ਇਹਦੇ ਨਾਲ ਡੀਲ ਕਿੱਦਾਂ ਕਰਾਂ। ਉਹ ਤੁਹਾਡੀ ਪਤਨੀ ਵੀ ਹੋ ਸਕਦੀ ਹੈ, ਤੁਹਾਡਾ ਬੱਚਾ ਵੀ ਹੋ ਸਕਦਾ ਹੈ। ਠੀਕ ਹੈ। ਤੁਹਾਨੂੰ ਪਤਾ ਲੱਗ ਗਿਆ ਆ, ਇਹਦਾ ਮਤਲਬ ਇਹ ਆ ਹੁਣ ਤੁਸੀਂ ਇਹ ਸਮਝੋ ਵੀ ਉਹਦੇ ਨਾਲ ਡੀਲ ਕਿੱਦਾਂ ਕਰਨਾ ਹੈ ਮੈਂ। ਰਾਈਟ। ਠੀਕ ਹੈ। ਜਿਹੜਾ ਹੈਗਾ ਨਾ ਵੀ ਟ੍ਰੀਟ ਅਦਰਸ ਐਜ਼ ਦੇ ਲਾਈਕ ਟੂ ਬੀ ਟ੍ਰੀਟਡ। ਜਿੱਦਾਂ ਉਹ ਚਾਹੁੰਦੇ ਆ ਨਾ ਮੇਰੇ ਨਾਲ ਵਿਹਾਰ ਕਰ, ਉਹ ਲੱਭੋ। ਹੁਣ ਪ੍ਰੈਸ ਨਾਲ ਕਿੱਦਾਂ ਵਿਹਾਰ ਕਰਦੇ ਆ ਅਸੀਂ, ਜਿੱਦਾਂ ਉਹ ਚਾਹੁੰਦੀ ਆ ਮੇਰੇ ਨਾਲ ਵਿਹਾਰ ਕਰ। ਹੁਣ ਪ੍ਰੈਸ ਚਾਹੁੰਦੀ ਆ ਨਾ ਵੀ ਪਹਿਲਾਂ ਤਾਂ ਪਲੱਗ ਇਨ ਕਰ ਮੈਨੂੰ, ਹਨਾ, ਫਿਰ ਮੈਨੂੰ ਜਿੰਨਾ ਚਿਰ ਪ੍ਰੈਸ ਨਹੀਂ ਕਰਨਾ ਕੱਪੜਾ, ਉਹਨਾਂ ਚਿਰ ਖੜੀ ਰੱਖੀ। ਜੇ ਥੱਲੇ ਰੱਖ ਦਿੱਤਾ ਮੈਂ ਸਾੜ ਦੇਣਾ ਸਾਰਾ ਕੁਝ ਪੇ ਨਾ ਕਹੀ। ਹੁਣ ਬੰਦਾ ਜਾਨੀ ਇੱਕ ਤੌਲੀ ਦੇ ਉੱਤੇ ਰੱਖ ਕੇ ਇਦਾਂ ਇਧਰ ਦੂਜੀ ਕਮੀਜ਼ ਨੂੰ ਆਪਣੀ ਤਹਿ ਲੱਪਵੇ ਕਰਨ ਲਾਉਣ, ਮੁੜ ਕੇ ਅੱਗ ਲੱਗ ਜਾਣੀ ਘਰੇ। ਹੁਣ ਤੁਹਾਨੂੰ ਦੇਖਣਾ ਪੈਣਾ ਵੀ ਪ੍ਰੈਸ ਕਿੱਦਾਂ ਚਾਹੁੰਦੀ ਆ ਵੀ ਮੈਨੂੰ ਟ੍ਰੀਟ ਕਰ, ਮਾਈਕ੍ਰੋਵੇਵ ਕਿੱਦਾਂ ਚਾਹੁੰਦੀ ਆ, ਚੁੱਲ੍ਹਾ ਕਿੱਦਾਂ ਚਾਹੁੰਦਾ, ਫ੍ਰਿਜ ਕਿੱਦਾਂ ਚਾਹੁੰਦੀ ਆ। everything comes with conditions. ਉਹਦੇ ਲਈ ਤਾਂ ਸਾਨੂੰ ਸਾਰਾ ਪਤਾ ਹੈ, ਮੈਨੂਅਲ ਆ ਸਾਰਿਆਂ ਦੇ। ਬੰਦਾ ਜਾਨੀ $100 ਦਾ ਵੈਕਿਊਮ ਵੀ ਲਿਆਉਂਦਾ ਨਾ, ਉਹਦੇ ਨਾਲ ਮੈਨੂਅਲ ਲੈ ਕੇ ਆਉਂਦਾ ਕਿ ਨਹੀਂ। ਜਿਹੜੀਆਂ ਪਰਸਨੈਲਿਟੀਆਂ ਆਲੇ ਦੁਆਲੇ ਸਾਡੀਆਂ, ਕਦੇ ਸੋਚਿਆ ਤਾਂ ਉਹਨਾਂ ਦੇ ਵੀ ਚਾਹੀਦੇ ਹੈ ਤਾਂ ਪਤਾ ਕਰਨਾ, ਉਹਨਾਂ ਨਾਲ ਵੀ ਡੀਲ ਕਰ ਰਹੇ ਨਾ ਅਸੀਂ। ਉਹ ਜਿਹੜਾ ਪ੍ਰੈਸਿੰਗ ਦਾ ਰਾਈਟ ਬਟਨ ਆ ਨਾ, ਉਹ ਇਹੀ ਆ ਪਰਸਨੈਲਿਟੀ ਆਇਡੈਂਟੀਫਿਕੇਸ਼ਨ ਜਿਹੜੀ ਆ ਉਹਦੇ। ਜਿਹੜੇ ਅੱਜ ਜਿਹੜਾ ਸਾਡਾ ਝਗੜਾ ਆ, ਜਿਹੜੇ ਰੌਲੇ ਆ, ਜਿਹੜੀਆਂ ਸ਼ਿਕਾਇਤਾਂ ਆ ਸਾਡੀਆਂ, ਜਿਹੜੇ ਸ਼ਿਕਵੇ ਆ, ਜਿਹੜੀ ਸ਼ੱਕ ਆ ਸਾਨੂੰ ਇੱਕ ਦੂਜੇ ਦੇ ਉੱਤੇ, ਬੇਵਸਾਹੀ ਆ ਜਿਹੜੀ ਬੇਭਰੋਸਗੀ ਆ, ਜਿਹੜਾ ਇਤਬਾਰ ਨਹੀਂ ਰਿਹਾ। ਠੀਕ ਆ। ਇੱਕ ਹੁਣ ਕੁਰਬਾਨੀ ਦਾ ਜਜ਼ਬਾ ਜਿਹੜਾ, ਕਾਹਤੇ ਇੱਕ ਦੂਜੇ ਦੀ ਲਈ ਕੁਛ ਕਰਨ ਤੋਂ ਕਾਹਤੇ ਭੱਜ ਰਹੇ ਹਾਂ ਅਸੀਂ, ਸ਼ੱਕ ਆ। ਜਿਹੜੀ ਇੱਥੇ 25 ਮੈਂਬਰੀ ਕਮੇਟੀ ਆ, ਮੈਂ ਕਹਿੰਦਾ ਮੈਂ ਕਈ ਵਾਰ ਤਾਂ ਮੇਰਾ ਜੀ ਕਰਦਾ ਵੀ ਮੈਂ ਕਹਿ ਦਿਆਂ ਵੀ ਮੈਂ ਰੇਡੀਓ ਹੀ ਬੰਦ ਕਰ ਦਊਂ। ਉਹਨਾਂ ਚੋਂ ਕੋਈ ਵੀ 2 ਜਣੇ ਫੋਨ ਕਰਕੇ ਕਹਿ ਦੇਣ ਵੀ ਅਸੀਂ ਇੱਕ ਦੂਜੇ ਲਈ ਜਾਨ ਮਾਰਨ ਨੂੰ ਤਿਆਰ ਆ। 25 ਚੋਂ ਮੈਂ ਦੱਸ ਦਊਂ ਵੀ ਤੁਸੀਂ ਮੇਰੇ ਕੋਲ ਇਹ ਆ ਕਹਿੰਦਾ ਰਿਹਾ, ਆ ਕਹਿੰਦਾ ਰਿਹਾ। ਕੋਈ 2 ਵੀ ਐਸੇ ਨਹੀਂ ਹੈਗੇ ਜਾਨੀ ਜਿਹੜੇ ਇਦਾਂ ਕਹਿਣ ਵੀ ਹਾਂ ਦਿਲੋਂ ਇਦਾਂ। ਸਾਰੇ ਇੱਕ ਦੂਜੇ ਦੇ ਡੰਗ ਮਾਰਨੇ ਨੂੰ ਬੈਠੇ ਆ। ਸਾਰਿਆਂ ਦੇ ਆਪੋ ਆਪਣੇ ਏਜੰਡੇ ਆ।
ਹੁਣ ਇੰਡੀਆ ਦੇ ਵਿੱਚ ਜਸਵੀਰ ਸਿੰਘ ਰੋਡੇ ਵੀ ਉੱਥੇ ਹੀ ਆ, ਰੇਡੀਓ ਦੇ ਵਿਰੁੱਧ ਆ, ਤੇ ਦਾਦੂਵਾਲ ਵੀ, ਮੰਡ ਵੀ, ਹਨਾ, ਕੀ ਉਹ ਇਕੱਠੇ ਆ? ਤਾਂ ਨਹੀਂ ਸਭ ਠੀਕ ਹੈ ਨਾ। ਹੁਣ ਪੰਥਪ੍ਰੀਤ ਹੁੰਦਾ ਆ, ਕੀ ਉਹ ਇਕੱਠੇ ਆਪਸ ਵਿੱਚ ਪਿਆਰ ਆ ਉਹਨਾਂ ਦਾ? ਜਿੰਨਾ ਸਤਿਆਨਾਸ ਗੁਰਮਤ ਗਿਆਨ ਮਿਸ਼ਨਰੀ ਕਾਲਜ ਦੇ ਇਹਨਾਂ 5-6 ਪ੍ਰਚਾਰਕਾਂ ਨੇ ਮਾਰਿਆ ਵਰਲਡ ਵਾਈਡ ਜਿੱਥੇ ਵੀ ਹੈਗੇ ਆ। ਹੁਣ ਜੇ ਰੇਡੀਓ ਸੁਣਦੇ ਹੋਏ ਬੰਦੇ ਉਹ ਆਪਣੇ ਆਪ ਨਾਲ ਸੋਚ ਕੇ ਦੇਖ ਲੈਣ, ਕੱਲੇ ਵੀ ਜਿੱਦਾਂ ਧੁੰਦਾ, ਸਭਰਾ, ਦਦੇਹਰ, ਪ੍ਰਿੰਸੀਪਲ ਗੁਰਬਚਨ ਸਿੰਘ, ਗੁਰਜੰਟ ਸਿੰਘ, ਹਨਾ, ਇਹ 5 ਜਣੇ ਤਾਂ ਮੇਨ ਆ ਜਾਣੀ। ਤੇ ਇਹਨਾਂ ਨੇ ਗਾਹਾਂ ਇਹਨਾਂ ਦੀ ਮੈਨੇਜਮੈਂਟ ਵੀ ਇਦਾਂ ਹੀ ਆ। ਇਨੀ ਨਾ ਇੰਨੇ ਕੁ ਗਰੁੱਪਾਂ ਦੇ ਵਿੱਚ ਵੰਡ ਕੇ ਰੱਖਿਆ ਹੈ ਸੰਗਤ ਨੂੰ, ਜਿੱਥੇ ਜਿੱਥੇ ਜਾਂਦੇ ਆ ਹਰੇਕ ਨੇ ਆਪੋ ਆਪਣੀ ਸਲਤਨਤ ਕਾਇਮ ਕੀਤੀ ਹੋਇਆ। ਹੁਣ ਜਿਹੜੇ ਬੰਦੇ ਜਿੱਦਾਂ ਧੁੰਦੇ ਨਾਲ ਹੈਗੇ ਆ, ਉਹ ਇਹਦੇ ਨਾਲ ਤਾਂ ਰੱਖਦੇ ਆ, ਸਬਰੇ ਦੇ ਨਾਲ, ਦੂਜਿਆਂ ਨਾਲ ਉਹਨਾਂ ਦੇ ਅੰਦਰ ਨਫ਼ਰਤ। ਇਹਨੇ ਵੀ ਇਦਾਂ ਕੀਤੀ ਹੋਆ ਵੀ ਉੱਥੇ ਇਦਾਂ ਨਹੀਂ ਵੀ ਸੰਗਤ ਨੂੰ ਸੰਗਤ ਰਹਿਣ ਦਿਓ ਜਾਣੀ, ਆਪਣੀ ਪ੍ਰੋਪਰਟੀ ਬਣਾ ਕੇ ਇਦਾਂ ਖਲਾਰਾ ਪਾਇਆ। ਠੀਕ ਹੈ, ਪੰਥਪ੍ਰੀਤ ਹੁਣੀ ਤਾਂ ਮਾਝੀ ਹੁਣੀ ਜਦੋਂ ਜਾਂਦੇ ਆ, ਹੁਣ ਜਦੋਂ ਗੱਲ ਕਰਦੇ ਆ ਉਹ ਗੁਰਮਤ ਦੀ ਗੱਲ ਕਰਦੇ ਕਰਦੇ ਨਾਲ ਅਗਲੇ ਦੇ ਅੰਦਰ ਇਹ ਪਾਏ ਆਉਂਦੇ ਆ ਵੀ ਹਾਂ ਡੇ ਪੇ ਜਾਣੀ ਧੁੰਦੇ ਹੁਣਾਂ ਬਾਰੇ ਇਦਾਂ ਵੀ ਇਹ ਠੀਕ ਆ ਜੀ, ਮਿਸ਼ਨਰੀ ਦਾ ਵਿਚਾਰ ਤਾਂ ਠੀਕ ਆ, ਪਰ ਧਰਮ ਦੀ ਗੱਲ ਨਹੀਂ ਕਰ ਸਕਦਾ। ਠੀਕ ਹੈ, ਉਹ ਗੰਦ ਜਿਹੜਾ ਆ ਇੱਕ ਉਹ ਜਿਹੜੀ ਬੇਭਰੋਸਗੀ ਆ ਇਸੇ ਕਰਕੇ ਨਿਕਲ ਰਹੀ ਵਿੱਚੋਂ। ਜਿੱਦਣ ਨਾ ਸਾਨੂੰ ਆਪਣੇ ਆਪ ਤੇ ਭਰੋਸਾ ਕਰਨਾ ਆ ਗਿਆ, ਠੀਕ ਹੈ, ਜਿੱਦਣ ਆਪਣੇ ਆਪ ਤੇ ਇਤਬਾਰ ਕਰਨਾ ਆ ਗਿਆ, ਹਾਂਜੀ ਠੀਕ ਹੈ, ਉਹ ਪਰਸਨੈਲਿਟੀ ਆਇਡੈਂਟੀਫਾਈ ਕਰਨੀ ਜਿਹੜੀ ਆ, ਔਰ ਉਹਦੇ ਚ ਸਭ ਤੋਂ ਪਹਿਲਾਂ ਮੁੱਢਲੇ ਤੌਰ ਤੇ ਤੁਹਾਨੂੰ ਆਪਣੇ ਆਪ ਨੂੰ ਕਰਨਾ ਪੈਣਾ। ਠੀਕ ਹੈ, ਜਿੱਦਣ ਤੁਸੀਂ ਆਪਣੇ ਆਪ ਨੂੰ ਪਹਿਚਾਣ ਲਿਆ, ਉਦਣ ਜਿਹੜੀਆਂ ਡਿਮਾਂਡਾਂ ਆ ਤੁਹਾਡੀਆਂ, ਮੰਗਾਂ ਆ ਤੁਹਾਡੀਆਂ, ਉਸ ਅਨੁਪਾਤ ਵਿੱਚ ਆ ਜਾਣੀਆਂ ਜਿੰਨਾ ਡਿਜ਼ਰਵ ਕਰਦੇ ਆ ਤੁਸੀਂ ਆਪਣੇ ਆਲੇ ਦੁਆਲੇ ਦੇਖ ਲਓ। ਕੋਈ ਬੰਦਾ ਕੰਮ ਕਰਨਾ ਆਵੇ, ਹੁਣ ਇਲੈਕਟ੍ਰੀਸ਼ੀਅਨ ਆ, ਕੋਈ ਪਲੰਬਰ ਆ, ਕੋਈ ਬੰਦਾ ਡਿਲੀਵਰੀ ਕਰਨਾ ਆ, ਜਿੰਨਾ ਡਿਜ਼ਰਵ ਕਰਦਾ ਨਾ ਉਨਾ ਹੀ ਮੰਗੇ ਉਹ। ਤੁਸੀਂ ਦੇਖਿਓ ਤੁਹਾਡਾ ਸਭ ਕੁਝ ਦੇਣ ਨੂੰ ਜੀ ਕਰਦਾ ਜੀ। ਠੀਕ ਹੈ, ਬੰਦਾ ਇੰਨਾ ਗੁਣਵਾਨ ਬੰਦਾ, ਇੰਨਾ ਕੋਈ ਜੇ ਨਾ ਅਗਲਾ ਜਾਣੀ ਕਈ ਕੰਮ ਇਦਾਂ ਦੇ ਹੁੰਦੇ ਆ ਜਿਹੜੇ 10 ਸੈਕਿੰਡ ਲੱਗਦੇ ਆ। ਠੀਕ ਹੈ, ਵੀ 10 ਸੈਕਿੰਡ ਵਾਧੂ ਕਰ ਦੇਵੇ ਅਗਲਾ ਤੁਹਾਡੇ ਲਈ। ਹਾਂਜੀ, ਕੁਛ ਹਨਾ, ਵੀ ਹੁਣ ਤੁਸੀਂ ਮਕੈਨਿਕ ਕੋਲ ਗਏ ਆ, ਕਿਸੇ ਇਲੈਕਟ੍ਰੀਸ਼ੀਅਨ ਕੋਲ ਗਏ ਆ, ਹੁਣ ਇਲੈਕਟ੍ਰੀਸ਼ੀਅਨ ਆਇਆ ਆ ਕੇ ਉਹਨੇ ਕੰਮ ਕੀਤਾ ਏਦਾਂ, ਹਨਾ, ਕੰਮ ਕਰਕੇ ਉਹ ਲੱਗਾ, ਉਹਦਾ ਥੱਲੇ ਖਲਾਰਾ ਪੈ ਗਿਆ ਸੀ, ਹਨਾ, ਉਸੇ ਵੇਲੇ ਉਹਨੂੰ ਛੋਟਾ ਜਿਹੜਾ ਕੋਡਲੈਸ ਵਾਇਰਲੈਸ ਵੈਕਿਊਮ ਆ ਉਹ ਕੋਲਿਆ ਉਹਦੇ, ਉਹ ਉੱਥੋਂ ਉਹ ਚੱਕ ਦਿੱਤਾ। ਹੁਣ ਚੱਕਣ ਲੱਗੇ ਨੇ, ਜਿਹੜਾ ਕਮਰੇ ਚ ਆਲੇ ਦੁਆਲੇ ਸੀਗਾ ਨਾ ਪਿਆ ਆ, ਹੁਣ 10 ਸੈਕਿੰਡ ਨਹੀਂ ਲੱਗੇ, 2 ਜਗ੍ਹਾ ਏਦਾਂ ਡੱਖੇ ਜਿਹਾ ਪਏ ਸੀ ਨਾਲ, ਉਹਨੂੰ ਉਹ ਵੀ ਚੱਕ ਦਿੱਤੇ। ਤੁਸੀਂ ਦੇਖਿਓ ਤੁਹਾਡੇ ਅੰਦਰ ਰਿਸਪੈਕਟ ਕਿੰਨੀ ਬਣੀ। ਬਿਲਕੁਲ ਇਦਾਂ ਜਦੋਂ ਮੰਗਦਾ ਆ ਉਹ। ਹੁਣ ਤੁਸੀਂ ਸੋਚੋ ਵੀ ਜੇ ਤੁਸੀਂ ਆਪਣੀਆਂ ਡਿਮਾਂਡਾਂ ਜਿਹੜੀਆਂ ਆਪਣੀਆਂ ਮੰਗਾਂ ਆ ਉਹ ਉਸ ਅਨੁਪਾਤ ਵਿੱਚ ਲੈ ਆਵੋ ਜਿੰਨੀਆਂ ਡਿਜ਼ਰਵ ਕਰਦੇ ਆ ਤੁਸੀਂ ਕਿੰਨੇ ਚੰਗੇ ਲੱਗੋਗੇ ਦੂਜਿਆਂ ਨੂੰ। ਜਿਹੜਾ ਬਾਕੀਆਂ ਦੇ ਅੰਦਰ ਕੁਰਬਾਨੀ ਦਾ ਜਜ਼ਬਾ ਆ ਨਾ, ਜਿਹੜਾ ਤਿਆਗ ਆ, ਬਾਕੀ ਜਿਹੜੇ ਆਲੇ ਦੁਆਲੇ, ਕਿਉਂਕਿ ਦੇਖੋ ਸਮਾਜ ਆ ਨਾ ਜਿਹੜਾ ਬਣਿਆ ਆ, ਉਹ ਮਨੁੱਖ ਦੇ ਸੁਭਾਅ ਦੇ ਵਿੱਚੋਂ ਬਣਿਆ ਆ। ਇਸ ਕਰਕੇ ਨਹੀਂ ਹੈਗਾ ਵੀ ਸਮਾਜ ਕਰਕੇ ਮਨੁੱਖ ਇਦਾਂ ਦਾ ਹੋਇਆ ਹੈ। ਮਨੁੱਖ ਦਾ ਸੁਭਾਅ ਜਿਹੜਾ ਆ ਉਹ ਸਮਾਜਿਕ, ਉਹਨੂੰ ਜੋੜੇ ਆ ਆਪਣੇ ਆਲੇ ਦੁਆਲੇ, ਉਹਦੇ ਅੰਦਰ ਇਦਾਂ ਆ ਵੀ ਜਿੱਦਾਂ ਉਹ ਇੱਕ ਗਾਣਾ ਵੀ ਹੈਗਾ ਨਾ ਇਹਦਾ, ਗਿੱਪੀ ਗਰੇਵਾਲ ਦਾ, ਹੁਣ ਉਹ ਗੱਲਾਂ ਸੁਣ ਕੇ ਅਸੀਂ ਪਿੱਟੀ ਜਾਂਦੇ, ਜਿੱਦਾਂ ਜੰਟੇ ਵਰਗੇ ਕਹੀ ਜਾਂਦੇ ਵੀ ਦੇਖੋ ਜੀ ਗੰਦ ਪਾਇਆ, ਦੇਖੋ ਜੀ ਗੰਦ ਪਾਇਆ ਆ, ਏਦਾਂ ਵੀ ਜਿਹੜਾ ਮੇਰਾ ਵੀ ਹੁਣ ਅਗਲਾ ਕਹਿੰਦਾ ਵੀ ਮੈਂ ਹੋਰ ਨਹੀਂ ਕੁਝ ਵੀ ਕਰਨੇ ਜੋਗਾ, ਹਨਾ, ਵੀ ਲੜਾਈ ਝਗੜਾ ਕਰਦਾ ਮੈਂ ਤਾਂ ਬਸ ਇਹੀ ਹੁੰਦਾ ਮੈਨੂੰ। ਅਸੀਂ ਕਹਿੰਦੇ ਨਾ ਵੀ ਗਾਣਿਆਂ ਦੇ ਵਿੱਚ ਕਹਿੰਦੇ ਆ ਵੀ ਹਥਿਆਰ ਆ ਜੀ, ਅਸੀਂ ਐਂ ਕਰਦੇ ਆ ਐਂ ਕਰਦੇ ਆ। ਹੁਣ ਜਦੋਂ ਉਹ ਜਿਹੜਾ ਆਪੋਜ਼ਿਟ ਸੈਕਸ, ਜਦੋਂ ਲੜਕੀ ਨੂੰ ਮੁੰਡਾ ਇਹ ਗੱਲ ਕਹਿੰਦਾ ਨਾ ਵੀ ਮੈਂ ਹੋਰ ਨਹੀਂ ਕੁਝ ਵੀ ਕਰਨੇ ਜੋਗਾ, ਸਿਰਫ ਲੜਨਾ ਆਉਂਦਾ ਮੈਨੂੰ, ਪਰ ਇੱਕ ਦੱਸ ਦਿੰਦਾ ਮੈਂ ਤੈਨੂੰ, ਜਿੱਦਣ ਤੇਰੇ ਵੱਲ ਨੂੰ ਕਿਸੇ ਨੇ ਅੱਖ ਚੱਕ ਕੇ ਦੇਖੀ ਨਾ, ਉਹਨੂੰ ਚੀਰ ਕੇ ਰੱਖ ਦੂੰ। ਉਹ ਕਹਿੰਦੀ ਮੈਨੂੰ ਤਾਂ ਚਾਹੀਦਾ ਹੀ ਇਹ ਆ, ਬਸ ਮੈਨੂੰ ਨਹੀਂ ਹੋਰ ਕੋਈ ਚਾਹੀਦਾ, ਬਸ ਠੀਕ ਹੈ ਨਾ। ਹੁਣ ਉਹਦੀ ਸਾਈਕੀ, ਉਹ ਕਹਿੰਦੀ ਮੈਨੂੰ ਚਾਹੀਦਾ ਉਹ ਆ ਜਿਹੜਾ ਮੇਰੀ ਖਾਤਰ ਕਹੇ ਮੈਂ ਜਾਨ ਵਾਰ ਦੂੰ, ਬਾਕੀ ਤਾਂ ਮੈਂ ਕਰ ਲੈਣਾ ਸਾਰਾ ਕੁਝ, ਬਾਕੀ ਸਭ ਕਾਸੇ ਨਾਲ ਨਜਿੱਠ ਲਊਂ ਮੈਂ। ਠੀਕ ਹੈ, ਹੁਣ ਤੁਸੀਂ ਬਾਕੀ ਸਮਾਜ ਦੇਖੋ, ਜਦੋਂ ਸਮਾਜ ਦੇ ਵਿੱਚ ਕੋਈ ਇੱਕ ਦੂਜੇ ਨੂੰ ਇਦਾਂ
ਉਹਦੀ ਖਾਤਰ ਕਰ ਰਿਹਾ ਆ ਤੇ ਪਿਆਰ ਨਾਲ ਅੰਦਰ ਆਵੇ ਫਿਰ। ਜਦੋਂ ਕੋਈ ਬੰਦਾ ਆਪ ਸਖਤੀ ਨਾਲ ਸਟੈਂਡ ਲੈਂਦਾ, ਕੁਝ ਕੰਮ ਕਰਦਾ, ਤੇ ਦੂਜਾ ਜਣਾ ਉਹ ਤੋਂ ਜਾਨ ਵਾਰਨ ਦੀ ਗੱਲ ਕਰਦਾ, ਪਿਆਰ ਵਧੂਗਾ ਨਾ ਉਹਦੇ ਨਾਲ। ਸਮਾਜ ਕਿੰਨਾ ਪੀੜਾ ਹੁੰਦਾ ਇੱਕ ਦੂਜੇ ਦੇ ਨਾਲ, ਗੰਢਾਂ ਕਿੱਦਾਂ ਬਣਦੀਆਂ ਆ। ਜਿਹੜੀ ਕੌਮ ਦਾ ਕਨਸੈਪਟ ਆ ਇੱਥੋਂ ਨਿਕਲਿਆ ਵੀ ਜਿਹੜਾ ਸਾਂਝਾ ਇਤਿਹਾਸ ਆ, ਸਾਂਝਾ ਵਿਰਸਾ ਆ ਤੁਹਾਡਾ, ਉਹ ਜਿਹਦਾ ਪਿਛੋਕੜ ਆ, ਜਿਹਦੇ ਵਿੱਚ ਤੁਸੀਂ ਇੱਕ ਦੂਜੇ ਦੀ ਖਾਤਰ ਸਾਂਝੇ ਵਿਸ਼ਵਾਸਾਂ ਲਈ ਇਕੱਠੇ ਲੜੇ ਆ। ਕੌਮੀਅਤ, ਉਹ ਕੌਮੀਅਤ। ਉੱਥੇ ਗੱਲਬਾਤ ਜਿਹੜੀ ਆ, ਜਿਹੜੇ ਭਾਸ਼ਾ ਨਾ ਵੀ ਹੋਵੇ, ਤੁਹਾਡੇ ਜਜ਼ਬਾਤ ਸਾਂਝੇ ਹੋਣ ਲੱਗ ਪੈਂਦੇ ਆ। ਜਿਹੜੀ ਹਾਏ ਆ ਨਾ, ਉਹ ਸਾਂਝੀ ਸਾਰਿਆਂ ਦੀ ਹੁੰਦੀ। ਕਿਤੇ ਜਦੋਂ ਅਰਥਕੁਏਕ ਆਉਂਦਾ ਨਾ, ਉਦੋਂ ਦੇਖਿਓ ਵੀ ਜਿਹੜਾ ਇੱਕ ਦੂਜੇ ਦੇ ਲਈ ਬਚਾਅ ਦੇ ਲਈ, ਉੱਥੇ ਕੋਈ ਬੰਦਾ ਭਾਸ਼ਾ ਨਹੀਂ ਦੇਖਦਾ, ਕੋਈ ਰੰਗ ਨਹੀਂ ਦੇਖਦਾ ਏਦਾਂ। ਠੀਕ ਹੈ, ਵੈਸੇ ਹੀ ਜਦੋਂ ਕੋਈ ਬੰਦਾ ਕਿਤੇ ਵਿਪਤਾ ਪੈ ਜਾਏ, ਉਹਦੇ ਚ ਉਹ ਦ੍ਰਿੜ ਰਹੇ, ਏਦਾਂ ਹੌਸਲਾ, ਐਕਸੀਡੈਂਟ ਹੋ ਜਾਏ ਹਨਾ, ਉੱਥੇ ਕੋਈ ਬੰਦਾ ਏਦਾਂ ਹੌਸਲਾ ਦਿਖਾਵੇ ਏਦਾਂ ਵੀ ਕੋਈ ਨਹੀਂ, ਕੁਛ ਨਹੀਂ ਹੋਇਆ, ਬਸ ਐਂਬੂਲੈਂਸ ਆ ਰਹੀ ਆ, ਉਹਨੂੰ ਦੇਖ ਕੇ ਤੁਹਾਨੂੰ ਕਿੰਨਾ ਚਾਅ ਚੜਦਾ ਹੈ। ਇਹ ਸਾਰਾ ਕੁਝ ਜਿਹੜਾ ਹੈ ਨਾ, ਇਹ ਤੁਹਾਡੇ ਆਪਣੇ ਤੋਂ ਸ਼ੁਰੂ ਹੁੰਦਾ ਹੈ। ਜਿੱਦਣ ਤੁਸੀਂ ਆਪਣੇ ਆਪ ਨੂੰ ਪਹਿਚਾਣ ਲਿਆ, ਆਇਡੈਂਟੀਫਾਈ ਕਰ ਲਿਆ, ਉਦੋਂ ਸਭ ਤੋਂ ਪਹਿਲਾਂ ਤੁਹਾਨੂੰ ਸ਼ਰਮ ਆਉਣ ਲੱਗ ਪੈਣੀ ਹੈ, ਫਿਰ ਅਕਲ ਆਉਣ ਲੱਗ ਪੈਣੀ ਆ, ਫਿਰ ਤੁਹਾਡੀਆਂ ਡਿਮਾਂਡ ਜਿਹੜੀਆਂ ਆ ਉਹ ਇਦਾਂ ਅਨੁਪਾਤ ਵਿੱਚ ਆ ਜਾਣੀਆਂ ਆ, ਜਿੰਨਾ ਡਿਜ਼ਰਵ ਕਰਦੇ ਆ ਉਨੀ ਮੰਗ ਰੱਖਣੀ ਆ। ਫਿਰ ਰੱਬ ਨੇ ਤੁਹਾਡੇ ਅੰਦਰ ਮੁਕਾਬਲੇ ਦੀ ਬਿਰਤੀ ਪਾਈ ਆ, ਅੱਗੇ ਵਧਣ ਦੀ ਭਾਵਨਾ ਪਾਈ ਆ। ਫਿਰ ਤੁਹਾਨੂੰ ਅਹਿਸਾਸ ਹੋਣਾ ਵੀ ਇੰਨੇ ਨਾਲ ਤਾਂ ਮੇਰਾ ਗੁਜ਼ਾਰਾ ਨਹੀਂ ਹੋਣਾ, ਮੈਨੂੰ ਤਾਂ ਜ਼ਿਆਦਾ ਹੀ ਚਾਹੀਦਾ ਆ। ਫਿਰ ਜਦੋਂ ਡਿਮਾਂਡ ਤੁਸੀਂ ਵਧਾਉਣ ਲੱਗਣਾ ਆ, ਇੱਕਦਮ ਡਿਜ਼ਰਵਨੈਸ ਵਧਾਉਣੀ ਤੁਸੀਂ ਆਪਣੀ, ਵੀ ਨਹੀਂ ਮੈਂ ਯੋਗਤਾ ਵਧਾਉਣੀ ਆਪਣੀ। ਤਖਤ ਬਹੇ ਤਖਤੇ ਕੀ ਲਾਇਕ ਜਿਹੜੀ ਆ ਨਾ, ਉਥੋਂ ਬਸ ਫਿਰ ਉਹ ਰੇਸ ਜਿਹੜੀ ਆ ਨਾ, ਜਿਹੜੀ ਆਪਣੇ ਆਪ ਨਾਲ ਮੁਕਾਬਲਾ ਜਿਹੜਾ ਤੁਹਾਡਾ, ਏਦਾਂ ਮੰਗ ਵਧੀ ਜਾਣੀ ਆ। ਠੀਕ ਹੈ, ਉਹਦੇ ਨਾਲ ਤੁਸੀਂ ਇੱਕਦਮ ਕਹਿਣਾ ਵੀ ਨਹੀਂ ਏਦਾਂ ਨਹੀਂ, ਠੀਕ ਹੈ, ਇਹ ਤਾਂ ਮਿਲਣਾ ਜੇ ਮੈਂ ਆਹ ਕਰੂੰਗਾ, ਬਰਾਬਰ ਉੱਠਣਾ ਪੈਣਾ। ਠੀਕ ਹੈ, ਉਹਦੇ ਚ ਫਿਰ ਜਿਹੜਾ ਆਲਾ ਦੁਆਲਾ ਹੈ ਨਾ, ਆਪੇ ਪਛੜਦਾ ਜਾਂਦਾ। ਜਿਹੜਾ ਹੁਣ ਤੁਸੀਂ ਢੱਡਰੀਆਂ ਵਾਲੇ ਨੂੰ ਦੇਖੋ, ਉਹ ਜਿਹੜੇ ਬੰਦੇ ਅਸੀਂ ਕਹਿੰਦੇ ਵੀ ਪਿੱਛੇ ਰਹਿ ਗਏ, ਇਹਨੇ ਉਹਨਾਂ ਨੂੰ ਪਛਾਣਨੇ ਲਈ ਕੀ ਕੀਤਾ? ਇਹਨੇ ਥੋੜਾ ਕੀਤਾ, ਇਹ ਤਾਂ ਆਪਣਾ ਕਰ ਰਹੇ, ਜਿਹੜੀ ਗੱਲ ਦੀ ਸਮਝ ਆਈ ਜਾਂਦੀ ਕਹੀ ਜਾਂਦੇ, ਬਾਕੀ ਆਪਣੇ ਆਪੇ ਪਿੱਛੇ ਰਹੀ ਜਾਂਦੇ। ਇਦਾਂ ਕਹਿ ਰਹੀਏ ਵੀ ਇਹਨਾਂ ਨੇ ਉਹਨਾਂ ਨੂੰ ਢੇਗਿਆ ਨਹੀਂ ਹੈਗਾ, ਇਹ ਤੇਜ਼ ਭੱਜਣ ਲੱਗ ਗਏ, ਬਸ ਇਹ ਆਪਣੀ ਚਾਲੇ ਤੁਰੀ ਜਾ ਰਹੇ ਆ, ਜਿੱਦਾਂ ਜਾ ਰਹੇ। ਕਿਉਂਕਿ ਜਿੰਨੀ ਗੱਲ ਕਹਿੰਦੇ ਆ ਨਾ ਤੁਸੀਂ, ਜਦੋਂ ਨਾ ਕੁਝ ਕਹਿੰਦੇ ਆ, ਉਹਦੇ ਚ ਇੱਕ ਬਹੁਤ ਵਧੀਆ ਚੀਜ਼ ਵਾਪਰਦੀ ਆ, ਵੀ ਉਹ ਜਦੋਂ ਤੁਸੀਂ ਕਿਸੇ ਨੂੰ ਕਿਹਾ ਆ, ਉਹ ਤੁਹਾਡੇ ਆਪਣੇ ਆਪ ਨੂੰ ਵੀ ਮੈਸੇਜ ਆਉਂਦਾ ਆ। ਠੀਕ ਹੈ, ਹੁਣ ਜਦੋਂ ਆਪਣੇ ਆਪ ਨੂੰ ਗਿਆ ਨਾ, ਤੁਸੀਂ ਉਹਦੇ ਉੱਤੇ ਖੜਨ ਲਈ ਮਜਬੂਰ ਹੋ ਜਾਂਦੇ, ਪਿਆ ਤਾਂ ਕਹਿ ਦਿੱਤਾ ਹੁਣ। ਠੀਕ ਹੈ, ਇੰਨਾ ਤਾਂ ਪਗਾਉਣਾ ਪੈਣਾ ਨਾ ਹੁਣ। ਠੀਕ ਹੈ, ਉਹ ਪਗਾਉਣੇ ਆ, ਜਿੰਨਾ ਪਗਾਉਣੇ ਆ ਉਹ ਆਮ ਹੋ ਜਾਂਦਾ ਤੁਹਾਡੇ ਲਈ, ਫਿਰ ਉਹ ਤੋਂ ਗਾਹਾਂ ਤਾਂ ਕਹਿੰਦੇ ਆ। ਜਿੰਨਾ ਉਹ ਕਹਿ ਦਿੱਤਾ ਫਿਰ ਹੁੰਦਾ ਪਿਆ, ਇੱਥੇ ਤਾਂ ਖੜਨਾ ਹੀ ਆ ਨਾ ਹੁਣ। ਜੇ ਹੁਣ ਤੁਸੀਂ ਕਹਿ ਦਿੱਤਾ ਵੀ ਪ੍ਰਵਾਹ ਨਹੀਂ, ਫਿਰ ਤੁਹਾਨੂੰ ਸਾਬਤ ਕਰਨਾ ਪੈਣਾ ਉਹ ਪ੍ਰਵਾਹ ਨਹੀਂ। ਹਾਂ ਬਿਲਕੁਲ ਠੀਕ ਹੈ। ਜਦੋਂ ਤੁਹਾਡੇ ਕੋਲ ਅਕਲ ਹੈਗੀ ਆ, ਫਿਰ ਤੁਹਾਡਾ ਜ਼ੋਰ ਲੱਗਣ ਲੱਗ ਪੈਣਾ ਉਹਦੇ ਉੱਤੇ, ਔਰ ਇੱਕ ਸਟੇਜ ਆਉਂਦੀ ਆ ਜਦੋਂ ਆਪਣੇ ਆਪ ਹੀ ਹੋਣ ਲੱਗ ਪੈਂਦਾ। ਠੀਕ ਹੈ, ਹੁਣ ਗੱਲ ਸਾਰੀ ਤੁਹਾਡੇ ਬਿਹਾਰ ਦੇ ਉੱਤੇ ਖੜੀ ਆ। ਠੀਕ ਹੈ, ਜੇ ਜਿਹੜਾ ਆਲਾ ਦੁਆਲਾ ਨਾ, ਜਿਹੜੀਆਂ ਸ਼ਿਕਾਇਤਾਂ ਆ, ਹੁਣ ਤੁਸੀਂ ਸੋਚ ਕੇ ਦੇਖੋ ਵੀ ਜਦੋਂ ਤੁਸੀਂ ਆਪਣੇ ਆਪ ਨੂੰ ਪਹਿਚਾਣ ਲਿਆ, ਜਿੰਨਾ ਡਿਜ਼ਰਵ ਕਰਦੇ ਆ, ਤੁਹਾਡੀਆਂ ਮੰਗਾਂ ਉਹਦੇ ਅਨੁਪਾਤ ਵਿੱਚ ਆ ਗਈਆਂ, ਤੇ ਜੇ ਉਹ ਮੰਗ ਪੂਰੀ ਨਾ ਹੋਈ ਕਿਸੇ ਕਾਰਨ ਕਰਕੇ, ਉਹ ਇੱਛਾ ਤੁਹਾਡੀ ਪੂਰੀ ਨਾ ਹੋਈ, ਕੀ ਤੁਹਾਨੂੰ ਇਹ ਨਾ ਸਮਝ ਆਊਗੀ ਵੀ ਇਹਦੇ ਕਾਰਨ ਕੀ ਹੋਏ ਆ ਜਾਣੀ ਹੈ। ਜਿੱਥੇ ਗਲਤੀ ਤੁਹਾਤੋਂ ਹੋ ਗਈ, ਉਹਦਾ ਵੀ ਅਹਿਸਾਸ ਹੋ ਜਾਣਾ ਹੈ। ਜਿੱਥੇ ਅਗਲੇ ਦੀ ਹੋਈ, ਆਪਣੀ ਦਾ ਸੁਧਾਰ ਕਰਨ ਲੱਗ ਪੈਣਾ, ਤੁਸੀਂ ਦੂਜੇ ਨੂੰ ਖਿਮਾ ਕਰਨ ਲੱਗ ਪੈਣਾ। ਕੌਨਫੀਡੈਂਸ ਹੋਣਾ ਤੁਹਾਨੂੰ ਆਪਣੇ ਆਪ ਤੇ, ਤੁਹਾਨੂੰ ਲੱਗਣਾ ਪਈ ਤਾਂ ਫੇਰ ਵੀ ਮੌਕਾ ਆ ਜਾਣਾ, ਤਾਂ ਕਿ ਆਖਰੀ ਵਾਰ ਥੋੜਾ ਹੋਇਆ ਇਹ ਤਾਂ ਚੱਕਰ ਹੈ ਨਾ, ਘੁੰਮ ਰਿਹਾ, ਮੁੜ ਕੇ ਫੇਰ ਆ ਜਾਣਾ। ਠੀਕ ਹੈ, ਹੁਣ ਉਸ ਵੇਲੇ ਸ਼ਿਕਾਇਤ ਰਹਿ ਜਾਊਗੀ ਤੁਹਾਨੂੰ ਕੋਈ ਨਹੀਂ ਨਾ, ਤੁਹਾਨੂੰ ਸ਼ਿਕਵਾ ਹੋਊਗਾ ਕਿਸੇ ਦੇ ਨਾਲ। ਜੇ ਕੁਝ ਗਲਤ ਹੁੰਦਾ ਉਹ ਤੇ ਸ਼ੱਕ ਕਰੋਗੇ ਤੁਸੀਂ ਕਿਸੇ ਦੇ ਉੱਤੇ, ਇਹ ਸਾਰੇ ਇਕੱਠੇ ਆਉਂਦੇ ਆ। ਜਿਹੜਾ ਬੰਦਾ ਸ਼ੱਕ ਕਰਦਾ ਨਾ ਦੂਜਿਆਂ ਤੇ, ਉਹ ਸ਼ਿਕਾਇਤੀ ਵੀ ਹੋਊਗਾ, ਉਹ ਹਮੇਸ਼ਾ ਸ਼ਿਕਾਇਤੀ ਹੋਊਗਾ। ਉਹ ਹਰੇਕ ਆਪਣੇ ਜਿਹੜਾ ਉਹਦਾ ਨੁਕਸਾਨ ਹੁੰਦਾ ਨਾ, ਉਹਦੇ ਲਈ ਇਲਜ਼ਾਮ ਲਾਉਣ ਲਈ ਬੰਦਾ ਲੱਭੂਗਾ, ਬਹਾਨਾ ਲੱਭੂਗਾ ਵੀ ਇਹਦੇ ਕਰਕੇ ਹੋਇਆ। ਉਹ ਜਿਹੜੇ ਵਿਕਾਸ ਆ ਤੁਹਾਡਾ, ਜਿਹਨੂੰ ਵਿਕਾਸ ਕਹਿੰਦੇ ਆ, ਵਿਕਾਸ ਤਾਂ ਰੁਕਿਆ ਹੋਇਆ ਆ। ਫਿਰ ਪਰਸਨੈਲਿਟੀ ਦੀ ਡਿਵੈਲਪਮੈਂਟ ਕੀ ਹੋਣੀ ਆ?
ਹੁਣ ਜੇ ਉਹ ਸੁਭਾਅ ਵਾਲਾ ਇਹ ਕੁਛ ਕਰਨੇ ਵਾਲਾ ਬੰਦਾ ਏਦਾਂ ਕਹੇ ਵੀ ਮੈਂ ਕੌਮ ਦਾ ਕੁਛ ਸਵਾਰ ਲੈਣਾ ਏਦਾਂ, ਠੀਕ ਆ, ਵੀ ਮੈਂ 10 ਪਾਤਸ਼ਾਹੀਆਂ ਦੇ ਜੀਵਨ ਦੇ ਬਾਰੇ ਚਾਨਣਾ ਪਾਉਣਾ, ਮੈਂ ਸੈਮੀਨਾਰ ਕਰਨਾ, ਹੁਣ ਉਹ ਚਾਹੇ ਵੈਬਸਾਈਟ ਚਲਾਉਂਦਾ ਹੋਵੇ, ਚਾਹੇ ਜੋ ਮਰਜ਼ੀ ਪ੍ਰਚਾਰ ਕਰੀ ਜਾਵੇ, ਜੋ ਮਰਜ਼ੀ ਕਰੀ ਜਾਵੇ, ਜਿਹੜਾ ਕਿਤੇ ਵੀ ਤੁਹਾਡੇ ਕਹਿਣ ਦੇ ਨਾਲ ਨਹੀਂ ਉਹਨਾਂ ਕੁਛ ਹੋ ਰਿਹਾ। ਦੁਨੀਆ ਜਿਹੜੀ ਖੜਦੀ ਆ ਨਾ, ਜਿਹਨੂੰ ਅਸੀਂ ਸਿੱਖਿਆ ਕਹਿੰਦੇ ਆ, ਕਹਿਣ ਨਾਲ ਤਾਂ ਇਹ ਹੋ ਰਿਹਾ ਤੁਹਾਡੇ, ਜੇ ਤੁਹਾਡੇ ਕਹਿਣ ਨਾਲ ਤੁਹਾਡੀ ਆਪਣੀ ਪਰਸਨੈਲਿਟੀ ਜਿਹੜੀ ਆ, ਜਿਹੜਾ ਆਪਣਾ ਜੀਵਨ ਆ ਤੁਹਾਡਾ, ਉਹਨਾਂ ਸ਼ਬਦਾਂ ਤੇ ਖਰਾ ਉਤਰਨ ਲਈ ਉੱਚਾ ਨਹੀਂ ਹੋ ਰਿਹਾ, ਤੇ ਤੁਹਾਡੇ ਕਹਿਣ ਦਾ ਕੋਈ ਅਰਥ ਨਹੀਂ ਹੈਗਾ। ਪ੍ਰਚਾਰ ਦਾ ਇੱਕੋ ਇੱਕ ਅਰਥ ਆ ਤੁਹਾਡਾ, ਵੀ ਉਹ ਗੱਲਾਂ ਤੁਸੀਂ ਆਪਣੇ ਆਪ ਨੂੰ ਸੁਣਾ ਕੇ ਕਹਿੰਦੇ ਆ, ਔਰ ਉਹਦੇ ਮੀਨਿੰਗ ਆ ਤੁਹਾਡੇ ਲਈ। ਤੁਸੀਂ ਆਪਣੇ ਆਪ ਨੂੰ ਜਾਂ ਤਾਂ ਇਹ ਆ ਜੋ ਤੁਸੀਂ ਜੀ ਰਹੇ ਆ ਉਹ ਕਹਿੰਦੇ ਆ, ਠੀਕ ਆ, ਉਹ ਕਹਿ ਕੇ ਐਲਾਨ ਕਰ ਦਿੰਦੇ ਤੁਸੀਂ ਵੀ ਮੈਂ ਇੱਥੇ ਖੜਾ। ਹੁਣ ਉਹ ਤੋਂ ਗਾਹਾਂ ਅਗਲਾ ਸਟੈਪ ਫਿਰ, ਜਾਂ ਤੁਸੀਂ ਐਲਾਨ ਕਰਕੇ ਇਹ ਕਹਿੰਦੇ ਆ ਵੀ ਹੁਣ ਮੈਂ ਇੱਥੇ ਖੜੂੰਗਾ। ਦੋ ਹੀ ਗੱਲਾਂ, ਜਾਂ ਤਾਂ ਤੁਸੀਂ ਇੱਥੇ ਖੜੇ ਆ ਉਹਦਾ ਐਲਾਨ ਕਰਦੇ ਆ, ਜਾਂ ਤੁਸੀਂ ਐਲਾਨ ਕਰ ਦਿੰਦੇ ਆ, ਇਹ ਕਰਦੇ ਆ ਵੀ ਹੁਣ ਮੈਂ ਇੱਥੇ ਖੜੂੰਗਾ, ਇੰਨਾ ਮੈਂ ਕਹਿ ਦਿੱਤਾ, ਹੁਣ ਮੈਂ ਆਪਣੇ ਆਪ ਨੂੰ ਇੰਨਾ ਉੱਚਾ ਚੱਕੂੰਗਾ। ਠੀਕ ਹੈ, ਹੁਣ ਜਿੱਦਾਂ ਤੁਸੀਂ ਇੱਕ ਗੱਲ ਕਹਿੰਦੇ ਆ ਉੱਚਾ ਚੱਕ ਲੈਂਦੇ ਆ, ਉਹ ਗੱਲ ਕਹਿ ਦਿੰਦੇ ਆ, ਉੱਚਾ ਚੱਕ ਲੈਂਦੇ ਆ, ਉਸੇ ਅਨੁਪਾਤ ਵਿੱਚ ਤੁਸੀਂ ਅੱਗੇ ਵਧੀ ਜਾਂਦੇ ਆ। ਹੁਣ ਉਹਦੇ ਚ ਜਿਹੜੀਆਂ ਗੱਲਾਂ ਕਹਿੰਦੇ ਆ ਨਾ ਤੁਸੀਂ, ਕਿਉਂਕਿ ਉਹਦੇ ਉੱਤੇ ਖੜਦੇ ਜਾਂਦੇ ਆ, ਉਹ ਗੱਲਾਂ ਜਿਹਦੇ ਵਿਰੁੱਧ ਜਾਂਦੀਆਂ, ਜਿਹਦਾ ਨੁਕਸਾਨ ਕਰਦੀਆਂ ਆ, ਉਹ ਜਿੰਨਾ ਜ਼ੋਰ ਲਾਉਂਦਾ ਤੁਹਾਨੂੰ ਢਾਉਣ ਦੇ ਲਈ। ਹੁਣ ਤੁਸੀਂ ਕਿਸੇ ਏਜੰਡੇ ਤਹਿਤ ਨਹੀਂ ਕਹਿ ਰਹੇ, ਤੁਸੀਂ ਤਾਂ ਆਮ ਕਹਿ ਰਹੇ, ਸਧਾਰਨ ਆ ਨਾ ਉਹ ਤਾਂ। ਹੁਣ ਪੰਜਵੇਂ ਪਾਤਸ਼ਾਹ ਨੂੰ ਤਵੀ ਤੇ ਬੈਠ ਕੇ ਤਕਲੀਫ ਕਿਉਂ ਨਹੀਂ ਹੋ ਰਹੀ ਜਾਣੀ, ਉਹ ਤਾਂ ਪਹਿਲਾਂ ਤੋਂ ਮੰਨ ਕੇ ਚੱਲੇ ਆ। ਉਹ ਤਾਂ ਉਹਨਾਂ ਤਾਂ ਇਦਾਂ ਸੀ ਵੀ ਆ 15 ਸਾਲ ਤਾਂ ਮੈਨੂੰ ਬੋਨਸ ਮਿਲ ਗਏ ਆ, ਮੈਨੂੰ ਤਾਂ 20-25 ਸਾਲ ਪਹਿਲਾਂ ਮੈਂ ਤਾਂ ਇਦਾਂ ਸੁਣ ਲਿਆ ਸੀ ਵੀ ਕੋਈ ਸਾਹ ਆਉਣਾ ਮੈਨੂੰ ਤਾਂ ਮੈਨੂੰ ਵਾਧੂ ਮਿਲ ਗਿਆ, ਮੈਨੂੰ ਜਿੰਨਾ ਹੋ ਗਿਆ। ਫਿਰ ਮਰਨ ਦੀ ਤੁਹਾਨੂੰ ਰਹਿੰਦਾ ਸ਼ਿਕਵਾ ਏਦਾਂ ਵੀ ਗਲਤ ਆ ਗਈ ਮੌਤ, ਜਾਂ ਏਦਾਂ ਆਹ ਕੰਮ ਰਹਿ ਗਿਆ। ਉਹ ਕਹਿੰਦਾ ਮੈਂ ਤਾਂ ਬਹੁਤ ਜ਼ਿਆਦਾ ਕਰ ਲਏ, ਔਰ ਉਹਨੂੰ ਇਹ ਵੀ ਪਤਾ ਹੁੰਦਾ ਵੀ ਮੇਰੇ ਰਾਹੀਂ ਕੀਤਿਆਂ ਹੋਇਆਂ ਨਾ ਬਦਲਾਅ ਕੁਛ ਨਹੀਂ ਹੋਣਾ, ਮੈਂ ਤਾਂ ਇੱਕ ਜ਼ਰੀਆ ਆ। ਮੇਰੀ ਤਾਂ ਜਿਹੜੀ ਅਸੀਂ ਗੱਲ ਕਰਦੇ ਸੀ ਨਾ, ਜਿਹੜਾ ਬੀਜ ਦੀ ਕਿਤੇ ਵੀ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਇੱਥੇ ਤੱਕ ਪਹੁੰਚ ਜਵੇ ਫੇਰ ਠੀਕ ਆ, ਵੀ ਬੀਜ ਜੇ ਤੁਸੀਂ ਕਹੋ ਵੀ ਇੱਕ ਵਾਰੀ ਜੰਮ ਪਵੇ ਫੇਰ ਠੀਕ ਆ, ਕੀ ਗੱਲ ਫੇਰ ਨਹੀਂ ਢਹਿ ਸਕਦਾ? ਹੁਣ ਬੰਦਾ ਕਹੇ ਵੀ 4 ਫੁੱਟ ਇੱਕ ਵਾਰੀ ਹੋ ਜਵੇ ਫੇਰ ਠੀਕ ਹੈ, ਕੀ ਗੱਲ ਫੇਰ ਵੀ ਢਹਿ ਸਕਦਾ ਹਨਾ? ਹੋ ਸਕਦਾ 20 ਫੁੱਟ ਵੀ ਹੋ ਜਾਏ, ਫਲ ਹੀ ਨਾ ਲੱਗਣ ਉਹਨੂੰ। ਵੈਸੇ ਜਿੱਦਣ ਸਰੈਂਡਰ ਕਰ ਦਿੱਤਾ ਬਸ ਉਹਦੀ ਬਸ ਫਿਰ ਹੁਣ ਤੁਹਾਡੀ ਹੁਣ ਪੰਜਵੇਂ ਪਾਤਸ਼ਾਹ ਦੀ ਸਫਲਤਾ ਤਵੀ ਤੇ ਬਹਿਣ ਕਰਕੇ ਥੋੜੋ ਆ, ਉਹਨਾਂ ਦਾ ਸਾਰਾ ਜੀਵਨ ਹੀ ਇਦਾਂ ਹੈ। ਜਿੱਦਣ ਵੀ ਨਹੀਂ ਆਪਣੇ ਆਪ ਨੂੰ ਸਮਰਪਣ ਕਰ ਦਿੱਤਾ ਨਾ, ਸ਼ਹੀਦੀ ਦੇ ਅਰਥ ਵੀ ਉੱਥੇ ਹੀ ਆ, ਜ਼ਿੰਦਗੀ ਦੀ ਸਮਝ ਵੀ ਉਦੋਂ ਆਉਂਦੀ ਆ ਤੁਹਾਨੂੰ। ਠੀਕ ਹੈ, ਹੁਣ ਉਹ ਜਦੋਂ ਤੁਸੀਂ ਸਹਿਜ ਵਿੱਚ ਕਰਦੇ ਆ ਨਾ, ਜਦੋਂ ਤੁਸੀਂ ਆਮ ਕਰਦੇ ਆ, ਉਦੋਂ ਜਿੱਦਾਂ ਕਰੀ ਜਾਂਦੇ ਆ ਤੁਸੀਂ, ਜਿਹੜੇ ਆਲੇ ਦੁਆਲੇ ਨੂੰ ਤਕਲੀਫ ਹੁੰਦੀ ਆ, ਉਹ ਜਦੋਂ ਰੋਕਣਾ ਚਾਹੁੰਦਾ ਤੁਹਾਨੂੰ, ਹੁਣ ਤੁਹਾਨੂੰ ਤਾਂ ਪਤਾ ਹੀ ਨਹੀਂ ਕੁਛ ਵੀ, ਤੁਸੀਂ ਤਾਂ ਕਹਿੰਦੇ ਮੈਂ ਕੀ ਕੀਤਾ। ਠੀਕ ਹੈ ਨਾ? ਹੁਣ ਜੇ ਤਾਂ ਉਹ ਰੋਕ ਲੈਂਦੇ ਆ, ਮਤਲਬ ਨੀਆਂ ਚ ਚਿਣ ਦਿੱਤਾ ਤੁਹਾਨੂੰ, ਜਾਂ ਸੀਸ ਉੱਥੇ ਚੌਂਦਨੀ ਚੌਂਕ ਚ ਸਿਰ ਲਾਤਾ, ਜਾਂ ਤਵੀ ਤੇ ਬਿਠਾਤਾ, ਕੋਈ ਫਰਕ ਨਹੀਂ ਪੈਂਦਾ। ਠੀਕ ਹੈ, ਜੇ ਉਹਦਾ ਵਾਰ ਖਾਲੀ ਚਲਾ ਗਿਆ, ਤੁਸੀਂ ਗਾਹਾਂ ਨਿਕਲ ਗਏ। ਹੁਣ ਜੇ ਉਹ ਤੁਹਾਨੂੰ ਰੋਕ ਦਿੰਦਾ, ਨੀਆਂ ਚ ਚਿਣਦਾ ਜਾਂ ਸੀਸ ਲਾਉਂਦਾ ਆ, ਉਸ ਵੇਲੇ ਵੀ ਦੁਨੀਆ ਤੁਹਾਡੇ ਨਾਲ ਖੜਦੀ ਆ। ਬਿਲਕੁਲ। ਜੇ ਤੁਸੀਂ ਉਹਦੇ ਬਾਰ ਨੂੰ ਸਹਿ ਕੇ ਗਾਹਾਂ ਨਿਕਲ ਜਾਂਦੇ ਆ, ਫੇਰ ਵੀ ਦੁਨੀਆ ਨਾਲ ਖੜਦੀ। ਕਹਿੰਦੇ ਲੈ ਵਾਹ ਬਈ ਵਾਹ, ਕਮਾਲ ਕਰ ਗਿਆ, ਇਹ ਕਾਬੂ ਨਹੀਂ ਆਇਆ, ਇਹ ਡਰਿਆ ਨਹੀਂ, ਇਹ ਝੁਕਿਆ ਨਹੀਂ। ਤੁਹਾਡਾ ਉੱਥੇ ਖਤਮ ਹੋ ਜਾਣਾ ਜਾਂ ਨਿਕਲ ਜਾਣਾ, ਦੋਏ ਹਾਲਤਾਂ ਦੇ ਵਿੱਚ, ਉਸੇ ਅਨੁਪਾਤ ਵਿੱਚ ਉਸ ਵੇਲੇ ਦੁਨੀਆ ਬਦਲਦੀ ਆ। ਹੁਣ ਜਿਹੜੀਆਂ ਗੱਲਾਂ ਕਹਿੰਦੇ ਆ ਨਾ ਤੁਸੀਂ, ਕਹਿਣ ਕਰਕੇ ਨਹੀਂ ਬਦਲਦਾ ਕੋਈ, ਕਹਿੰਦੇ ਤੁਸੀਂ ਇਸ ਕਰਕੇ ਆ ਵੀ ਤੁਸੀਂ ਉੱਤੇ ਖੜਾ ਹੋਣਾ ਚਾਹੁੰਦੇ ਆ। ਹੁਣ ਤੁਸੀਂ ਕਹਿੰਦੇ ਆ ਖੜ ਜਾਂਦੇ ਆ ਕਹਿ ਦਿੰਦੇ ਆ, ਹਨਾ? ਜਦੋਂ ਆਲੇ ਦੁਆਲੇ ਨੂੰ ਤਕਲੀਫ ਹੁੰਦੀ ਆ, ਜੇ ਰੋਕਦੇ ਆ, ਜੇ ਖਤਮ ਹੋ ਜਾਂਦੇ ਤੁਸੀਂ, ਤਾਂ ਮਗਰ ਤੁਹਾਡੇ ਜਿਹੜੇ ਸੋਚ ਕੇ ਬੈਠੇ ਹੁੰਦੇ ਆ, ਉਹਨਾਂ ਦਾ ਜੀ ਕਰਦਾ, ਫਿਰ ਉਹ ਹਰਗੋਬਿੰਦ ਦਾ ਹਥਿਆਰ ਚੱਕਦੇ ਆ ਵੀ ਇਦਾਂ ਥੋੜੋ, ਇਦਾਂ ਕਿੱਦਾਂ ਹੋ ਜਾਊ, ਹਨਾ? ਉਹ ਫਿਰ ਗੋਬਿੰਦ ਰਾਏ ਵਾਂਗ ਚੱਕ ਕੇ ਫਿਰ ਟਕਰਾਉਂਦੇ ਜਾ ਕੇ। ਉਹ ਕਿੰਨੇ ਹੀ ਹੁੰਦੇ ਆ ਜਿਹੜੇ ਇਦਾਂ। ਠੀਕ ਹੈ, ਤੇ ਜੇ ਤੁਸੀਂ ਨਿਕਲ ਜਾਂਦੇ ਆ, ਫਿਰ ਉਹ ਕਹਿੰਦੇ ਲੈ ਬਈ, ਜਦੋਂ 10ਵੇਂ ਪਾਤਸ਼ਾਹ ਚਮਕੌਰ ਛੱਡ ਕੇ ਜਾਂਦੇ ਆ, ਹਨਾ? ਫਿਰ ਐਡੇ ਘੇਰੇ ਵਿੱਚੋਂ ਜਾਣੀ ਜਾ ਕੇ, ਜਿਹੜੀ ਉੱਥੇ ਗਾਹਾਂ ਮੁਕਤਸਰ ਦੀ ਜਿਹੜੀ ਜੰਗ ਹੋਈ ਆ, ਪਤਾ ਕਿੰਨੀ ਗਿਣਤੀ ਸੀ ਸਿੱਖਾਂ ਦੀ ਨਾਲ, ਉੱਥੋਂ ਆਇਆ ਨੂੰ ਮੂੰਹ ਭੰਨ ਕੇ ਤੋਰਿਆ ਉਹਨਾਂ ਨੂੰ, ਉਹੀ ਫੌਜ ਸੀ ਸਾਰੀ। ਹਾਂ, 2-3 ਦਿਨ ਉੱਥੇ ਧੱਕੇ ਖਾ ਕੇ, ਜਾਣੀ ਮੂੰਹ ਭਨਾ ਕੇ ਆਪਣਾ, ਫਿਰ ਮੁੜ ਕੇ ਨਹੀਂ ਮੂੰਹ ਕੀਤਾ ਉਧਰ ਨੂੰ, ਨਹੀਂ ਪਤਾ ਤਾਂ ਉਹਨੂੰ ਸੀਗਾ ਵੀ ਜੀਂਦੇ ਆ।
ਹੁਣ ਫਿਕਰ ਫਿਰ ਉਦੋਂ ਪੈਂਦਾ ਜਦੋਂ ਜਾ ਕੇ ਬਹਾਦਰ ਸ਼ਾਹ ਨੂੰ ਮਿਲਦੇ ਆ, ਗਾਹਾਂ ਨਿਕਲਦੇ ਆ। ਤਾਂ ਹੀ ਸੂਬਾ ਸਰਹੰਦ ਪਠਾਣਾ ਨੂੰ ਭੇਜਦਾ ਨਾ ਪਿੱਛੇ, ਤੇ ਜੇ ਉਹ ਗੱਲਾਂ ਹੋ ਗਈਆਂ ਉੱਥੇ ਵੀ ਮੈਂ ਤਾਂ ਖਤਮ ਆ ਫਿਰ ਜਾਣੀ। ਠੀਕ ਹੈ, ਉਹ ਹੁਣ ਗੱਲ ਜਾਣੀ ਜਿਹੜੀ ਹੈਗੀ ਆ ਕੁੱਲ ਮਿਲਾ ਕੇ ਉਹ ਸਾਡੇ ਤੇ ਖੜੀ ਆ। ਠੀਕ ਹੈ, ਜਿੰਨਾ ਮਰਜੀ ਅਸੀਂ ਇਹਦੇ ਬਾਰੇ ਕਰ ਲੈ, ਜਿਹੜਾ ਕਿਸੇ ਦੇ ਸਾਡੇ ਕਹਿਣ ਨਾਲ ਕੁਛ ਨਹੀਂ ਹੋਣਾ। ਕਿਸੇ ਨੇ ਕਿਸੇ ਨੂੰ ਕੀ ਪਈ ਹੈ, ਨਾਲੇ ਸਮਾਜ ਨੂੰ, ਦੁਨੀਆ ਤਾਂ ਬਹੁਤ ਵੱਡੀ ਆ, ਜਿਹੜੀ ਸ੍ਰਿਸ਼ਟੀ ਆ ਨਾ ਰੱਬ ਦੀ, ਉਹ ਤਾਂ ਅਸੀਂ ਤਾਂ ਬਹੁਤ ਛੋਟਾ ਜਿਹਾ ਅੰਸ਼ ਆ ਜਾਣੀ। ਠੀਕ ਹੈ, ਤੇ ਉਹ ਸਾਰਾ ਕਰਦਿਆਂ ਨੂੰ ਤੁਹਾਨੂੰ ਫਿਰ ਗੱਲ, ਚਲੋ ਵਰਤੋਂ ਵਿਹਾਰ ਦੇ ਉੱਤੇ ਆਪਾਂ ਕਰਾਂਗੇ ਗੱਲ ਕਿਸੇ ਵੇਲੇ। ਜਦੋਂ ਪੜ੍ਹੀ ਦੇ ਨਾ ਆਰਟੀਕਲ, ਉਦੋਂ ਇੰਨਾ ਕੁਛ ਹੁੰਦਾ ਜਾਣੀ, ਏਦਾਂ ਵੀ 20 ਦਿਨ ਲਾ ਦਿਓ ਲਗਾਤਾਰ ਇਹਨਾਂ ਦੇ ਉੱਤੇ, ਇੱਕ ਗੱਲ ਦੇ ਉੱਤੇ ਤੁਸੀਂ। ਠੀਕ ਹੈ, ਔਰ ਉਹ ਹੈਗਾ ਵੀ ਜਿਹੜਾ ਸਵਾਦ ਹੈ ਨਾ, ਉਹ ਵੀ ਤੁਹਾਡਾ ਆਪਣੇ ਆਪ ਨਾਲ ਹੀ ਆ। ਜਿੱਦਣ ਆਲੇ ਦੁਆਲੇ ਨੂੰ ਭੁੱਲ ਕੇ ਤੁਸੀਂ ਜਿਹਨੂੰ ਲੀਨ ਹੋਣਾ ਕਹਿੰਦੇ ਆ ਨਾ, ਜਿਹਨੂੰ ਕਹਿੰਦੇ ਆਪਣੇ ਆਪ ਨੂੰ ਕਰਕੇ ਏਦਾਂ ਆਰਾਧਨਾ ਕੀਤੀ, ਏਦਾਂ ਸਾਧਿਆ ਆਪਣੇ ਆਪ ਨੂੰ, ਤੇ ਡਰ ਵੀ ਉਦੋਂ ਚੱਕਿਆ ਜਾਂਦਾ ਆ। ਜਿਹੜਾ ਆਲੇ ਦੁਆਲੇ ਦਾ ਜਿਹੜੇ ਸਹਿਮ ਆ, ਦਹਿਲ ਆ ਜਿਹੜੇ, ਉਹਦਾ ਖਾਤਮਾ ਵੀ ਉਦੋਂ ਹੁੰਦਾ ਹੈ। ਚਲੋ ਠੀਕ ਹੈ ਜੀ, ਆਪਾਂ ਕੱਲ ਨੂੰ ਪ੍ਰੋਗਰਾਮ ਚਿੱਟੀ ਸਿਉਂਕ ਤੇ ਸ਼ਨੀਚਰਵਾਰ 10 ਮਰਾਂ ਦਾ ਸੱਚ। ਹਾਂਜੀ, ਸੱਚ ਹਨਾ, ਸੱਚੀ ਹੈ। ਚਰਿੱਤਰ ਪੜ੍ਹਨਾ ਕਿ ਸੱਚੀ ਚਰਿੱਤਰ ਪੜ੍ਹ ਦੇਣਾ ਜਾਣੀ, ਭਿੰਦੇ ਨੇ ਤਾਂ ਅੰਗਰੇਜ਼ ਨੇ ਕਰਨਾ। ਠੀਕ ਹੈ, ਦੋ ਪ੍ਰੋਗਰਾਮ ਤੁਸੀਂ ਕਰਨੇ ਆ। ਠੀਕ ਹੈ, ਹਨਾ, ਤੇ ਆਪਾਂ ਐਤਵਾਰ ਨੂੰ ਮਿਲਾਂਗੇ ਜੀ ਵਕਤ ਦੇ ਮਸਲੇ ਵਿੱਚ। ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।